ਸਤਿ ਸ਼੍ਰੀ ਅਕਾਲ ਜੀ। ਸਟਾਰਟ ਕਰਦੇ ਹਾਂ ਅਸੀਂ ਅੱਜ ਦਾ ਸਭ ਤੋਂ ਖਾਸ ਚੈਪਟਰ। ਇਸ ਚੈਪਟਰ ਦਾ ਨਾਮ ਹੈ ਜੀ ਐਗਰੀਕਲਚਰ ਡਿਵੈਲਪਮੈਂਟ ਇਨ ਇੰਡੀਆ, ਕਿ ਸਾਡੇ ਦੇਸ਼ ਦੇ ਵਿੱਚ ਐਗਰੀਕਲਚਰ ਦੀ ਡਿਵੈਲਪਮੈਂਟ ਕਿਵੇਂ ਹੋਈ, ਯਾਨੀ ਕਿ ਭਾਰਤ ਵਿੱਚ ਖੇਤੀ ਦਾ ਵਿਕਾਸ। ਸੋ ਇੱਕ ਬੜਾ ਇੰਪੋਰਟੈਂਟ ਚੈਪਟਰ ਜਿਹੜਾ ਕਿ ਅਸੀਂ ਅੱਜ ਸਟਾਰਟ ਕਰਨ ਜਾ ਰਹੇ ਹਾਂ। ਪਹਿਲੀ ਗੱਲ ਕਿ ਇਸ ਚੈਪਟਰ ਦਾ ਫਾਇਦਾ ਕਿੰਨਾ ਨੂੰ ਮਿਲਣ ਜਾ ਰਿਹਾ ਹੈ। ਦੇਖੋ ਜੀ, ਇਸ ਚੈਪਟਰ ਦਾ ਫਾਇਦਾ ਸਭ ਤੋਂ ਮੇਨ ਦੋ ਵਰਗਾਂ ਨੂੰ, ਕਿ ETT ਦੇ ਸਿਲੇਬਸ ਦੇ ਵਿੱਚ ਬਕਾਇਦਾ ਇਸ ਚੈਪਟਰ ਦਾ ਨਾਮ ਲਿਖਿਆ ਗਿਆ, ਤੇ ਪਟਵਾਰੀ ਦੇ ਪੇਪਰ 'ਚ ਖੇਤੀਬਾੜੀ ਦੀ ਅਹਿਮੀਅਤ ਨੂੰ ਦੇਖਦੇ ਹੋਏ ਮੈਂ ਇਹ ਰਿਕਮੈਂਡ ਕਰੂੰਗਾ ਕਿ ਜੋ ਪਟਵਾਰੀ ਦੇ ਪੇਪਰ ਦੀ ਤਿਆਰੀ ਕਰ ਰਹੇ ਆ ਤੇ ਉਹ ਵੀ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ ਤੇ ਇਹਦੇ ਵਿੱਚ ਆਈਆਂ ਗੱਲਾਂ ਦਾ ਫਾਇਦਾ ਚੱਕ ਸਕਦੇ ਆ। ਸੋ ਸਟਾਰਟ ਕਰ ਰਹੇ ਹਾਂ ਜੀ ਅਸੀਂ ਆਪਣਾ। ਸਭ ਤੋਂ ਪਹਿਲਾਂ ਕਿ ਦੇਖੋ, ਭਾਰਤ 'ਚ ਖੇਤੀਬਾੜੀ ਦੇ ਵਿਕਾਸ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ ਨਾ, ਤੇ ਇਹ ਚੈਪਟਰ ਜਿਹੜਾ ਜੀ ਉਹ ਭਾਰਤ 'ਚ ਖੇਤੀਬਾੜੀ ਦੇ ਵਿਕਾਸ ਦੀ ਗੱਲ ਕਰਦਾ ਹੈ ਆਜ਼ਾਦੀ ਤੋਂ ਬਾਅਦ। ਆਜ਼ਾਦੀ ਤੋਂ ਪਹਿਲਾਂ ਸਾਡੇ ਇੱਥੇ ਮੁਗਲਾਂ ਦਾ ਰਾਜ ਸੀ, ਮੁਗਲਾਂ ਤੋਂ ਪਹਿਲਾਂ ਸਾਡੇ ਇੱਥੇ ਹੋਰ ਮੁਸਲਿਮਸ ਦਾ ਰਾਜ ਸੀਗਾ, ਦਿੱਲੀ ਸਲਤਨਤ ਦਾ ਰਾਜ ਸੀ, ਉਸ ਤੋਂ ਪਹਿਲਾਂ ਹਿੰਦੂ ਰਾਜਿਆਂ ਦਾ ਰਾਜ ਸੀਗਾ। ਇਤਿਹਾਸ ਦੇ ਵਿੱਚ ਸਾਡੇ ਦੇਸ਼ 'ਚ ਖੇਤੀਬਾੜੀ ਦਾ ਵਿਕਾਸ ਕਿਵੇਂ ਹੋਇਆ, ਖੈਰ ਉਹ ਸਾਡੇ ਦਾਇਰੇ 'ਚ ਨਹੀਂ ਆਉਂਦਾ। ਅਸੀਂ ਇਸ ਚੈਪਟਰ ਦੇ ਹਿਸਾਬ ਨਾਲ ਦੇਖੀਏ ਕਿ ਖੇਤੀਬਾੜੀ ਦਾ ਵਿਕਾਸ ਅਸੀਂ ਆਜ਼ਾਦੀ ਤੋਂ ਬਾਅਦ ਪੜ੍ਹਨਾ ਹੈ। ਤੇ ਮਹਾਤਮਾ ਗਾਂਧੀ ਖੇਤੀ ਨੂੰ ਭਾਰਤ ਦੀ ਆਤਮਾ ਮੰਨਦੇ ਸਨ, ਤੇ ਨਹਿਰੂ ਜੀ ਵੀ ਇਹ ਮੰਨਦੇ ਸੀ ਕਿ ਖੇਤੀ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਠੀਕ ਹੈ। ਐਂਡ ਡਾਕਟਰ VKR ਰਾਓ ਨੇ ਖੇਤੀ ਦੇ ਮਹੱਤਵ ਤੇ ਰੋਸ਼ਨੀ ਪਾਉਂਦੇ ਕਿਹਾ ਕਿ ਜੇਕਰ 5 ਸਾਲਾ ਯੋਜਨਾ ਦੇ ਅਧੀਨ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਲੰਘਣਾ ਹੈ ਤਾਂ ਖੇਤੀ ਲਈ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ। ਪ੍ਰਸਿੱਧ ਭਾਰਤੀ ਵਿਦਵਾਨ ਦਾਂਤੇਵਾਲਾ ਦੇ ਅਨੁਸਾਰ ਭਾਰਤੀ ਅਰਥ ਵਿਵਸਥਾ ਦੇ ਆਰਥਿਕ ਵਿਕਾਸ ਵਿੱਚ ਖੇਤੀ ਖੇਤਰ ਦੀ ਸਫਲਤਾ ਦੇਸ਼ ਦੀ ਆਰਥਿਕ ਉੱਨਤੀ ਦੇ ਮਾਰਗ ਤੇ ਲੈ ਜਾਂਦੀ ਹੈ। ਕੁਝ ਗੱਲਾਂ ਜਿਹੜੀਆਂ ਅਸੀਂ ਪੜ੍ਹੀਆਂ, ਹੁਣ ਇਹਨਾਂ ਗੱਲਾਂ ਦਾ ਮਤਲਬ ਸਮਝਦੇ ਹਾਂ ਕਿ ਆਖਰ ਆਉਣ ਵਾਲੇ ਲੈਕਚਰ 'ਚ ਅਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਇਹ ਗੱਲਾਂ ਹੈ ਨੇ ਉਹ ਬੇਸਿਕਲੀ ਕੀ ਸੀਗੀਆਂ। ਦੇਖੋ, ਇੱਕ ਗੱਲ ਤਾਂ ਕਲੀਅਰ ਆ ਕਿ ਜਿਹੜਾ ਐਗਰੀਕਲਚਰ ਸ਼ਬਦ ਆ ਉਹ ਅੰਗਰੇਜ਼ੀ ਦੇ ਇੱਕ ਸ਼ਬਦ ਤੋਂ ਆਇਆ ਜਿਹਦਾ ਮਤਲਬ ਸੀ ਐਗਰੀ ਤੇ ਕਲਚਰ। ਠੀਕ ਆ। ਤੇ ਡਿਕਸ਼ਨਰੀ ਦੇ ਵਿੱਚ ਮਤਲਬ ਐਗਰੀਕਲਚਰ ਦਾ ਬੇਸਿਕਲੀ ਮਤਲਬ ਹੁੰਦਾ, ਐਗਰੀ ਦਾ ਮਤਲਬ ਫੀਲਡ ਤੇ ਕਲਚਰ ਦਾ ਮਤਲਬ ਕਲਟੀਵੇਸ਼ਨ। ਮਤਲਬ ਫੀਲਡ ਦੇ ਵਿੱਚ ਜਿਹੜੀ ਕਲਟੀਵੇਸ਼ਨ ਕੀਤੀ ਜਾਵੇ। ਜੇ ਅਸੀਂ ਇਹਨੂੰ ਪੰਜਾਬੀ 'ਚ ਸਮਝੀਏ ਤਾਂ ਖੇਤੀਬਾੜੀ ਦਾ ਮਤਲਬ ਨਿਕਲ ਕੇ ਆਉਂਦਾ ਹੈ ਕਿ ਐਗਰੀ ਜਿਹੜਾ ਸ਼ਬਦ ਆ ਜੀ ਉਹਦਾ ਮਤਲਬ ਖੇਤੀ ਤੋਂ ਲਿਆ ਗਿਆ ਹੈ, ਤੇ ਕਲਚਰ ਐਗਰੀ ਦਾ ਮਤਲਬ ਫੀਲਡ ਤੋਂ ਲਿਆ ਗਿਆ ਤੇ ਕਲਚਰ ਦਾ ਮਤਲਬ ਖੇਤੀ ਤੋਂ ਲਿਆ ਗਿਆ ਹੈ। ਠੀਕ ਆ। ਫੀਲਡ ਦੇ ਵਿੱਚ ਜਿਹੜੀ ਖੇਤੀ ਕੀਤੀ ਜਾਂਦੀ ਆ, ਤਾਂ ਇਹ ਆਪਾਂ ਨੂੰ ਦੂਸਰਾ ਪੁਆਇੰਟ ਇਹ ਸੀ ਕਿ ਇਹ ਖੇਤੀਬਾੜੀ ਦਾ ਮਤਲਬ ਕੀ ਹੈ, ਜਿੱਥੋਂ ਅੱਗੇ ਹੁਣ ਅਸੀਂ ਆਪਣੇ ਚੈਪਟਰ ਨੂੰ ਸਟਾਰਟ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਇਹ ਆਉਂਦਾ ਹੈ ਕਿ ਇਸ ਖੇਤੀਬਾੜੀ ਦੀ ਸਾਡੇ ਦੇਸ਼ ਦੇ ਵਿੱਚ ਕੀ ਅਹਿਮੀਅਤ ਆ, ਖੇਤੀਬਾੜੀ ਸਾਡੇ ਦੇਸ਼ 'ਚ ਕਿੰਨੀ ਕੁ ਅਹਿਮੀਅਤ ਰੱਖਦਾ ਹੈ ਉਹਦੇ ਬਾਰੇ ਸਮਝਿਓ। ਤੇ ਮੈਂ ਨਾਲ ਦੀ ਨਾਲ ਤੁਹਾਨੂੰ ਇਹਦੇ ਵਿੱਚੋਂ ਕੁਝ ਡਾਟਾ ਇਹੋ ਜਿਹਾ ਕੱਢ ਕੇ ਦੇਣਾ ਹੈ ਜਿਹਦੇ 'ਚੋਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਪੰਜਾਬ ਜਿਹੜਾ ਹੈ ਜੀ ਉਹਦੀ ਕੀ ਅਹਿਮੀਅਤ ਆ। ਸੋ ਬਹੁਤ ਧਿਆਨ ਨਾਲ ਇਸ ਦੇ ਲੈਕਚਰ ਨੂੰ ਸੁਣਿਓ। ਕਾਪੀਆਂ ਨਾਲ ਲਿਖ ਲਓ, ਜੋ ਕੁਝ ਇਸ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੋਊਗਾ ਉਸ ਚੀਜ਼ ਨੂੰ ਨੋਟ ਡਾਊਨ ਕਰਿਓ, ਤੇ ਬਹੁਤ ਇੰਪੋਰਟੈਂਟ ਆ। ਦੇਖੋ, ਸਭ ਤੋਂ ਪਹਿਲੀ ਗੱਲ, ਜੇ ਕੋਈ ਮੈਨੂੰ ਪੁੱਛੇ ਕਿ ਜੀ ਸਾਡੇ ਦੇਸ਼ ਦੀ ਰਾਸ਼ਟਰੀ ਇਨਕਮ ਆ, ਜਿਹੜੀ ਰਾਸ਼ਟਰੀ ਸੰਪੱਤੀ ਆ, ਜਿਹੜੀ ਸਾਡੇ ਦੇਸ਼ ਦੀ ਰਾਸ਼ਟਰੀ ਆਮਦਨ, ਉਹਦੇ 'ਚ ਇਹਦੀ ਯੋਗਦਾਨ ਕੀ ਆ, ਤਾਂ ਦੇਖੋ ਇੱਕ ਸਿੰਪਲ ਜੀ ਗੱਲ ਆ ਕਿ ਸਾਡੇ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜੇ ਅਸੀਂ ਇਹਦੇ ਯੋਗਦਾਨ ਨੂੰ ਸਮਝੀਏ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਗੱਲ ਸਮਝਣੀ ਪਊਗੀ ਕਿ ਜੀ ਖੇਤੀਬਾੜੀ ਦੀ ਅਹਿਮੀਅਤ ਕੀ ਰਹੀ ਆ। ਤਾਂ ਉਹਨੂੰ ਅਹਿਮੀਅਤ ਨੂੰ ਸਮਝਣ ਤੋਂ ਪਹਿਲਾਂ ਮੈਂ ਇੱਕ ਫੋਟੋ ਤੁਹਾਡੇ ਨਾਲ ਕਲੀਅਰ ਕਰਨੀ ਚਾਹੁੰਦਾ ਤਾਂ ਕਿ ਤੁਹਾਨੂੰ ਸਮਝ ਆ। ਇੱਕ ਤਸਵੀਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਕਿ ਜੇ ਅਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਦੇਖੋ ਇੱਕ ਬਹੁਤ ਇੰਪੋਰਟੈਂਟ ਗੱਲ, ਜੋ ਤਸਵੀਰ ਤੁਹਾਡੇ ਸਾਹਮਣੇ ਦਿਸ ਰਹੀ ਹੈ ਜੀ, ਇਹਨੂੰ ਸਮਝਣ ਤੋਂ ਪਹਿਲਾਂ ਇਹਦੇ ਨਾਲ ਇੱਕ ਚੀਜ਼ ਨੂੰ ਹੋਰ ਦੇਖਿਓ। ਦੇਖੋ, ਮੰਨ ਕੇ ਚੱਲੋ ਕਿ ਸਾਡੇ ਦੇਸ਼ 'ਚ 100 ਬੰਦੇ ਆ ਕੁੱਲ, ਤੇ ਸਾਡੇ ਦੇਸ਼ 'ਚ 100 ਹੀ ਬੰਦੇ ਆ ਤੇ 100 ਹੀ ਰੁਪਏ ਆ ਸਾਡੇ ਦੇਸ਼ 'ਚ। ਤਾਂ ਤੁਸੀਂ ਮੰਨ ਕੇ ਚੱਲੋਗੇ ਕਿੱਡੀ ਹੈਰਾਨੀ ਵਾਲੀ ਗੱਲ ਆ ਕਿ 2019 ਵੀ ਦਾ ਅੰਕੜਾ ਹੀ ਚੱਕੀਏ, ਜੇ ਸਾਡੇ ਦੇਸ਼ 'ਚ 2018-19 ਕੋਈ ਚੱਕਰ ਵੀ ਲਾ ਲਓ, ਕੋਈ ਬਾਹਲਾ ਫਰਕ ਨਹੀਂਗਾ। 2018 ਦੇ ਸਰਵੇ ਦੇ ਹਿਸਾਬ ਨਾਲ ਇਹ ਮੰਨਿਆ ਜਾਂਦਾ ਹੈ ਕਿ ਜੀ ਸਾਡੇ ਦੇਸ਼ ਦੇ 100 ਚੋਂ 50% ਬੰਦੇ ਜਿਹੜੇ ਆ ਖੇਤੀਬਾੜੀ 'ਚ ਲੱਗੇ ਹੋਏ ਆ। ਮਤਲਬ ਜੇ ਸਾਡੇ ਦੇਸ਼ 'ਚ ਕੁੱਲ ਜਨਸੰਖਿਆ 100 ਆ ਤੇ ਉਹ 'ਚੋਂ 50 ਤੋਂ ਵੱਧ ਬੰਦੇ ਖੇਤੀਬਾੜੀ 'ਚ ਲੱਗੇ ਹੋਏ ਆ। ਪਰ ਜਿਹੜੇ 100 ਚੋਂ 50 ਬੰਦੇ ਆ, ਇਹਨਾਂ ਕੋਲ ਕੁੱਲ 100 ਰੁਪਈਆਂ ਚੋਂ ਕਿੰਨੇ ਰੁਪਏ ਆ? ਸਿਰਫ 17 ਤੋਂ 18 ਰੁਪਏ। ਮਤਲਬ ਇਹ ਸਿਰਫ 17-18 ਰੁਪਏ ਦੇ ਅਧਿਕਾਰ ਰੱਖਦੇ ਆ ਤੇ ਗਿਣਤੀ ਤੇ 50 ਤੋਂ ਵੱਧ ਆ। ਤੇ ਜਿਹੜੇ ਸਾਡੇ ਆ ਸਰਵਿਸ ਸੈਕਟਰ 'ਚ ਲੱਗੇ ਹੋਏ ਆ, ਜਿਵੇਂ ਮਤਲਬ ਕਿ ਆ ਸਰਕਾਰੀ ਨੌਕਰੀਆਂ ਤੇ ਹੋ ਗਏ ਜਾਂ ਬੈਂਕਾਂ 'ਚ ਹੋ ਗਏ ਜਾਂ ਸਰਵਿਸ ਸੈਕਟਰ 'ਚ ਲੱਗੇ ਹੋਏ ਆ, ਇਹ ਸਿਰਫ 15-20% ਲੋਕ ਨੇ। ਤੇ ਇਹ ਕਿੰਨੇ % ਪੈਸੇ ਦੇ ਅਧਿਕਾਰ ਰੱਖੇ ਬੈਠੇ ਆ? 50% ਤੋਂ ਉੱਪਰ ਦੇ। ਮਤਲਬ ਕਿ ਇਸ ਦੇਸ਼ ਦੀ ਵਿਡੰਬਣਾ ਦੇਖੋ ਕਿ 17% ਲੋਕਾਂ ਕੋਲ 50% ਪੈਸਾ ਹੈ ਤੇ 50% ਲੋਕਾਂ ਕੋਲ 17% ਹੈ। ਮੈਂ ਨਹੀਂ ਝੂਠ ਬੋਲ ਰਿਹਾ, ਇਹ ਸਰਕਾਰੀ ਅੰਕੜੇ ਆ ਜਿਹੜੇ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਸੋ ਉਮੀਦ ਕਰਦਾ ਕਿ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ।
ਇਹਦਾ ਮਤਲਬ ਅਸੀਂ ਉਸ ਚੀਜ਼ ਤੇ ਬਿਲਕੁਲ ਸਹੀ ਤੇ ਸਪਸ਼ਟ ਨਿਸ਼ਾਨਾ ਲਾਇਆ ਕਿ ਭਾਰਤ ਦੀ ਅਰਥ ਵਿਵਸਥਾ 'ਚ ਇਹਦੀ ਅਹਿਮੀਅਤ ਨੂੰ ਜੇ ਸਮਝਿਆ ਜਾਵੇ ਨਾ ਤਾਂ ਅਸੀਂ ਇਸ ਚੀਜ਼ ਨੂੰ ਸਮਝਣ 'ਚ ਸਫਲ ਹੋਏ ਹਾਂ ਕਿ ਭਾਰਤ ਦੀ ਰਾਸ਼ਟਰੀ ਆਮਦਨ ਦੇ ਵਿੱਚ ਇਹ ਤਾਂ ਜੋ ਇਹਦੇ 'ਚ ਅੰਕੜੇ ਲਿਖੇ ਹੋਏ ਆ ਜੀ ਇਹ ਪੁਰਾਣੇ ਨੇ ਹਨਾ ਪੁਰਾਣੇ ਆ। ਮੈਂ ਤਾਂ ਤੁਹਾਡੇ ਬਿਲਕੁਲ ਅਸਲੀਅਤ ਦੱਸਣ ਲਈ ਤੁਹਾਨੂੰ ਨਵੇਂ ਅੰਕੜਿਆਂ ਦੇ ਨਾਲ ਜਾਣਕਾਰੀ ਦੱਸਦੀ। ਹੁਣ ਅਗਲੀ ਗੱਲ, ਅਨਾਜ ਪੂਰਤੀ ਦੇ ਸਾਧਨ। ਜੇ ਅਸੀਂ ਇਹਨੂੰ ਇੰਗਲਿਸ਼ 'ਚ ਦੇਖੀਏ ਤਾਂ ਸੋਰਸ ਆਫ ਫੂਡ ਸਪਲਾਈ, ਠੀਕ ਹੈ ਜੀ, ਕਿੰਨੀ ਫੂਡ ਸਪਲਾਈ ਪਹੁੰਚ ਰਹੀ ਆ ਤੇ ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਹੜੀ ਚੀਜ਼ ਸਾਡੇ ਦੇਸ਼ 'ਚ ਕਿੰਨੀ ਅਵੇਲੇਬਲ ਆ, ਠੀਕ ਆ। ਜਿਵੇਂ ਆਹ ਦੇਖੋ ਕਿ 25 ਗ੍ਰਾਮ ਸਾਡੇ ਦੇਸ਼ 'ਚ ਮਤਲਬ ਕਿ ਕਹਿ ਲਓ ਕਿ ਵੈਜੀਟੇਬਲਸ ਜਿਹੜੀਆਂ ਨੇ ਉਹ ਅਵੇਲੇਬਲ ਨੇ ਤੇ ਇੰਟਰਨੈਸ਼ਨਲ ਲੈਵਲ ਤੇ ਕਿੰਨੀਆਂ ਅਵੇਲੇਬਲ। ਇੱਕ ਹੈਲਦੀ ਬੰਦੇ ਨੂੰ 750 ਗ੍ਰਾਮ ਤਾਂ ਦਿਹਾੜੀ ਦਾ ਫੂਡ ਗ੍ਰੇਨ ਚਾਹੀਦਾ ਤੇ ਇੰਡੀਆ 'ਚ ਇਹਦੇ ਹਿਸਾਬ ਨਾਲ ਦੇਖੀਏ ਤਾਂ ਬਹੁਤ ਘੱਟ ਆ। ਤਾਂ ਆਹ ਦੇਖੋ ਜੀ ਭਾਰਤ 'ਚ 25 ਗ੍ਰਾਮ ਪਰ ਪਰਸਨ ਆ, ਤਾਂ ਇਹ ਬਹੁਤ ਥੋੜੀ ਆ ਜੀ ਸਾਡੇ ਹਿਸਾਬ ਨਾਲ। ਜਾਂ ਕਹਿ ਲਓ ਕਿ ਜੋ ਕੁਝ ਵੀ ਸਾਡੇ ਦੇਸ਼ 'ਚ ਚਾਹੀਦਾ ਜੀ ਉਹ ਖੇਤੀਬਾੜੀ ਦੇ ਮਾਮਲੇ 'ਚ ਬਹੁਤ ਥੋੜਾ ਹੈ। ਮੈਂ ਇੱਕ ਹੋਰ ਫੈਕਟ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਜੀ, ਪਲੀਜ਼ ਉਹਦੇ ਤੇ ਵੀ ਗੌਰ ਕਰਿਓ ਹੁਣ, ਕਿਉਂਕਿ ਮੈਂ ਤੁਹਾਨੂੰ ਸਾਰੀਆਂ ਉਹ ਚੀਜ਼ਾਂ ਦੱਸੂਗਾ ਜਿੱਥੋਂ ਤੁਹਾਨੂੰ ਅਸਲੀਅਤ ਦਾ ਪਤਾ ਲੱਗੇ ਜੀ। ਕਰੋ ਜੀ ਸਟਾਰਟ ਕਰਦੇ ਜੀ ਆਪਾਂ ਅਗਲਾ ਪੁਆਇੰਟ। ਹਾਂਜੀ, ਤਾਂ ਮੈਂ ਇੱਕ ਬਿਲਕੁਲ ਅਪਡੇਟ ਤੁਹਾਨੂੰ ਬਿਲਕੁਲ ਜਦੋਂ ਇਹ ਚੈਪਟਰ ਖਤਮ ਹੋ ਜਾਊਗਾ ਉਹਦੇ ਐਂਡ 'ਚ ਮੈਂ ਤੁਹਾਨੂੰ ਕਾਫੀ ਇੱਕ ਅਪਡੇਟਸ ਤੇ ਕਰੰਟ ਅਫੇਅਰਸ ਦੇ ਨਾਲ ਸੰਬੰਧਿਤ ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਦਊਂਗਾ। ਸੋ ਜੁੜੇ ਰਹੋ ਤੁਸੀਂ ਸਾਰੇ ਨਾਲ। ਸੋ ਪਹਿਲਾਂ ਆਪਾਂ ਇਦਾਂ ਕਰਦੇ ਹਾਂ ਜੀ, ਜੋ ਸਟੈਟਿਕ ਆ ਜੋ ਲਿਖਿਆ ਹੋਇਆ ਆਪਾਂ ਉਹ ਪੜ੍ਹੀਏ। ਹੁਣ ਗੱਲ ਕਰਦੇ ਹਾਂ ਖੇਤੀਬਾੜੀ ਤੇ ਇੰਪਲੋਇਮੈਂਟ। ਦੇਖੋ ਜੀ ਖੇਤੀਬਾੜੀ ਦਾ ਰੋਜ਼ਗਾਰ ਨਾਲ ਕੀ ਸੰਬੰਧ ਆ। ਜੇਕਰ ਅਸੀਂ ਖੇਤੀਬਾੜੀ ਦਾ ਸੰਬੰਧ ਰੋਜ਼ਗਾਰ ਨਾਲ ਦੇਖੀਏ ਤਾਂ ਤੁਸੀਂ ਇੱਕ ਗੱਲ ਸਮਝੋ, ਅੱਜ ਤਾਂ ਤੁਹਾਨੂੰ ਅੰਕੜੇ ਮੈਂ ਬਿਲਕੁਲ ਅਸਲੀਅਤ ਦੇ ਦੱਸਦੇ। ਕਹਿੰਦੇ 1951 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਖੇਤੀ ਮਜ਼ਦੂਰਾਂ ਦਾ ਹਿੱਸਾ 80% ਸੀ। ਇਹਨਾਂ ਚੋਂ ਤਕਰੀਬਨ 82% ਮਜ਼ਦੂਰਾਂ ਨੂੰ ਖੇਤੀ ਖੇਤਰ ਵਿੱਚ ਰੋਜ਼ਗਾਰ ਮਿਲ ਰਿਹਾ ਸੀਗਾ। ਮਤਲਬ ਆਲਮੋਸਟ ਪੂਰੇ ਦੇ ਪੂਰੇ ਲੋਕ ਖੇਤੀਬਾੜੀ ਦੇ ਸਹਾਇਕ ਧੰਦਿਆਂ ਵਿੱਚ ਲੱਗੇ ਸੀ। ਬਟ ਜਿਵੇਂ ਜਿਵੇਂ ਅਸੀਂ ਅੱਗੇ ਨੂੰ ਵੱਧਦੇ ਗਏ, ਖੇਤੀਬਾੜੀ ਦੇ ਵਿੱਚ ਮਜ਼ਦੂਰਾਂ ਦੀ ਗਿਣਤੀ ਤਾਂ ਕੁੱਲ ਆਬਾਦੀ ਦਾ 19% ਹੀ ਰਹੀ, 70-80 ਤੋਂ ਘੱਟ ਕੇ 60-55 ਤੇ ਪਹੁੰਚ ਗਈ। ਪਰ ਖੇਤੀਬਾੜੀ ਕਰਨ ਵਾਲਿਆਂ ਦੀ ਕੁੱਲ ਕਮਾਈ ਦੇਸ਼ ਦੀ ਕੁੱਲ ਕਮਾਈ ਦਾ ਸਿਰਫ 17% ਹੀ ਰਹਿ ਗਈ। ਮਤਲਬ ਦੇਸ਼ ਦੀ ਆਬਾਦੀ ਉਨੀ ਰਹੀ ਪਰ ਉਹਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਉਹਨਾਂ ਦੀ ਕਮਾਈ ਘਟ ਗਈ। ਇਹਦਾ ਮਤਲਬ ਕੱਲੇ ਕੋਲ ਜਿਹੜਾ ਪੈਸਾ ਸੀ ਉਹ ਬਹੁਤ ਘਟ ਗਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਦੇਸ਼ 'ਚ ਇਸ ਚੀਜ਼ ਨੂੰ ਬਹੁਤ ਨੁਕਸਾਨ ਹੋਇਆ ਕਿ ਖੇਤੀਬਾੜੀ ਕਰਨ ਵਾਲੇ ਲੋਕ ਜਿਹੜੇ ਸੀ ਉਹ ਨਹੀਂ ਘਟੇ, ਖੇਤੀ ਦੇ ਵਿੱਚ ਕਮਾਈ ਘਟ ਗਈ। ਪਹਿਲਾਂ ਕੁੱਲ ਸਾਡੀ ਜਿਹੜੀ GDP ਸੀ, GDP ਦਾ ਮਤਲਬ ਦੇਸ਼ ਦੀ ਕੁੱਲ ਨੈਸ਼ਨਲ ਇਨਕਮ ਮਤਲਬ ਕੁੱਲ ਰਾਸ਼ਟਰੀ ਆਮਦਨ, ਉਹਦੇ 'ਚ ਜਿੱਥੇ ਖੇਤੀਬਾੜੀ ਕਿੰਨੇ % ਯੋਗਦਾਨ ਪਾਉਂਦੀ ਸੀ ਤੇ ਉਹਦੇ ਵਿੱਚ ਉਹਦਾ ਯੋਗਦਾਨ ਬਹੁਤ ਘਟ ਗਿਆ। ਖੈਰ ਹੁਣ ਆਪਾਂ ਚੱਲਦੇ ਹਾਂ ਜੀ ਅਗਲੀ ਗੱਲ ਤੇ। ਅਗਲੀ ਗੱਲ ਆ ਜੀ ਖੇਤੀਬਾੜੀ ਤੇ ਇੰਡਸਟਰੀ। ਠੀਕ ਆ, ਸਾਡੇ ਦੇਸ਼ 'ਚ ਪਹਿਲੀ ਗੱਲ ਤੇ ਹੈ ਕਿ ਕਿਸ ਖੇਤੀਬਾੜੀ 'ਚ ਇੰਡਸਟਰੀ ਆ। ਦੇਖੋ ਇੱਕ ਗੱਲ ਤਾਂ ਕਲੀਅਰ ਆ ਕਿ ਬੇਸਿਕਲੀ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਇੰਡਸਟਰੀ ਆ, ਕਾਟਨ, ਜੂਟ ਹੋ ਗਈ, ਸ਼ੂਗਰ ਕੇਨਸ, ਆਇਲ ਸੀਡਸ ਮਤਲਬ ਪਟਸਨ ਦੀ ਇੰਡਸਟਰੀ ਹੋ ਗਈ, ਕਪਾਹ, ਗੰਨਾ, ਤਿਲ ਵਗੈਰਾ, ਇਹ ਸਾਰੀਆਂ ਇੰਡਸਟਰੀਜ਼ ਹੋ ਗਈਆਂ। ਬਟ ਇਹ ਵੀ ਇੱਕ ਗੱਲ ਪੱਕੀ ਹੈ ਜੀ ਕਿ ਸਾਡੇ ਦੇਸ਼ ਦੇ ਵਿੱਚ ਕਿਤੇ ਵੀ ਖੇਤੀਬਾੜੀ ਜਿਹੜੀ ਹੈ ਜੀ ਉਹ ਇੰਡਸਟਰੀਜ਼ ਜਿਹੜੀਆਂ ਨੇ ਉਹ ਕਿਤੇ ਵੀ ਇਸ ਚੀਜ਼ ਦਾ ਸਾਧਨ ਨਹੀਂ ਬਣੀਆਂ। ਠੀਕ ਆ, ਤੇ ਹੋਰ ਕਿਹੜੀਆਂ ਚੀਜ਼ਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਜਿਹਦੇ ਤੇ ਲੋਕ ਨਿਰਭਰ ਕਰਦੇ ਨੇ। ਭਾਰਤੀ ਕਿਸਾਨਾਂ ਲਈ ਖੇਤੀ ਜੀਵਨ ਦਾ ਨਿਰਵਾਹ ਦਾ ਮੁੱਖ ਸਾਧਨ ਹੈ। ਇਸ ਲਈ ਗੈਰ ਖੇਤੀ ਪੇਂਡੂ ਪਰਿਵਾਰ ਜਿਵੇਂ ਜਲਾਹੇ, ਨਾਈ, ਧੋਬੀ ਆਦਿ ਦੀ ਆਮਦਨ ਵੀ ਮਹੱਤਵਪੂਰਨ ਸਾਧਨ ਖੇਤੀ ਹੈ। ਹੁਣ ਇਹ ਤਾਂ ਸਭ ਨੂੰ ਪਤਾ ਹੈ ਜੀ ਕਿ ਜਿਹੜੇ ਪਿੰਡਾਂ ਦੇ ਵਿੱਚ ਨਾ ਖੇਤੀ ਕਰਨ ਵਾਲੇ ਲੋਕ ਵੀ ਆ ਉਹ ਵੀ ਇਸ ਚੀਜ਼ ਤੇ ਨਿਰਭਰ ਕਰਦੇ ਆ ਕਿ ਜਿਹੜਾ ਖੇਤੀ ਕਰਨ ਵਾਲਾ ਹੈ ਉਹ ਕਿੰਨਾ ਕਮਾਉਂਦਾ ਹੈ। ਕਿਉਂਕਿ ਸਾਲ ਤੋਂ ਬਾਅਦ 6 ਮਹੀਨਿਆਂ ਬਾਅਦ ਜਿਹੜੇ ਉਹ ਨਾਈ ਜਾਂ ਕੋਈ ਵੀ ਪੈਸੇ ਇਕੱਠੇ ਕਰਦਾ, ਜਲਾਈ ਪੈਸੇ ਇਕੱਠੇ ਕਰਦਾ, ਧੋਬੀ ਨੂੰ ਮਿਲਦੇ ਆ, ਉਹ ਉਹਨਾਂ ਨੂੰ ਉਹਦੇ ਰੂਪ ਦੇ ਵਿੱਚ ਹੀ ਮਿਲਦੇ ਆ ਤਾਂ ਕਿ ਉਹਨਾਂ ਦਾ ਹੀ ਜਿੰਨਾ ਉਹਨਾਂ ਦੀ ਕਮਾਈ ਹੋਊਗੀ ਉਹਦਾ ਹੀ ਕੁਛ ਹਿੱਸਾ ਜਿਹੜਾ ਜੀ ਉਹ ਲੋਕ ਜਿਹੜੇ ਆ ਜੀ ਉਹ ਧੋਬੀ ਨੂੰ ਜਾਂ ਉਹਨਾਂ ਨੂੰ ਦਿੰਦੇ ਆ। ਸੋ ਅਗਲੀ ਗੱਲ ਆ ਖੇਤੀ ਤੇ ਵਿਦੇਸ਼ੀ ਵਪਾਰ। ਭਾਰਤ ਦਾ ਵਿਦੇਸ਼ੀ ਵਪਾਰ ਵਿੱਚ ਖੇਤੀ ਦਾ ਬਹੁਤ ਅਹਿਮ ਰੋਲ ਆ। ਕਿਉਂਕਿ ਤੁਸੀਂ ਇਸ ਚੀਜ਼ ਨੂੰ ਬਹੁਤ ਨੋਟਿਸ ਕੀਤਾ ਹੋਣਾ ਕਿ ਭਾਰਤ ਦਾ ਖੇਤੀ ਦੇ ਵਿੱਚ ਇੱਕ ਅਹਿਮ ਰੋਲ ਇਹ ਆ ਕਿ ਭਾਰਤ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਯਾਤ ਵੀ ਕਰਦਾ ਹੈ, ਮਤਲਬ ਐਕਸਪੋਰਟ ਕਰਦਾ ਹੈ। ਹੁਣ ਮੈਂ ਤੁਹਾਨੂੰ ਇੱਕ ਭਾਰਤ ਦੇ ਐਕਸਪੋਰਟ ਦੀ ਰਫ ਜਿਹਾ ਆਈਡੀਆ ਦਿੰਦਾ ਕਿ ਭਾਰਤ ਦਾ ਐਕਸਪੋਰਟ ਹੈ ਕਿੰਨਾ ਕੁ, ਤਾਂ ਕਿ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕੋ। ਦੇਖੋ ਆਹ ਇੱਕ ਲਿਸਟ ਆ ਜੀ ਜਿਹਦੇ 'ਚ ਉਹਨਾਂ ਨੇ ਦੱਸਿਆ ਹੋਇਆ ਕਿ ਆਲਮੰਡ ਦੇ ਵਿੱਚ ਐਪਲ, ਐਪਰੀਕੋਟ ਹੋ ਗਿਆ, ਇਹਨਾਂ 'ਚ ਕਿਹੜਾ ਦੇਸ਼ ਕਿੰਨਵੇਂ ਨੰਬਰ ਤੇ ਆ ਜੀ। ਠੀਕ ਆ, ਇਹ ਲਿਸਟ ਤੁਸੀਂ ਇੱਕ ਵਾਰ ਜ਼ਰੂਰ ਦੇਖ ਸਕਦੇ ਹੋ ਤਾਂ ਕਿ ਤੁਹਾਨੂੰ ਜੇ ਕਦੀ ਪੇਪਰ 'ਚ ਆ ਜੇ ਤਾਂ ਇਹ ਲਿਸਟ ਤੁਹਾਡੇ ਕੰਮ ਆ ਸਕਦੀ ਹੈ ਜੀ। ਠੀਕ ਆ, ਬਾਕੀ ਇਹ ਲਿਸਟ ਮੈਂ ਤੁਹਾਨੂੰ ਗਰੁੱਪਾਂ ਦੇ ਵਿੱਚ ਬਿਲਕੁਲ ਅਪਡੇਟਡ ਠੀਕ ਆ ਭੇਜ ਵੀ ਦਊਂਗਾ ਕਿਉਂਕਿ ਸਾਡੇ ਕੋਲ ਅਸੀਂ ਆਪ ਅਥੈਂਟਿਕ ਕਰਕੇ ਤਾਂ ਮੈਂ ਇੱਕ ਆਫੀਸ਼ੀਅਲੀ ਕਿਸੇ ਅਨਆਫੀਸ਼ੀਅਲ ਜੀ ਸਾਈਟ ਤੋਂ ਚੱਕੀ ਆ ਤਾਂ ਕਿ ਤੁਹਾਨੂੰ ਇਹ ਵੀ ਪਤਾ ਲੱਗ ਜੇ ਕਿ ਕਿਹੜੇ ਮਾਮਲੇ 'ਚ ਕਿਹੜੀ ਦੇਸ਼ ਦੀ ਚੀਜ਼ ਜਿਹੜੀ ਹੈ ਜੀ ਉਹ ਸਭ ਤੋਂ ਅੱਗੇ ਆ।
ਸੋ 2020 ਦੀ ਬਿਲਕੁਲ ਅਪਡੇਟਡ ਲਿਸਟ ਆ ਜਿਹੜੀ, ਤੇ ਕੋਸ਼ਿਸ਼ ਕਰੂੰਗਾ ਕਿ ਜਿਹੜੇ ਜਿਹੜੇ ਪ੍ਰੋਡਕਟ ਲਿਖੇ ਹੋਏ ਉਹਨਾਂ ਨੂੰ ਨਾਲ ਪੰਜਾਬੀ 'ਚ ਵੀ ਲਿਖਿਆ ਜਾਵੇ ਤੇ ਇਹ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਵੇ। ਸੋ ਨੈਕਸਟ ਉਸ ਤੋਂ ਬਾਅਦ ਅਸੀਂ ਅਗਲੇ ਪੁਆਇੰਟ ਤੇ ਸੀਗੇ ਜੀ, ਅਸੀਂ ਇਹ ਦੇਖ ਰਹੇ ਸੀ ਕਿ ਆਂਤਰਿਕ ਵਪਾਰ। ਤਾਂ ਹੁਣ ਦੇਖੋ ਅਗਲੀ ਗੱਲ, ਇਹ ਤਾਂ ਸੀ ਫੋਰਨ ਟ੍ਰੇਡ ਕਿ ਖੇਤੀਬਾੜੀ ਦਾ ਫੋਰਨ ਟ੍ਰੇਡ ਕਿਵੇਂ, ਕੀ ਕਹਿੰਦਾ ਸਾਡਾ ਵਿਦੇਸ਼ੀ ਵਪਾਰ ਕੀ ਆ। ਦੇਖੋ ਇੱਕ ਗੱਲ ਬੜੀ ਸਪਸ਼ਟ ਤੇ ਸਾਫ਼ ਆ ਜੀ, ਸਾਡੇ ਦੇਸ਼ ਦੇ ਵਿੱਚ ਇੱਕ ਏਜੰਸੀ ਆ ਜੀ ਜਿਹਦਾ ਇੰਗਲਿਸ਼ 'ਚ ਨਾਮ ਆ ਨਾਫੇਡ, NAFED। ਮੈਂ ਤੁਹਾਨੂੰ ਉਹਦੇ ਬਾਰੇ ਕੁਝ ਗੱਲਾਂ ਜੇ ਜ਼ਰੂਰੀ ਲੱਗਦੀਆਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਉਹਦੇ ਬਾਰੇ ਜ਼ਰੂਰ ਦੱਸਦਾ, NAFED। ਤਾਂ ਨਾਫੇਡ ਸਾਡੇ ਦੇਸ਼ ਦੀ ਇੱਕ ਅਜਿਹੀ ਏਜੰਸੀ ਆ, ਜੇ ਅਸੀਂ ਇਹਨੂੰ ਸਮਝੀਏ ਤਾਂ ਸਾਡੇ ਦੇਸ਼ 'ਚ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਨਾਫੇਡ, ਇਹ ਇੱਕ ਇਹੋ ਜਿਹੀ ਏਜੰਸੀ ਆ ਜਿਹੜੀ ਭਾਰਤ ਦੀਆਂ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਕੰਟਰੋਲ ਕਰਦੀ ਆ, ਤੇ ਇਹ ਮਿਨਿਸਟਰੀ ਆਫ ਐਗਰੀਕਲਚਰ ਖੇਤੀਬਾੜੀ ਮੰਤਰਾਲੇ ਦੇ ਅੰਡਰ ਆਉਂਦੀ ਹੈ ਜੀ। ਇਹਦੀ ਨੀਂਹ ਰੱਖੀ ਗਈ ਸੀ 2 ਅਕਤੂਬਰ 1958 ਚ। ਤੇ ਭਾਰਤ 'ਚ ਇਸ ਏਜੰਸੀ ਦਾ ਸਭ ਤੋਂ ਮੇਨ ਕੰਮ ਕੀ ਆ, ਭਾਰਤ 'ਚ ਇਸ ਏਜੰਸੀ ਦਾ ਸਭ ਤੋਂ ਮੇਨ ਕੰਮ ਇਹ ਆ ਕਿ ਭਾਰਤ ਦੇ ਵਿੱਚ ਇਹ ਏਜੰਸੀ ਜਿਹੜੀ ਆ ਉਹ ਦਾਲਾਂ ਦੇ ਰੇਟ ਤੈਅ ਕਰਦੀ ਆ। ਦੂਜੀ ਗੱਲ, ਇਹ ਉਹ ਏਜੰਸੀ ਆ ਜਿਹੜੀ ਸਾਡੇ ਦੇਸ਼ ਦੇ ਵਿੱਚ ਖੇਤੀਬਾੜੀ ਦੇ ਸਮਾਨ ਨੂੰ ਬਾਹਰ ਵੇਚਣ ਦੀ ਜਵਾਬਦੇਹ ਆ। ਸਾਡੇ ਦੇਸ਼ 'ਚੋਂ ਜਿੰਨਾ ਵੀ ਸਮਾਨ ਦਾਲਾਂ ਦੂਲਾਂ ਜਾਂ ਕੋਈ ਵੀ ਸਮਾਨ ਐਕਸਪੋਰਟ ਇੰਪੋਰਟ ਹੋਣਾ ਹੈ ਨਾ, ਉਹ ਇਸ ਨਾਫੇਡ ਏਜੰਸੀ ਦੇ ਥਰੂ ਹੋਣਾ ਹੈ। NAFED ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ, ਠੀਕ ਆ ਜੀ। ਐਵੇਂ ਹੋਰ ਵੀ ਏਜੰਸੀਆਂ ਨੇ, ਕੱਲੀ ਏਜੰਸੀ ਬਾਰੇ ਆਈ ਜਾਊਗਾ, ਮੈਂ ਦੱਸੀ ਜਾਊਂਗਾ। ਸੋ ਅਗਲੀ ਗੱਲ, ਯਾਤਾਯਾਤ, ਠੀਕ ਆ। ਤੇ ਰੇਲਵੇ ਯਾਤਾਯਾਤ, ਬੈਲ ਗੱਡੀਆਂ ਦਾ ਬਹੁਤ ਇੰਪੋਰਟੈਂਟ ਰੋਲ ਆ ਜੇ ਅਸੀਂ ਖੇਤੀਬਾੜੀ ਦੇ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣਾ ਹੈ, ਠੀਕ ਆ। ਤੇ ਸਰਕਾਰੀ ਆਮਦਨ, ਤੇ ਇਹ ਵੀ ਗੱਲ ਕਨਫਰਮ ਆ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਜੀ, ਕਮਾਈ ਦਾ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹ ਖੇਤੀਬਾੜੀ ਦੇ ਕੰਮਾਂ ਚੋਂ ਨਿਕਲ ਕੇ ਆਉਂਦਾ ਹੈ। ਖੇਤੀਬਾੜੀ ਜ਼ਮੀਨਾਂ ਦਾ ਜਿਹੜਾ ਟੈਕਸ ਹੁੰਦਾ ਜੀ ਉਹਦੇ ਤੋਂ ਬਹੁਤ ਨਿਕਲ ਕੇ ਆਉਂਦਾ ਹੈ। ਸਿੰਚਾਈ ਕਰ ਹੋ ਗਿਆ, ਖੇਤੀ ਕਰ ਹੋ ਗਿਆ, ਇਹ ਸਾਰੀਆਂ ਚੀਜ਼ਾਂ। ਤੁਸੀਂ ਕਹੋਗੇ ਖੇਤੀ ਤੇ ਵੀ ਕੋਈ ਕਰ ਲੱਗਦਾ ਹੈ, ਹੁਣ ਮੈਂ ਤੁਹਾਨੂੰ ਇਹਦੇ ਨਾਲ ਸੰਬੰਧਿਤ ਵੀ ਇੱਕ ਅੰਕੜਾ ਪੇਸ਼ ਕਰਨ ਜਾ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗੇ। ਤਾਂ ਦੇਖੋ ਜੀ, ਜੇ ਅਸੀਂ ਹੁਣ ਇੱਥੇ ਦੇਖੀਏ ਤਾਂ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਪੰਜਾਬ ਦਾ ਜਿੰਨਾ ਟੈਕਸ ਇਕੱਠਾ ਹੁੰਦਾ ਨਾ, ਆਹ ਦੇਖੋ ਇਹ ਪੰਜਾਬ ਦੇ ਬਜਟ ਚੋਂ ਫੋਟੋ ਚੱਕੀ ਗਈ ਹੈ। ਪੰਜਾਬ ਦਾ ਜਿੰਨਾ ਵੀ ਟੈਕਸ ਇਕੱਠਾ ਹੁੰਦਾ ਹੈ, ਪੰਜਾਬ ਆਪਣੇ ਕੁੱਲ ਟੈਕਸ ਦਾ 45% ਹਿੱਸਾ ਜਿਹੜਾ ਨਾ ਜੀ ਉਹ GST ਚੋਂ ਲੈਂਦਾ ਹੈ, ਜੋ ਪੰਜਾਬ ਨੇ GST ਇਕੱਠਾ ਕੀਤਾ ਹੈ। ਫਿਰ ਵੈਟ ਤੇ ਸੇਲਸ ਟੈਕਸ ਤੋਂ 17% ਆ, ਐਕਸਾਈਜ਼ ਡਿਊਟੀ ਤੋਂ 16% ਆ, ਬਿਜਲੀ ਦੀਆਂ ਕਰਾਂ ਤੋਂ 7% ਆ, ਤੇ 7% ਹੀ ਰਜਿਸਟਰੀਆਂ ਤੋਂ, ਜਿਹੜੀ ਸਾਡੀ ਖੇਤੀਬਾੜੀ ਦੀਆਂ ਰਜਿਸਟਰੀਆਂ ਹੁੰਦੀਆਂ ਉਹਨਾਂ ਤੋਂ, ਉਹ ਸਟੈਂਪ ਪੇਪਰਾਂ ਤੋਂ, ਕੁੱਲ ਮਿਲਾ ਕੇ ਰਜਿਸਟਰੀਆਂ ਤੇ ਸਟੈਂਪ ਪੇਪਰਾਂ ਤੋਂ ਤੇ ਵਹੀਕਲਸ ਤੋਂ ਵੀ 7%। ਜੇ ਸਾਨੂੰ ਪੇਪਰ 'ਚ ਇਹ ਸਵਾਲ ਆ ਜਾਏ, ਜਿਵੇਂ ਕਿ PCS 'ਚ ਪਿਛਲੀ ਵਾਰ ਆਇਆ ਸੀ, ਉਸ ਤੋਂ ਪਿਛਲੀ ਵਾਰ ਇਹ ਸਵਾਲ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ 'ਚ ਆਇਆ ਸੀ। ਸੋ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਅੰਕੜੇ ਦੇ ਹਿਸਾਬ ਨਾਲ ਕਿ ਕਿੱਥੋਂ ਸਾਨੂੰ ਕਿੰਨਾ ਟੈਕਸ ਇਕੱਠਾ ਹੁੰਦਾ ਹੈ। ਸੋ ਜੇ ਅਸੀਂ ਗੱਲ ਕਰੀਏ ਕਿ ਸਰਕਾਰੀ ਆਮਦਨ ਦਾ ਸੋਰਸ, ਆ ਦੇਖੋ ਜੀ, ਲੈਂਡ ਰੈਵਨਿਊ, ਜ਼ਮੀਨ ਤੋਂ ਜਿਹੜਾ ਟੈਕਸ ਇਕੱਠਾ ਹੁੰਦਾ, ਇਰੀਗੇਸ਼ਨ ਤੋਂ ਜਿਹੜਾ, ਖੇਤੀ ਤੋਂ ਜਿਹੜਾ ਇਕੱਠਾ। ਹੁਣ ਖੇਤੀ ਤੇ ਟੈਕਸ ਨਹੀਂ ਲੱਗਦਾ, ਪਰ ਤੁਹਾਨੂੰ ਪਤਾ ਜੀ ਜਿਹੜੇ ਬੰਦੇ ਦੀ ਖੇਤੀ ਤੋਂ ਬਿਨਾਂ ਦੂਜੀ ਕਮਾਈ ਵੀ ਆ, ਤੇ ਉਹ ਦੂਜੀ ਕਮਾਈ ਤੇ ਖੇਤੀ ਦੀ ਕਮਾਈ ਜੁੜ ਕੇ ਉਹ ਟੈਕਸ ਦੇ ਦਾਇਰੇ 'ਚ ਆ ਜਾਏ ਤਾਂ ਉਹਨੂੰ ਟੈਕਸ ਖੇਤੀ ਤੇ ਵੀ ਦੇਣਾ ਪਊਗਾ। ਜੇ ਕਿਸੇ ਦੀ ਕਮਾਈ ਕੱਲੀ ਖੇਤੀ ਦੀ ਆ, ਉਹ ਭਾਵੇਂ 15 ਲੱਖ ਕਮਾਉਂਦਾ ਹੋਵੇ, ਉਹਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ, ਪਰ ਸ਼ਰਤ ਇਹ ਆ ਕਿ ਉਹਦੀ ਕੱਲੀ ਖੇਤੀ ਦੀ ਕਮਾਈ ਹੋਣੀ ਚਾਹੀਦੀ ਹੈ। ਅਗਲੀ ਗੱਲ, ਪੂੰਜੀ ਨਿਰਮਾਣ। ਤੇ ਆਹ ਤਾਂ ਸਭ ਨੂੰ ਪਤਾ ਚੰਗੀ ਤਰ੍ਹਾਂ ਕਿ ਭਾਈ ਦੇਖੋ, ਜਿਸ ਦੇਸ਼ ਦੇ ਵਿੱਚ ਪੂੰਜੀ ਨਿਰਮਾਣ ਹੋਊਗਾ, ਪੂੰਜੀ ਨਿਰਮਾਣ, ਜੇ ਕਿਸੇ ਦੇਸ਼ ਦੇ ਵਿੱਚ ਕੈਪੀਟਲ ਫਾਰਮੇਸ਼ਨ ਹੋਊਗੀ ਨਹੀਂ, ਪੈਸਾ ਇਕੱਠਾ ਹੋਊਗਾ ਹੀ ਨਹੀਂ, ਤਾਂ ਲੋਕ ਉਹਦੇ ਤੋਂ ਆਪਣੇ ਦੇਸ਼ ਦਾ ਅਗਲਾ ਕੁਝ ਕਿਵੇਂ ਖਰੀਦਣਗੇ। ਜੇ ਮੰਨ ਕੇ ਚੱਲੋ ਕਿ ਮੇਰੇ ਕੋਲ ਕੈਪੀਟਲ ਹੀ ਹੈ ਨਹੀਂ, ਮੇਰੇ ਕੋਲ ਪੂੰਜੀ ਹੈ ਨਹੀਂ, ਤੇ ਮੈਂ ਆਪਣੇ ਕੰਮ ਨੂੰ ਚਲਾਉਣ ਵਾਸਤੇ 2 ਸਿਸਟਮ, ਆਪਣਾ ਬਲੈਕ ਬੋਰਡ, ਡਸਟਰ ਕਿਵੇਂ ਖਰੀਦੂੰਗਾ, ਤਾਂ ਉਹਦੇ ਵਾਸਤੇ ਪੂੰਜੀ ਦਾ ਨਿਰਮਾਣ ਬਹੁਤ ਜ਼ਰੂਰੀ ਆ। ਤੇ ਇੱਕ ਗੱਲ ਕਲੀਅਰ ਆ ਕਿ ਪੂੰਜੀ ਦੇ ਨਿਰਮਾਣ ਨਾਲ ਹੀ ਪਸ਼ੂ ਧਨ, ਔਜ਼ਾਰ, ਟਰੈਕਟਰਸ, ਠੀਕ ਹੈ, ਐਨੀਮਲ ਹਸਬੈਂਡਰੀ ਹੋ ਗਿਆ, ਜਾਂ ਲਾਈਵ ਸਟਾਕਸ, ਪਸ਼ੂ ਧਨ ਦਾ ਮਤਲਬ ਹੋ ਗਿਆ ਲਾਈਵ ਸਟਾਕਸ ਹੋ ਗਿਆ, ਠੀਕ ਆ, ਮਸ਼ੀਨਰੀ ਹੋ ਗਈ, ਟਰੈਕਟਰਸ ਹੋ ਗਏ, ਠੀਕ ਆ, ਸਾਨੂੰ ਇਰੀਗੇਸ਼ਨ ਦੇ ਜਿੰਨੇ ਵੀ ਟੂਲਸ ਹੋ ਗਏ, ਉਹ ਸਾਰੇ, ਮਤਲਬ ਕਿ ਸਿੰਚਾਈ ਦੇ ਸਾਧਨ, ਪਸ਼ੂ ਧਨ, ਔਜ਼ਾਰ, ਟਰੈਕਟਰਾਂ ਦੀ ਬਹੁਤ ਜ਼ਰੂਰਤ ਆ। ਸੋ ਕਹਿਣ ਦਾ ਮਤਲਬ ਇੱਕ ਗੱਲ ਤਾਂ ਕਹੀ ਆ ਕਿ ਕਿਸਾਨਾਂ ਦੀ ਖੁਸ਼ਹਾਲੀ ਦੇਸ਼ ਦੀ ਖੁਸ਼ਹਾਲੀ ਹੈ, ਤੇ ਕਿਸਾਨਾਂ ਦੀ ਖੁਸ਼ਹਾਲੀ ਇਸ ਚੀਜ਼ ਤੇ ਡਿਪੈਂਡ ਕਰਦੀ ਹੈ ਕਿ ਕਿਸਾਨ ਆਪਣੀ ਕਮਾਈ ਚੋਂ ਕਿੰਨਾ ਹਿੱਸਾ ਪੂੰਜੀ ਨਿਰਮਾਣ ਚ ਲਾਉਂਦੇ ਆ। ਜਿੰਨਾ ਹਿੱਸਾ ਉਹਨਾਂ ਦਾ ਖਰਚਿਆਂ ਚੋਂ ਨਿਕਲ ਗਿਆ, ਉਹ ਸਾਰਾ ਉਹਨਾਂ ਦਾ ਪੂੰਜੀ ਨਿਰਮਾਣ ਹੀ ਆ। ਤੇ ਕਿਸੇ ਵੀ ਕਿਸਾਨ ਦਾ ਜਿੰਨਾ ਵੱਧ ਪੂੰਜੀ ਨਿਰਮਾਣ ਹੋਊਗਾ, ਓਨਾ ਹੀ ਉਹ ਅੱਗੇ ਚੀਜ਼ਾਂ ਖਰੀਦੂਗਾ, ਜਿਹਦੇ ਤੋਂ ਖਰੀਦ ਕੇ ਲੈ ਕੇ ਆਇਆ, 4 ਪੈਸੇ ਉਹਦੇ ਬਣਾਏ, ਬਾਅਦ ਚ ਜਿਹੜਾ ਟਰੈਕਟਰ ਖਰੀਦਿਆ ਉਹਦੇ ਚ ਤੇਲ ਪਵਾਊਗਾ, ਤੇਲ ਵਾਲੇ ਦਾ ਕੰਮ ਹੋਊਗਾ, ਫਿਰ ਉਸੇ
ਟਰੈਕਟਰ ਦੇ ਨਾਲ ਜਦੋਂ ਵਾਹੀ ਕਰੂਗਾ ਤਾਂ ਉਹਦੇ ਨਾਲ ਜਿੰਨੇ ਜਾਣਿਆਂ ਨੂੰ ਰੋਜ਼ਗਾਰ ਦੇ ਸਕਦਾ ਹੋਊਗਾ। ਤਾਂ ਕੁੱਲ ਮਿਲਾ ਕੇ ਆਹ ਤਾਂ ਗੱਲ ਕਲੀਅਰ ਹੋ ਗਈ। ਹੁਣ ਗੱਲ ਕਰਦੇ ਹਾਂ ਕਿ ਭਾਰਤ ਦੀ ਖੇਤੀਬਾੜੀ ਦੀਆਂ ਸਮੱਸਿਆਵਾਂ ਕਿਸ ਪ੍ਰਕਾਰ ਦੀਆਂ ਨੇ। ਪਹਿਲਾਂ ਅਸੀਂ ਭਾਰਤ ਦੀ ਖੇਤੀਬਾੜੀ ਦੀਆਂ ਸਮੱਸਿਆਵਾਂ ਬਾਰੇ ਸਮਝ ਲਈਏ, ਠੀਕ ਹੈ ਜੀ। ਤਾਂ ਆਹ ਦੇਖੋ ਜੀ, ਭਾਰਤ ਦੀ ਬੇਸਿਕਲੀ ਖੇਤੀਬਾੜੀ ਦੀਆਂ ਸਮੱਸਿਆਵਾਂ 3 ਪ੍ਰਕਾਰ ਦੀਆਂ ਨੇ। 3 ਟਾਈਪਸ ਆਫ ਪ੍ਰੋਬਲਮਸ ਇਨ ਇੰਡੀਅਨ ਐਗਰੀਕਲਚਰ। ਹਿਊਮਨ ਪ੍ਰੋਬਲਮ, ਇਨਸਾਨੀ ਸਮੱਸਿਆਵਾਂ, ਇੰਸਟੀਟਿਊਸ਼ਨਲ ਢਾਂਚਾਗਤ ਸਮੱਸਿਆਵਾਂ, ਤੇ ਜਿਹੜੀਆਂ ਕਿ ਸਿਸਟਮ ਦੇ ਵਿੱਚ ਹੀ ਪ੍ਰੋਬਲਮਸ ਨੇ, ਟੈਕਨੀਕਲ, ਜਿਹੜੀਆਂ ਕਿ ਕਿਸੇ ਤਕਨੀਕੀ ਕਾਰਨ ਕਰਕੇ ਸਮੱਸਿਆਵਾਂ ਨੇ। ਸੋ ਗੱਲ ਕਰਦੇ ਹਾਂ ਜੀ, ਕੱਲੀ ਕੱਲੀ ਨੂੰ ਹੱਥ ਪਾਉਣੇ ਆ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹਿਊਮਨ ਪ੍ਰੋਬਲਮਸ ਦੀ, ਮਤਲਬ ਇਨਸਾਨਾਂ ਦੇ ਤੌਰ ਤੇ ਜਿਹੜੀਆਂ ਸਮੱਸਿਆਵਾਂ ਨੇ, ਜੇ ਅਸੀਂ ਉਹਨਾਂ ਨੂੰ ਕੈਟੇਗਰਾਈਜ਼ ਕਰੀਏ, ਉਹਨਾਂ ਨੂੰ ਰੱਖੀਏ, ਤਾਂ ਸਭ ਤੋਂ ਵੱਡੀ ਗੱਲ ਆ ਭੂਮੀ ਅਤੇ ਜਨਸੰਖਿਆ ਦਾ ਦਬਾਅ। ਇਹ ਤਾਂ ਕਿਸੇ ਤੋਂ ਕੋਈ ਦੋ ਰਾਏ ਨਹੀਂ ਕਿ 126 ਕਰੋੜ ਦੀ ਜਨਸੰਖਿਆ ਜਿਹੜੀ ਆ ਉਹ ਇਸ ਦੇਸ਼ ਦੀ ਕੁੱਲ 32 ਲੱਖ ਸਕੁਅਰ ਕਿਲੋਮੀਟਰ ਦੇ ਏਰੀਏ ਤੇ ਬੈਠੀ ਹੋਈ ਹੈ। ਤਾਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਕਿੰਨੀ ਜ਼ਿਆਦਾ ਸਾਡੇ ਦੇਸ਼ ਦੀ ਜਨਸੰਖਿਆ ਜਿਹੜੀ ਆ, ਉਹ ਕਿੰਨਾ ਜ਼ਿਆਦਾ ਸਾਡੇ ਦੇਸ਼ ਦੀ ਜਨਸੰਖਿਆ ਦਾ ਜਿਹੜਾ ਧਰਤੀ ਤੇ ਦਬਾਅ ਹੈ ਉਹ ਇੱਕ ਲਿਮਿਟ ਤੋਂ ਕਿੰਨਾ ਜ਼ਿਆਦਾ ਵੱਧ ਗਿਆ। ਤਾਂ ਤੁਸੀਂ ਇੱਕ ਗੱਲ ਦੇਖ ਕੇ ਦੇਖੋ, ਸਿੰਪਲ ਜੀ ਉਦਾਹਰਨ ਦਿੰਦਾ ਕਿ ਭਾਰਤ ਦੀ ਕੁੱਲ ਆਬਾਦੀ ਜਿਹੜੀ ਆ ਉਹ ਪੂਰੀ ਦੁਨੀਆ ਦੀ ਆਬਾਦੀ ਦਾ ਮਸਾਂ 17% ਆ। ਮਸਾਂ ਤਾਂ ਨਹੀਂ, ਬਹੁਤ ਜ਼ਿਆਦਾ ਹੈ 17%। ਪਰ ਭਾਰਤ ਦਾ ਕੁੱਲ ਰਕਬਾ, ਭਾਰਤ ਦੀ ਕੁੱਲ ਲੈਂਡ ਜਿਹੜੀ ਆ, that is only 2.4 to 2.5%, ਮਤਲਬ 2.5% ਸਾਡੇ ਦੇਸ਼ ਦਾ ਕੁੱਲ ਖੇਤਰਫਲ ਆ। ਜੇ ਅਸੀਂ ਪੂਰੀ ਦੁਨੀਆ ਦੇ ਖੇਤਰਫਲ ਨੂੰ ਲੈ ਕੇ ਚੱਲੀਏ ਉਹਦਾ, ਤਾਂ ਇਹਦੇ ਹਿਸਾਬ ਨਾਲ ਤੁਸੀਂ ਮੰਨ ਕੇ ਚੱਲੋ ਕਿ ਦੁਨੀਆ ਦਾ 2.5% ਏਰੀਆ, ਦੁਨੀਆ ਦੀ 17% ਆਬਾਦੀ ਤੇ 18% ਪਸ਼ੂ ਧਨ ਨੂੰ ਓਟੀ ਬੈਠਾ ਹੈ। ਤਾਂ ਇਹ ਆਪਣੇ ਆਪ 'ਚ ਇੱਕ ਭੂਮੀ ਉੱਤੇ ਜਨਸੰਖਿਆ ਦਾ ਦਬਾਅ ਹੀ ਹੋ ਚੁੱਕਿਆ ਹੈ, ਠੀਕ ਆ। ਉਸ ਤੋਂ ਬਾਅਦ ਅਗਲੀ ਗੱਲ ਆਪਣੇ ਕੋਲ ਆ ਜਾਂਦੀ ਹੈ ਜੀ, ਇਹ ਸੋਸ਼ਲ ਐਟਮੋਸਫੇਅਰ। ਇਹ ਸਭ ਤੋਂ ਵੱਡੀ ਸਮੱਸਿਆ ਜੀ ਇਸ ਦੇਸ਼ ਦੀ, ਠੀਕ ਆ ਜੀ। ਦੇਖੋ ਇੱਕ ਗੱਲ ਤਾਂ ਕਲੀਅਰ ਆ ਕਿ ਸਾਡੇ ਦੇਸ਼ 'ਚ ਖੇਤੀਬਾੜੀ ਨੂੰ ਲੈ ਕੇ ਜਿਹੜਾ ਸਮਾਜਿਕ ਵਾਤਾਵਰਨ ਹੈ ਨਾ, ਉਹ ਵੀ ਕਿਤੇ ਬਹੁਤ ਜ਼ਿਆਦਾ ਨੀਗਾ। ਖੇਤੀ 'ਚ ਨਵੀਂ ਤਕਨੀਕ ਨੂੰ ਲੈ ਕੇ ਜੋ ਸਾਡੇ 'ਚ ਛਛੋ ਪੰਜ ਰਹੇ ਆ, ਠੀਕ ਆ, ਉਹ ਇੱਕ ਬਹੁਤ ਵੱਡਾ ਕਾਰਨ ਆ। ਜਦੋਂ ਵੀ ਕਿਤੇ ਨਵੀਂ ਤਕਨੀਕ ਆਈ ਆ ਤੇ ਸਾਡੇ ਸਮਾਜ ਨੇ ਉਹਨੂੰ ਅਡਾਪਟ ਕਰਨ ਤੋਂ ਪਹਿਲਾਂ, ਉਹਨੂੰ ਸਵੀਕਾਰਨ ਤੋਂ ਪਹਿਲਾਂ ਉਹਦੇ 'ਚ ਬੜੇ ਤਰੀਕੇ ਦੇ ਕਹਿ ਲਓ ਰੂੜੀਵਾਦੀ ਪਰੰਪਰਾਵਾਂ ਨੂੰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੁਪਰਸਟੀਸ਼ੀਅਸ ਮਾਈਂਡ ਜਿਹੜੇ ਆ ਸਾਡੇ, ਕਿ ਜੀ ਇਹ ਕਰਾਂਗੇ ਤੇ ਸ਼ਾਇਦ ਆਹ ਨਾ ਹੋ ਜੇ, ਜੇ ਐਵੇਂ ਕਰਾਂਗੇ ਤਾਂ ਸਾਡਾ ਰੱਬ ਨਾ ਰੁੱਸ ਜੇ, ਜਾਂ ਇਹਦੇ ਨਾਲ ਕਿਤੇ ਕਿਸਮਤ ਨਾ ਰੁੱਲ ਜੇ ਸਾਡੀ, ਜੇ ਆਪਾਂ ਖੇਤੀ ਨੂੰ ਐਵੇਂ ਕਰਾਂਗੇ। ਸੋ ਕੁੱਲ ਮਿਲਾ ਕੇ ਇੱਕ ਅੰਧ ਵਿਸ਼ਵਾਸੀ ਸੋਚ ਜਿਹੜੀ ਆ ਉਹ ਬੜੀ ਔਖੀ ਆ। ਖੇਤੀ ਮਾਹਰ ਜਿਹੜੇ ਆ ਉਹ ਸ਼ਾਇਦ ਸਾਨੂੰ ਜਿਹੜੀਆਂ ਗੱਲਾਂ ਸਮਝਾਉਂਦੇ ਆ ਉਹਨਾਂ ਨੂੰ ਸਮਝਾਉਣ 'ਚ ਇਸ ਕਰਕੇ ਦਿੱਕਤ ਨਹੀਂ ਕਿ ਲੋਕ ਅਨਪੜ੍ਹ ਆ। ਅਨਪੜ੍ਹ ਬੰਦੇ ਨੂੰ ਸਮਝਾਉਣ 'ਚ ਕੋਈ ਦਿੱਕਤ ਨਹੀਂ, ਉਹਨੂੰ ਗੱਲ ਸਮਝਾਓ ਤੇ ਸਮਝ ਆ ਜਾਊਗੀ। ਪਰ ਜਦੋਂ ਵਿੱਚ ਰੂੜੀਵਾਦੀ ਸੋਚ ਆ ਜਾਂਦੀ ਆ, ਠੀਕ ਆ, ਅੰਧ ਵਿਸ਼ਵਾਸੀ ਸੋਚ ਆ ਜਾਂਦੀ ਆ, ਉਹਨਾਂ ਚੀਜ਼ਾਂ ਤੋਂ ਤੋੜਨਾ ਬੜਾ ਔਖਾ ਜੀ ਸਾਡੇ ਸਮਾਜ ਨੂੰ। ਜਾਤ ਪਾਤ ਸਭ ਤੋਂ ਵੱਡੀ ਆ ਜਾਂਦੀ ਹੈ। ਜੇ ਅਸੀਂ ਇਹ ਕਹਿ ਦਈਏ ਕਿ ਮੰਨ ਲਓ ਕਿ ਅਸੀਂ ਨਾ ਕੋਆਪਰੇਟਿਵ ਖੇਤੀ ਕਰਨੀ ਹੈ, ਮਤਲਬ ਕਿ ਪੂਰੇ ਦਾ ਪੂਰੇ ਪਿੰਡ ਦੇ 20 ਖੇਤ ਜੋੜ ਕੇ ਜੇ ਖੇਤੀ ਕਰੋਗੇ ਤਾਂ ਵਿੱਚ ਦੀਆਂ ਵੱਟਾਂ ਵੀ ਘਟਣਗੀਆਂ ਤੁਹਾਡੀਆਂ, ਤੇ ਤੁਹਾਡੀ ਪ੍ਰੋਡਕਟਿਵਿਟੀ ਵਧੂਗੀ, ਤੁਹਾਡੀ ਕੁਆਲਿਟੀ ਵਧੂਗੀ, ਤੁਹਾਡੇ ਕੋਲ ਜ਼ਿਆਦਾ ਆਊਗਾ ਥੋੜੇ ਖੇਤਾਂ 'ਚੋਂ। ਪਰ ਜੇ ਵਿੱਚ 2 ਕਿੱਲੇ ਇੱਕ ਹੋਰ ਜਾਤ ਵਾਲੇ ਦੇ ਆ, 3 ਕਿੱਲੇ ਇੱਕ ਹੋਰ ਜਾਤ ਵਾਲੇ, ਤੇ ਜਾਤਵਾਦ ਪਹਿਲਾਂ ਆ ਜਾਊਗੀ ਕਿ ਭਾਈ 4 ਰੋਟੀਆਂ ਘੱਟ ਖਾ ਲਾਂਗੇ ਪਰ ਉਹਦੇ ਨਾਲ ਅਸੀਂ ਆਪਣੇ ਖੇਤ ਸਾਂਝੇ ਨਹੀਂ ਕਰਨੇ। ਸਾਨੂੰ ਯਕੀਨ ਆ ਕਿ ਉਹ ਬਰਾਦਰੀ ਦਾ ਕੰਮ ਹੀ ਨਹੀਂ ਕਰਦੀ ਜੀ। ਸੋ ਇੱਕ ਦੂਜੇ ਪ੍ਰਤੀ ਬਣਾਈਆਂ ਹੋਈਆਂ ਇਸ ਤਰੀਕੇ ਦੀਆਂ ਜਿਹੜੀਆਂ ਅੰਧ ਵਿਸ਼ਵਾਸੀ ਜਿਹੜੀ ਸੋਚ ਆ, ਉਹ ਇੱਕ ਬਹੁਤ ਵੱਡੀ ਸਮੱਸਿਆ ਹੈ ਜੀ। ਅਗਲੀ ਗੱਲ ਕਰਦੇ ਹਾਂ ਜੀ, ਸਾਡੀਆਂ ਇੰਸਟੀਟਿਊਸ਼ਨਲ ਪ੍ਰੋਬਲਮਸ ਕੀ ਨੇ, ਸਾਡੀਆਂ ਸੰਸਥਾਗਤ ਸਮੱਸਿਆਵਾਂ ਕੀ ਨੇ। ਇਹਦੇ 'ਚ ਸਭ ਤੋਂ ਵੱਡੀ ਸਮੱਸਿਆ ਜੀ ਸਾਡੇ ਦੇਸ਼ ਦੀ ਖੇਤਾਂ ਦਾ ਛੋਟਾ ਆਕਾਰ, ਸਮਾਲ ਸਾਈਜ਼ ਆਫ ਹੋਲਡਿੰਗ। ਦੇਖੋ ਇੱਕ ਗੱਲ ਤਾਂ ਕਲੀਅਰ ਆ, ਖੇਤੀ ਦਾ ਆਕਾਰ 3 ਹਿੱਸਿਆਂ 'ਚ ਵੰਡਿਆ ਜਾਂਦਾ ਜੀ। ਪਹਿਲਾਂ ਮੈਂ ਅੰਕੜਿਆਂ ਦੀ ਗੱਲ ਦੱਸਾਂ ਤੁਹਾਨੂੰ ਤਾਂ ਕਿ ਤੁਹਾਨੂੰ ਸਮਝ ਆ ਜੇ। 3 ਪ੍ਰਕਾਰ ਦੇ ਕਿਸਾਨ ਹੁੰਦੇ ਆ ਜੀ। ਇੱਕ ਹੁੰਦੇ ਆ ਜੀ ਸਮਾਲ ਫਾਰਮਰਸ, ਸਭ ਤੋਂ ਛੋਟੇ ਹੁੰਦੇ ਆ ਮਾਰਜਨਲ ਫਾਰਮਰਸ। ਹੁਣ ਮਾਰਜਨਲ ਜਿਹੜੇ ਬਹੁਤ ਘੱਟ ਜ਼ਮੀਨ ਵਾਲੇ ਜਿਹਨਾਂ ਨੂੰ ਕਹਿੰਦੇ ਆ, ਜਿਨ੍ਹਾਂ ਕੋਲ 2.5 ਕਿੱਲਿਆਂ ਤੋਂ ਘੱਟ ਜ਼ਮੀਨ ਆ, 1 ਹੈਕਟੇਅਰ ਬਰਾਬਰ ਹੈ 2.5 ਕਿੱਲੇ। ਫਿਰ ਆਉਂਦੇ ਆ ਜੀ ਸਮਾਲ ਕਿਸਾਨ, ਮਤਲਬ ਛੋਟੇ ਮਜ਼ਦੂਰ। ਪਹਿਲਾਂ ਤਾਂ ਕਿਸਾਨ ਆ ਗਏ, ਫਿਰ ਉਸ ਤੋਂ ਬਾਅਦ ਬਾਹਲੇ ਛੋਟੇ ਕਿਸਾਨ, ਫਿਰ ਛੋਟੇ ਕਿਸਾਨ, ਫਿਰ ਵੱਡੇ ਕਿਸਾਨ। ਛੋਟੇ ਕਿਸਾਨਾਂ ਦੀ ਕੈਟੇਗਰੀ ਹੁੰਦੀ ਹੈ ਜਿਨ੍ਹਾਂ ਕੋਲ 2 ਹੈਕਟੇਅਰ ਤੱਕ ਜ਼ਮੀਨ ਆ। ਸਾਡੇ ਦੇਸ਼ 'ਚ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ 70% ਖੇਤ ਜਿਹੜੇ ਆ 2 ਹੈਕਟੇਅਰ ਤੋਂ ਵੀ ਘੱਟ ਆਕਾਰ ਦੇ ਆ। ਤੇ ਇਹ ਚੀਜ਼ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਵੱਖਰੀ ਆ। ਜਿੱਥੇ ਜਿੰਨੇ ਛੋਟੇ ਆਕਾਰ ਦੇ ਖੇਤ ਹੋਣਗੇ, ਤੁਸੀਂ ਉੱਥੋਂ ਖੇਤੀਬਾੜੀ ਦੀ ਵਿੱਚ ਜਿਹੜੀ ਉਤਪੱਤੀ ਆ, ਉਹਦੀ ਪ੍ਰੋਡਕਸ਼ਨ ਆ, ਪ੍ਰੋਡਕਟਿਵਿਟੀ ਆ, ਉਹਦੇ 'ਚ ਤੁਸੀਂ ਬਹੁਤ ਵੱਡੀ ਉਮੀਦ ਨਹੀਂ ਕਰ ਸਕਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਦੇਸ਼ 'ਚ ਮਾਰਜਨਲ ਤੇ ਸਮਾਲ ਕਿਸਾਨ, ਮਾਰਜਨਲ ਕਿਸਾਨ ਉਹ ਹੁੰਦੇ ਆ ਜਿਨ੍ਹਾਂ ਦੀ ਲੈਂਡ ਹੋਲਡਿੰਗ ਆ ਜਿਹੜੀ, ਜਾਂ ਖੇਤ ਆ ਜਿਹੜੇ, ਉਹ
2.5 ਕਿੱਲਿਆਂ ਤੋਂ ਘੱਟ ਹੁੰਦੇ ਆ, ਤੇ ਸਮਾਲ ਕਿਸਾਨ ਉਹ ਹੁੰਦੇ ਜਿਨ੍ਹਾਂ ਦੇ 5 ਕਿੱਲਿਆਂ ਤੋਂ ਘੱਟ ਹੁੰਦੇ ਆ। 2.5 ਕਿੱਲਿਆਂ ਦਾ ਬਰਾਬਰ ਹੁੰਦਾ 1 ਹੈਕਟੇਅਰ, ਤੇ 5 ਕਿੱਲਿਆਂ ਦੇ ਬਰਾਬਰ ਹੁੰਦੇ ਆ 2 ਹੈਕਟੇਅਰ। ਸੋ ਇਹ ਚੀਜ਼ ਸਾਡੇ ਵਾਸਤੇ ਬੜੀ ਮਤਲਬ ਕਿ ਕਹਿ ਲਓ ਕਿ ਸਮੱਸਿਆ ਰਹੀ ਆ। ਅਗਲੀ ਗੱਲ, ਲੈਂਡ ਟੈਨਿਓਰ ਸਿਮੈਂਟ, ਭੂ ਸਵਾਮੀ ਪ੍ਰਣਾਲੀ। ਇਹਦਾ ਮਤਲਬ ਕਿ ਇੱਕ ਗੱਲ ਤਾਂ ਕਲੀਅਰ ਆ ਕਿ ਸਾਡੇ ਦੇਸ਼ 'ਚ ਅੰਗਰੇਜ਼ਾਂ ਦੇ ਵੇਲੇ ਵੀ ਆਹ ਚੀਜ਼ ਬੜੀ ਖਾਸ ਰਹੀ ਆ ਕਿ ਜ਼ਮੀਂਦਾਰੀ ਪ੍ਰਥਾ, ਮਤਲਬ ਮੁੱਕ ਦੀ ਗੱਲ ਸੀ ਕਿ ਇਸ ਦੇਸ਼ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਆਜ਼ਾਦੀ ਤੋਂ ਪਹਿਲਾਂ, ਉਹਨਾਂ ਨੇ ਟੈਕਸ ਇਕੱਠਾ ਕਰਨ ਦੀ ਮੁੱਢਲੀ ਜ਼ਿੰਮੇਵਾਰੀ ਜਿਹੜੀ ਆ ਉਹ ਪਿੰਡ ਦੇ ਜ਼ਮੀਨਦਾਰਾਂ ਤੇ ਲਾਈ ਸੀ, ਜਿਨ੍ਹਾਂ ਦੇ ਨਾਂ ਤੇ ਜ਼ਮੀਨਾਂ ਬੋਲਦੀਆਂ ਸੀ। ਉਹ ਪਿੰਡ ਦੀ ਟੈਕਸ ਇਕੱਠਾ ਕਰਕੇ ਕੁਝ ਹਿੱਸਾ ਆਪਣੇ ਕੋਲ ਰੱਖ ਕੇ ਸਰਕਾਰਾਂ ਨੂੰ ਦਿੰਦੇ ਸੀਗੇ। ਮੁਗਲਾਂ ਵੇਲੇ ਇਹ ਕੰਮ ਠੀਕ ਚੱਲਦਾ ਰਿਹਾ। ਅੰਗਰੇਜ਼ਾਂ ਦੇ ਵੇਲੇ ਆ ਕੇ ਟੈਕਸ ਵਧੇ, ਕਿਸਾਨ ਨੂੰ ਟੈਕਸ ਨਹੀਂ ਦੇ ਸਕੇ, ਜ਼ਮੀਨਦਾਰਾਂ ਨੇ ਕਿਸਾਨਾਂ ਨੂੰ ਸ਼ੋਸ਼ਿਤ ਕਰਨਾ ਸ਼ੁਰੂ ਕਰਤਾ, ਕਿਸਾਨਾਂ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰਤਾ। ਸੋ ਕੁੱਲ ਮਿਲਾ ਕੇ ਉਦੋਂ ਇੱਕ ਸਮੱਸਿਆ ਸਾਹਮਣੇ ਆਈ। ਅੰਗਰੇਜ਼ਾਂ ਨੇ ਭਾਂਤ ਦੇ ਟੈਕਸ ਇਕੱਠੇ ਕੀਤੇ, ਤੇ ਉਹਦੇ ਨਾਲ ਕੀ ਆ ਕਿ ਇੱਕ ਕਿਸਾਨ ਹਮੇਸ਼ਾ ਸ਼ੋਸ਼ਿਤ ਹੁੰਦਾ ਗਿਆ। ਤੇ ਹੋਇਆ ਕਿ ਸਰਕਾਰਾਂ ਨੇ ਜ਼ਮੀਨਦਾਰਾਂ ਨੂੰ ਇੰਨੀ ਸ਼ਹਿ ਦੇਤੀ ਕਿ ਭਈ ਜਿਹੜਾ ਕਿਸਾਨ ਤੁਹਾਨੂੰ ਟੈਕਸ ਨਹੀਂ ਦਿੰਦਾ ਉਹਦੀ ਜ਼ਮੀਨ ਹੀ ਖੋਲੋ। ਤੇ ਆਜ਼ਾਦੀ ਤੋਂ ਬਾਅਦ ਇਹੀ ਸਮੱਸਿਆ ਨਿਕਲ ਕੇ ਸਾਹਮਣੇ ਆਈ ਕਿ ਸਾਡੇ ਦੇਸ਼ ਦੇ ਬਹੁਤ ਥੋੜੇ ਲੋਕਾਂ ਕੋਲ ਬਹੁਤ ਜ਼ਿਆਦੀਆਂ ਜ਼ਮੀਨਾਂ ਸੀਗੀਆਂ। ਮਤਲਬ ਜ਼ਮੀਨਾਂ ਜਿਹੜੀਆਂ ਸੀ ਉਹ ਬਰਾਬਰ ਨਹੀਂ ਸੀਗੀਆਂ। ਕੁਝ ਲੋਕ ਸੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ, ਤੇ ਬਹੁਤ ਜ਼ਿਆਦਾ ਲੋਕ ਸੀਗੇ ਜਿਨ੍ਹਾਂ ਕੋਲ ਜ਼ਮੀਨਾਂ ਹੀ ਨਹੀਂ ਸੀ। ਸੋ ਇਹ ਸਮੱਸਿਆ ਜਿਹੜੀ ਆ ਜੀ, ਇਹ ਸਾਡੇ ਦੇਸ਼ ਦੀ ਅੱਜ ਵੀ ਇੱਕ ਢਾਂਚਾਗਤ ਸਮੱਸਿਆ ਹੈਗੀ ਆ। ਇਹਦਾ ਇਲਾਜ ਅੱਜ ਵੀ ਨਹੀਂ ਕਰ ਸਕੇ। ਅੱਜ ਵੀ ਉਹ ਅਮੀਰੀ ਤੇ ਗਰੀਬੀ ਦਾ ਫਾਸਲਾ ਜਿਹੜਾ ਜੀ ਉਹ ਖੇਤੀਬਾੜੀ ਦੇ ਵਿੱਚ ਸਾਫ਼ ਝਲਕਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਤਕਨੀਕੀ ਸਮੱਸਿਆਵਾਂ ਦੀ। ਸਿੰਚਾਈ ਦੀਆਂ ਘੱਟ ਸਹੂਲਤਾਂ। ਦੇਖੋ, ਸਿੰਚਾਈ ਦੀਆਂ ਸਹੂਲਤਾਂ ਦੀ ਜੇ ਅਸੀਂ ਗੱਲ ਕਰੀਏ ਨਾ, ਤਾਂ ਇੱਕ ਗੱਲ ਸਾਨੂੰ ਸਪਸ਼ਟ ਪਤਾ ਲੱਗ ਰਹੀ ਹੈ ਕਿ ਜੀ ਭਾਰਤ ਦੇ ਵਿੱਚ ਸਿੰਚਾਈ ਦੀਆਂ ਸਹੂਲਤਾਂ ਘੱਟ ਹੋਣ ਦਾ ਜਿਹੜਾ ਸਭ ਤੋਂ ਮੇਨ ਕਾਰਨ ਆ, ਮੁੱਢਲੇ ਤੌਰ ਤੇ ਕਾਰਨ ਆ, ਤਾਂ ਉਹਦੇ 'ਚ ਇੱਕ ਚੀਜ਼ ਜਿਹੜੀ ਹੈ ਜੀ ਉਹ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਜੀ ਭਾਰਤ ਦੇ ਵਿੱਚ ਸਿੰਚਾਈ ਨੂੰ ਅੰਗਰੇਜ਼ਾਂ ਨੇ ਵੀ ਕਦੀ ਤਰਜੀਹ ਨਹੀਂ ਦਿੱਤੀ, ਤੇ ਉਸ ਤੋਂ ਬਾਅਦ ਆਜ਼ਾਦ ਭਾਰਤ ਦੀਆਂ ਸਰਕਾਰਾਂ ਦੇ ਵੇਲੇ ਵੀ ਸਿੰਚਾਈ ਦੇ ਸਾਧਨ ਜਿਹੜੇ ਆ ਉਹ ਅਖੀਰ ਤੱਕ ਨਹੀਂ ਪਹੁੰਚ ਸਕੇ। ਮੈਂ ਇੱਕ ਉਦਾਹਰਨ ਦੇਣਾ ਚਾਹੁੰਦਾ। ਕਹਿੰਦੇ ਆ ਜੀ ਅੰਗਰੇਜ਼ਾਂ ਨੇ ਵੀ ਸਿੰਚਾਈ ਦੇ ਸਾਧਨ ਉੱਥੇ ਲਾਏ ਜਿੱਥੇ ਉਹਨਾਂ ਨੂੰ ਫਾਇਦਾ ਦਿਸਿਆ। ਜਦੋਂ ਤੱਕ ਅੰਗਰੇਜ਼ 1850 'ਚ ਜਦੋਂ ਪੂਰੇ ਇੰਡੀਆ ਤੇ ਕਬਜ਼ਾ ਕਰ ਲੈਂਦੇ ਆ, ਤੇ ਉਸ ਤੋਂ ਬਾਅਦ 1900 ਤੱਕ ਅੰਗਰੇਜ਼ਾਂ ਨੂੰ ਇੱਕ ਗੱਲ ਪਤਾ ਲੱਗੀ ਕਿ ਇਸ ਦੇਸ਼ 'ਚ 3-4 ਜਗ੍ਹਾ ਤੇ ਅਕਾਲ ਪੈ ਗਏ। ਉਹਨਾਂ ਅਕਾਲਾਂ ਦੇ ਵਿੱਚ ਇੰਨੇ ਲੋਕਾਂ ਦੀ ਮੌਤ ਹੋ ਗਈ, ਤੇ ਉਹਨਾਂ ਨੂੰ ਡਰ ਸੀ ਕਿ ਇਸ ਤੋਂ ਅਗਲਾ ਅਕਾਲ ਜਿਹੜਾ ਹੈ ਉਹ ਸਾਡੇ ਖਿਲਾਫ ਬਗਾਵਤ ਲੈ ਕੇ ਆ ਸਕਦਾ ਹੈ। ਤਾਂ ਉਹਨਾਂ ਨੇ ਉਸ ਬਗਾਵਤ ਤੋਂ ਬਚਣ ਵਾਸਤੇ ਭਾਰਤ ਦੇ ਇੱਕ ਹਿੱਸੇ ਦੇ ਵਿੱਚ ਖੇਤੀਬਾੜੀ ਦੇ ਸਿੰਚਾਈ ਦੇ ਸਾਧਨ ਜਿਹੜੇ ਆ ਜੀ ਉਹਨਾਂ ਨੂੰ ਵਧਾਉਣ ਦਾ ਮਨ ਬਣਾਇਆ। ਇਸ ਕਰਕੇ ਪੰਜਾਬ, ਹਰਿਆਣਾ ਤੇ ਯੂਪੀ ਦਾ ਪੱਛਮੀ ਹਿੱਸਾ, ਪੰਜਾਬ, ਹਰਿਆਣਾ ਐਂਡ ਵੈਸਟਰਨ ਯੂਪੀ ਚੁਣੇ ਗਏ। ਉੱਥੇ ਨਹਿਰਾਂ ਦਾ ਵਿਕਾਸ ਕਰਵਾਇਆ ਗਿਆ, ਤੇ ਪਾਕਿਸਤਾਨ ਦਾ ਕੁਝ ਇਲਾਕਾ, ਉੱਥੇ ਨਹਿਰਾਂ ਦਾ ਵਿਕਾਸ ਕਰਾਇਆ ਗਿਆ। ਐਂਡ ਉਹਨਾਂ ਇਲਾਕਿਆਂ ਨੂੰ ਛੱਡ ਕੇ ਬਾਕੀ ਪੂਰਾ ਦੇਸ਼ ਜਿਹੜਾ ਜੀ ਉਹ ਖੇਤੀ ਵਾਸਤੇ ਮੌਨਸੂਨ ਤੇ ਨਿਰਭਰ ਕਰਦਾ ਸੀ। ਸੋ ਕਹਿਣ ਦਾ ਮਤਲਬ ਇਹ ਆ ਕਿ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਵੀ ਜੇ ਅਸੀਂ ਗੱਲ ਕਰੀਏ, ਤੇ ਅੰਗਰੇਜ਼ਾਂ ਵੇਲੇ ਦਾ ਸਾਰਾ ਕੰਮ, ਤੇ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਭਾਰਤ 'ਚ 5 ਵਰਸ਼ੀ ਯੋਜਨਾਵਾਂ ਚੱਲੀਆਂ। ਉਹਨਾਂ ਯੋਜਨਾਵਾਂ ਦੇ ਅੰਦਰ ਦਾ ਕੰਮ ਵੀ ਜੇ ਦੇਖ ਲਈਏ, ਤਾਂ ਅੱਜ ਵੀ ਸਾਡੇ ਦੇਸ਼ ਦੀ ਕੁੱਲ ਜ਼ਮੀਨ ਦਾ ਸਿਰਫ 34% ਹੀ ਇਰੀਗੇਸ਼ਨ ਯਾਨੀ ਕਿ ਸਿੰਚਾਈ ਦੇ ਅੰਡਰ ਆ ਸਕਿਆ ਹੈ। ਮਤਲਬ ਖੂਹਾਂ ਦੇ ਅੰਡਰ ਆ ਸਕਿਆ ਹੈ, ਨਹਿਰਾਂ ਦੇ ਅੰਡਰ ਆ ਸਕਿਆ ਹੈ। ਸਾਡੇ ਦੇਸ਼ 'ਚ ਇੰਨੀਆਂ ਨਦੀਆਂ ਹੈ, ਪਰ ਅਸੀਂ ਉਹਨਾਂ ਨਦੀਆਂ ਦੇ ਵਿੱਚੋਂ ਪਾਣੀ ਨੂੰ ਕੱਢ ਕੇ ਨਹਿਰਾਂ ਦੇ ਥਰੂ ਆਪਣੇ ਖੇਤਾਂ ਤੱਕ ਨਹੀਂ ਪਹੁੰਚਾ ਸਕੇ। ਮਤਲਬ ਕਿ ਇਹ ਸਾਡੇ ਦੇਸ਼ ਦੀ ਇੱਕ ਤਕਨੀਕੀ ਸਮੱਸਿਆ ਹੀ ਕਹੀ ਜਾ ਸਕਦੀ ਹੈ। ਦੂਜੀ ਗੱਲ, ਪੁਰਾਣੇ ਖੇਤੀ ਔਜ਼ਾਰ। ਮਤਲਬ ਪੁਰਾਣੇ ਪਰੰਪਰਾਗਤ ਤਰੀਕਿਆਂ ਦੇ ਨਾਲ ਖੇਤੀ ਨੂੰ ਕਰਨਾ ਵੀ ਇੱਕ ਬਹੁਤ ਵੱਡਾ ਨੁਕਸਾਨ ਸੀ। ਕੰਪੀਟੀਸ਼ਨ ਦੇ ਦੌਰ 'ਚ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਅਮੀਰ ਕਿਸਾਨ ਜਿਹੜਾ ਜੀ ਉਹ ਆਪਣੀ ਜ਼ਮੀਨ ਵਾਹੀ ਹੈ ਜਿਹੜੀ ਉਹ ਸਾਧਨਾ ਕਰ ਰਿਹਾ, ਤੇ ਦੂਜਾ ਪਿੱਛੇ ਰਹਿ ਗਿਆ, ਤਾਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਸੀਗਾ। ਠੀਕ ਆ। ਤੇ ਖੇਤੀ ਉਗਾਉਣ ਦੇ ਵੀ ਪੁਰਾਣੇ ਤਰੀਕੇ, ਜਿਹਨਾਂ ਨਾਲ ਕਿ ਉਨੀ ਤਰੱਕੀ ਸਾਨੂੰ ਨਹੀਂ ਮਿਲਦੀ। ਤੇ ਉਸ ਤੋਂ ਬਾਅਦ ਹਾਈ ਈਲਡ ਵੈਰਾਈਟੀਜ਼, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉੱਨਤ ਬੀਜਾਂ ਦੀ ਕਮੀ। ਹੁਣ 1900 ਕਿੰਨਾ ਚਿਰ ਹੋ ਗਿਆ ਭਾਰਤ 'ਚ ਹਰੀ ਕ੍ਰਾਂਤੀ ਨੂੰ ਆਏ ਨੂੰ। ਹਰੀ ਕ੍ਰਾਂਤੀ ਇੱਕ ਇਹੋ ਜਿਹਾ ਸ਼ਬਦ ਹੈ, ਗ੍ਰੀਨ ਰੈਵੋਲੂਸ਼ਨ, ਜਿਹਦੇ ਬਾਰੇ ਮੈਂ ਅੱਗੇ ਦੱਸੂਗਾ ਜਾ ਕੇ। ਪਰ ਅੱਜ ਵੀ ਸਾਡੇ ਦੇਸ਼ ਦੇ ਸਾਰੇ ਦੇਸ਼ 'ਚ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਸਾਡੇ ਸਾਰੇ ਦੇਸ਼ 'ਚ ਜਿਹੜੀ ਹਾਈ ਕੁਆਲਿਟੀ ਦੇ ਬੀਜ ਆ ਜਿਹੜੇ ਮਿਲਦੇ ਹੋਣਗੇ। ਕਿਸਾਨਾਂ ਨੂੰ ਅੱਜ ਵੀ ਆਪਣੀ ਪੁਰਾਣੀ ਜਿਹੜੀ ਫਸਲ ਆ ਉਹਦੇ ਬੀਜ, ਚਾਹੇ ਉਹ ਚੰਗੇ ਨੇ ਚਾਹੇ ਮਾੜੇ ਨੇ, ਉਹਨਾਂ ਦੇ ਆਧਾਰ ਤੇ ਹੀ ਆਪਣੀ ਅਗਲੀ ਖੇਤੀ ਜਿਹੜੀ ਆ ਜੀ ਉਹ ਕਰਨੀ ਪੈਂਦੀ ਹੈ। ਤਾਂ ਕੁੱਲ ਮਿਲਾ ਕੇ ਜੇ ਤਕਨੀਕੀ ਕਾਰਨਾਂ ਦੀ ਘਾਟ ਦੇਖੀਏ ਤਾਂ ਉਹਦਾ ਸਾਫ਼ ਝਲਕਦੀ ਹੈ। ਅਗਲੀ ਗੱਲ, ਖਾਦਾਂ ਦੀ ਘਾਟ। ਦੇਖੋ, ਇੱਕ ਗੱਲ ਤਾਂ ਕਲੀਅਰ ਹੈ, ਖਾਦ ਹੁੰਦੀ ਕੀ ਹੈ? ਸਾਡੀ ਜਿਹੜੀਆਂ ਫਸਲਾਂ ਨੂੰ ਚੱਲਣ ਵਾਸਤੇ ਤੱਤ ਚਾਹੀਦੇ ਹੁੰਦੇ ਆ। ਤੱਤਾਂ ਨੂੰ ਇੰਗਲਿਸ਼ 'ਚ ਕਹਿੰਦੇ ਆ ਨਿਊਟਰੀਐਂਟਸ।
ਤੇ ਦੋ ਪ੍ਰਕਾਰ ਦੇ ਤੱਤ ਹੁੰਦੇ ਆ, ਇੱਕ ਜਿਹੜੇ ਬਹੁਤਾਤ ਚ ਚਾਹੀਦੇ ਆ, ਇੱਕ ਜਿਹੜੇ ਘੱਟ ਚਾਹੀਦੇ ਆ। ਜਿਹੜੇ ਬਹੁਤਾਤ ਚ ਚਾਹੀਦੇ ਹੁੰਦੇ ਉਹਨਾਂ ਨੂੰ ਕਹਿੰਦੇ ਆ ਮੈਕਰੋ ਨਿਊਟ੍ਰੀਐਂਟਸ, ਤੇ ਜਿਹੜੇ ਘੱਟ ਚਾਹੀਦੇ ਉਹਨਾਂ ਨੂੰ ਕਹਿੰਦੇ ਆ ਮਾਈਕਰੋ। ਤੁਸੀਂ ਸੁਣਿਆ ਹੋਣਾ ਕਿ ਅਸੀਂ ਖੇਤਾਂ 'ਚ ਜਿਪਸਮ ਪਾ ਦਿੰਨੇ ਆ, ਫਲਾਣੀ ਦਵਾਈ ਕੈਲਸ਼ੀਅਮ ਪਾ ਦਿੰਨੇ ਆ, ਅਸੀਂ ਖੇਤਾਂ ਦੇ ਵਿੱਚ ਪੋਟਾਸ਼ ਪਾਤੀ, ਅਸੀਂ ਖੇਤਾਂ ਦੇ ਵਿੱਚ ਯੂਰੀਆ ਪਾਤਾ। ਇਹਨਾਂ ਚੋਂ ਕਈ ਤੱਤ ਤਾਂ ਜਿਹੜੇ ਆ ਜੀ ਬਹੁਤਾਤ ਚ ਚਾਹੀਦੇ ਆ ਤੇ ਕਈ ਥੋੜੇ ਚਾਹੀਦੇ ਆ। ਜ਼ਿੰਕ ਪਾ ਦਿੰਨੇ ਆ ਆਪਾਂ ਖੇਤਾਂ ਦੇ ਵਿੱਚ। ਅਸਲ 'ਚ ਬਹੁਤਾਤ 'ਚ ਕਿਹੜੇ ਕਿਹੜੇ ਤੱਤ ਚਾਹੀਦੇ ਆ? ਤਿੰਨ ਤੱਤ ਨੇ ਜਿਹੜੇ ਬਹੁਤਾਤ 'ਚ ਚਾਹੀਦੇ ਹੀ ਚਾਹੀਦੇ ਆ। ਉਹਨਾਂ 'ਚੋਂ ਇੱਕ ਆ ਨਾਈਟ੍ਰੋਜਨ, ਇੱਕ ਆ ਫਾਸਫੋਰਸ ਤੇ ਇੱਕ ਆ ਪੋਟਾਸ਼। ਇਹ ਤਿੰਨੇ ਤੁਸੀਂ ਸੁਣਿਆ ਹੋਣਾ। ਨਾਈਟ੍ਰੋਜਨ ਮਿਲਦੀ ਆ ਯੂਰੀਏ ਚੋਂ, ਸੁਣਿਆ ਹੋਣਾ ਯੂਰੀਏ ਦੇ ਗੱਟੇ ਆਉਂਦੇ ਆ। ਪੋਟਾਸ਼ ਮਿਲਦੀ ਆ, ਪੋਟਾਸ਼ ਕੱਲੀ ਪਾਈ ਦੀ ਆ ਸਿੱਧੀ। ਤੇ ਫਾਸਫੋਰਸ ਦੇ ਗੱਟੇ ਆਉਂਦੇ, ਉਹਨਾਂ ਨੂੰ ਕਹਿੰਦੇ ਡੀਏਪੀ ਦੇ ਗੱਟੇ। ਤਾਂ ਕੁੱਲ ਮਿਲਾ ਕੇ ਅਸੀਂ ਡੀਏਪੀ, ਪੋਟਾਸ਼ ਤੇ ਯੂਰੀਆ ਇਹ ਮੇਜਰ ਤੱਤ ਨੇ ਜਿਹੜੇ ਚਾਹੀਦੇ ਆ। ਹੁਣ ਜੇ ਖਾਦ ਹੀ ਨਹੀਂ ਮਿਲੂਗੀ, ਡੀਏਪੀ ਨਹੀਂ ਮਿਲੂਗੀ, ਯੂਰੀਆ ਨਹੀਂ ਮਿਲੂਗਾ, ਪੋਟਾਸ਼ ਨਹੀਂ ਮਿਲੂਗੀ, ਤਾਂ ਸਾਡੀ ਜਿਹੜੀ ਖੇਤੀ ਆ ਉਹ ਕਿਵੇਂ ਹੋ ਸਕਦੀ ਆ? ਤਾਂ ਸਾਡੇ ਦੇਸ਼ ਦਾ ਬਹੁਤ ਵੱਡਾ ਹਿੱਸਾ ਜਿਹੜਾ ਜੀ ਉਹ ਰਸਾਇਣਿਕ ਖਾਦਾਂ ਮਹਿੰਗੀਆਂ ਹੋਣ ਕਰਕੇ ਵੀ ਨੁਕਸਾਨ ਚੱਲ ਰਿਹਾ ਹੈ। ਉਸ ਤੋਂ ਅਗਲੀ ਚੀਜ਼ ਆ ਗਈ ਦੋਸ਼ਪੂਰਨ ਖੇਤੀ ਵਿਕਰੀ ਪ੍ਰਥਾ। ਹੁਣ ਤੁਸੀਂ ਇੱਕ ਗੱਲ ਦੇਖੋ, ਭਾਰਤ 'ਚ ਦੋ ਪੱਧਰ ਤੇ ਸਰਕਾਰਾਂ ਚੱਲਦੀਆਂ, ਇੱਕ ਕੇਂਦਰ ਦੇ ਪੱਧਰ ਤੇ ਸਰਕਾਰ ਚੱਲਦੀ ਹੈ ਤੇ ਇੱਕ ਚੱਲਦੀ ਹੈ ਸੂਬਾ ਪੱਧਰ ਤੇ ਸਰਕਾਰ। ਦੇਖੋ ਇੱਕ ਗੱਲ ਤਾਂ ਕਲੀਅਰ ਆ, ਖੇਤੀਬਾੜੀ ਜਿਹੜਾ ਵਿਸ਼ਾ ਹੈ ਉਸ ਕੇਂਦਰ ਦਾ ਨੀਗਾ। ਮਤਲਬ ਖੇਤੀਬਾੜੀ ਨੂੰ ਲੈ ਕੇ ਕੇਂਦਰ ਦੇ ਕਾਨੂੰਨ ਬਣਾਉਣ ਦੀ ਕੋਈ ਸ਼ਕਤੀ ਨਹੀਂ ਹੈਗੀ। ਖੇਤੀਬਾੜੀ ਨੂੰ ਲੈ ਕੇ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਜਿਹੜੀਆਂ ਨੇ ਸੂਬਾ ਸਰਕਾਰਾਂ ਕੋਲ ਆ। ਤੇ ਸੂਬਾ ਸਰਕਾਰਾਂ ਦੇ ਮਾੜੇ ਹਾਲਾਤ ਨੇ ਕਿ ਉਹਨਾਂ ਨੇ ਆਪੋ ਆਪਣੇ ਸ਼ਹਿਰਾਂ ਦੇ, ਆਪੋ ਆਪਣੀਆਂ ਸੂਬਿਆਂ ਦੇ ਵਿੱਚ ਜਿਹੜੀਆਂ ਮੰਡੀਆਂ ਬਣਾਈਆਂ ਹੁੰਦੀਆਂ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਆ APMCs। ਅੰਗਰੇਜ਼ੀ ਲਿਖ ਲਿਓ, ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਕਮੇਟੀਜ਼। ਮੈਂ ਇਦਾਂ ਦੇਖਦਾ ਜੀ ਕਿ APMCs ਨੂੰ ਪੰਜਾਬੀ 'ਚ ਕੀ ਕਹਿੰਦੇ ਆ, ਮੈਨੂੰ 2 ਮਿੰਟ ਦਿਓ। ਦੇਖੋ ਜੀ, ਮਾਰਕੀਟ ਕਮੇਟੀਆਂ ਜਿਹੜੀਆਂ ਜੀ, ਵੈਸੇ APMCs ਨੂੰ ਪੰਜਾਬ ਦੇ ਵਿੱਚ ਮੈਂ ਜਿੰਨਾ ਸੁਣਿਆ ਹੋਇਆ ਜੀ ਮਾਰਕੀਟ ਕਮੇਟੀਆਂ ਹੀ ਕਹਿੰਦੇ ਆ, ਹੋਰ ਤਾਂ ਮੈਂ ਸੁਣਿਆ ਨਹੀਂ ਬਾਹਲਾ। ਖੇਤੀਬਾੜੀ ਮਾਰਕੀਟ ਕਮੇਟੀਆਂ, ਤਾਂ ਇਹਨਾਂ ਦਾ ਢਾਂਚਾ ਵੀ ਬਹੁਤ ਮਾੜਾ ਜੀ। APMCs ਸਾਡੇ ਦੇਸ਼ ਦੇ ਵਿੱਚ, ਯਾਨੀ ਕਿ ਮਾਰਕੀਟ ਕਮੇਟੀਆਂ ਸਾਡੇ ਦੇਸ਼ ਦੇ ਵਿੱਚ ਸਰਕਾਰੀ ਕੰਟਰੋਲ 'ਚ ਬਹੁਤ ਨੇ। ਸਰਕਾਰਾਂ ਦੀ ਇੰਟਰਫੇਰੈਂਸ ਬਹੁਤ ਆ, ਠੀਕ ਆ। ਕਮੇਟੀਆਂ ਦੇ ਪ੍ਰਧਾਨ ਹੋ ਗਏ, ਚੇਅਰਮੈਨ ਹੋ ਗਏ, ਇਹ ਸਾਰੇ ਉਹ ਬੰਦੇ ਲਾਏ ਜਾਂਦੇ ਆ ਜਿਹੜੇ ਸਰਕਾਰਾਂ ਦੇ ਨੇੜੇ ਆ। ਇਹ ਵੀ ਇੱਕ ਦੋਸ਼ਪੂਰਨ ਤਰੀਕਾ ਹੈ। ਸੋ ਇਹ ਤੇ ਦੂਜੀ ਗੱਲ ਇਹ, ਚਲੋ ਪੰਜਾਬ ਨੂੰ ਛੱਡੋ, ਪੰਜਾਬ ਤੋਂ ਬਾਹਰ ਆ ਜਾਓ। APMCs ਦਾ ਇੰਨਾ ਬੁਰਾ ਹਾਲ ਆ ਕਿ ਤੁਹਾਨੂੰ ਪਤਾ ਪੂਰੇ ਦੇਸ਼ ਦੇ ਸਿਰਫ 4% ਲੋਕ ਹੀ ਨੇ ਜਿਹੜੇ ਆਪਣੀ ਖੇਤੀ ਦੀ ਜਿਹੜੀ ਪੈਦਾਵਾਰ ਆ, ਜੋ ਉਹਨਾਂ ਨੇ ਪੈਦਾ ਕੀਤਾ ਖੇਤੀ ਚੋਂ, ਉਹਨੂੰ ਮੰਡੀਆਂ ਤੱਕ ਲੈ ਕੇ ਜਾ ਸਕਦੇ ਆ। 96% ਲੋਕ ਤਾਂ ਮੰਡੀਆਂ ਤੱਕ ਲੈ ਕੇ ਹੀ ਨਹੀਂ ਜਾ ਸਕਦੇ। ਆਪਾਂ ਕਹਿੰਦੇ ਆ ਨਾ ਕਿ ਸਾਨੂੰ MSP ਨਹੀਂ ਮਿਲ ਰਿਹਾ, ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ। ਉਹ ਚਲੋ ਨਹੀਂ ਵੀ ਮਿਲ ਰਿਹਾ, ਪੂਰਾ ਨਹੀਂ ਮਿਲ ਰਿਹਾ, ਮਿਲ ਤਾਂ ਰਿਹਾ ਏ, ਅਸੀਂ ਸਿਰਫ 4% ਚਾਹੁੰਦੇ ਆ। ਤਾਂ ਇਹ ਆਪਣੇ ਲਈ ਬਹੁਤ ਵੱਡੀ ਗੱਲ ਆ। ਅਗਲੀ ਗੱਲ ਆ ਟਿੱਡੀ ਦਲ ਦੇ ਹਮਲੇ। ਇਹ ਜੋ ਦੱਸਣ ਦੀ ਲੋੜ ਹੀ ਨਹੀਂ ਕਿ ਖੇਤਾਂ ਨੂੰ ਜੋ ਨੁਕਸਾਨ ਜਿਹੜਾ ਹੈ ਜੀ ਉਹ ਪੈਸਟ ਵਗੈਰਾ ਕਰਦੇ ਆ, ਠੀਕ ਆ। ਉਹਨਾਂ ਨੂੰ ਮਾਰਨ ਵਾਸਤੇ ਅਸੀਂ ਕੀੜੇ ਮਾਰ ਦਵਾਈਆਂ ਪਾ ਰਹੇ ਹਾਂ ਜੀ, ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਅਗਲੀ ਗੱਲ ਸਾਖ ਸੁਵਿਧਾ ਦੀ ਕਮੀ। ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਕਿ ਆਮ ਬੰਦੇ ਨੂੰ ਖੇਤੀਬਾੜੀ ਦੇ ਕੰਮ ਵਾਸਤੇ ਜਿਹੜੇ ਲੋਨਸ ਦੀ ਫੈਸਿਲਿਟੀ ਹੈ ਨਾ, ਉਹ ਬਿਲਕੁਲ ਵੀ ਹੈ ਨਹੀਂ। ਮੰਨਿਆ ਕਿ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ, ਉਹ ਕੋਸ਼ਿਸ਼ਾਂ ਅਗਲੇ ਪਾਰਟ 'ਚ ਆਉਣਗੀਆਂ, ਮੈਂ ਦੱਸੂਗਾ ਤੁਹਾਨੂੰ ਸਾਰਿਆਂ ਨੂੰ। ਪਰ ਫਿਰ ਵੀ ਸਰਕਾਰਾਂ ਜਿਹੜੀਆਂ ਨੇ ਉਹ ਬੇਵਸ ਨੇ ਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਕੋਲ ਫਸਣਾ ਪੈ ਰਿਹਾ ਹੈ। ਅਗਲੀ ਗੱਲ ਕਮਜ਼ੋਰ ਪਸ਼ੂ। ਕਮਜ਼ੋਰ ਪਸ਼ੂ ਦਾ ਬਹੁਤ ਵੱਡਾ ਰੋਲ ਆ ਜੀ। ਸੋ ਕਹਿਣ ਦਾ ਮਤਲਬ ਸਿਰਫ ਇੰਨਾ ਗਾ ਕਿ ਕਮਜ਼ੋਰ ਪਸ਼ੂ ਕਿਵੇਂ ਖੇਤੀਬਾੜੀ ਦਾ ਨੁਕਸਾਨ ਕਰ ਸਕਦੇ ਆ। ਇਹਦੇ ਕਈ ਤਰੀਕੇ ਹੋ ਸਕਦੇ ਆ ਕਿ ਦੇਖੋ, ਇੱਕ ਗੱਲ ਤਾਂ ਕਲੀਅਰ ਆ ਕਿ ਜਦੋਂ ਇੱਕ ਬੰਦੇ ਨੂੰ ਨਾਲ ਡੈਰੀ ਮਿਲ ਗਈ, ਡੈਰੀ ਖੋਲਣ 'ਚ ਸਰਕਾਰ ਨੇ ਮਦਦ ਕਰਤੀ, ਉਹ ਜੇ ਉਹਦੀ ਮੰਨ ਲਓ ਫਸਲ 1 ਸਾਲ ਘੱਟ ਵੀ ਹੋਈ ਵੀ ਨਹੀਂ, ਤੇ ਉਹ ਬੰਦਾ ਦਿਹਾੜੀ ਦਾ, ਮਹੀਨੇ ਦਾ 50,000 ਦਾ ਦੁੱਧ ਬਚਾ ਲਵੇ, ਮਤਲਬ 40,000 ਰੁਪਇਆ ਦੁੱਧ 'ਚੋਂ ਬਚਾ ਲੇ, ਉਹਨੂੰ ਕਦੀ ਸਾਲ ਦੇ ਵਿੱਚ ਮਹਿਸੂਸ ਹੀ ਨਹੀਂ ਹੋਣਾ, ਇਸ ਗੱਲ ਦਾ ਮਹਿਸੂਸ ਹੀ ਨਹੀਂ ਹੁੰਦਾ ਉਸ ਬੰਦੇ ਨੂੰ ਇੱਕ ਇਹ ਚੀਜ਼ ਕਿ ਉਸ ਬੰਦੇ ਦਾ ਕੋਈ ਨੁਕਸਾਨ ਹੋਇਆ ਹੈ। ਸੋ ਕਹਿਣ ਦਾ ਮਤਲਬ ਆ ਕਿ ਜੇ ਸਰਕਾਰਾਂ ਆਪਣੇ ਪਸ਼ੂਆਂ ਨੂੰ ਤਾਕਤਵਰ ਕਰਨ, ਉਹਨਾਂ ਨੂੰ ਇਸ ਤਰੀਕੇ ਨਾਲ ਕਰਨ ਕਿ ਮੰਨਿਆ ਕਿ ਉਹ ਖੇਤੀ 'ਚ ਕੋਈ ਸਿੱਧੇ ਤੌਰ ਤੇ ਨਹੀਂ, ਕਿਸਾਨਾਂ ਦਾ ਬੋਝ ਹੀ ਘਟਾ ਦੇਣ, ਤਾਂ ਕਿ ਸਰਕਾਰ ਜਿਹੜੀ ਕਿਸਾਨ ਆ ਜਿਹੜੇ ਉਹ ਖੇਤੀ ਦੇ ਪੂਰੇ ਤਰੀਕੇ ਨਾਲ ਨਿਰਭਰ ਨਾ ਰਹਿਣ। ਤੇ ਜਦੋਂ ਕਿਸਾਨ ਸੌਰੀ ਖੇਤੀ ਦੇ ਪੂਰੇ ਤਰੀਕੇ ਨਾਲ, ਸਾਰੇ ਤਰੀਕੇ ਨਾਲ ਨਿਰਭਰ ਨਹੀਂ ਰਹੂਗਾ ਤੇ ਸਰਕਾਰ ਉਹਦੇ ਚੋਂ, ਕਿਸਾਨ ਉਹਦੇ ਚੋਂ ਕੁਛ ਨਾ ਕੁਛ ਕੱਢ ਸਕਦਾ ਹੈ। ਖੈਰ, ਹੁਣ ਗੱਲ ਕਰਦੇ ਆ ਜੀ ਅਗਲੀ ਕਿ ਜੀ ਖੇਤੀ ਉਤਪਾਦਨ ਦੇ ਵਿਕਾਸ 'ਚ ਸਰਕਾਰ ਦਾ ਕੀ ਰੋਲ ਆ। ਹੁਣ ਸਰਕਾਰ ਨੇ ਕੀ ਕੁਛ ਕੀਤਾ ਵੀ ਹੈ ਕਿ ਸਰਕਾਰ ਸਿਰਫ ਗੱਲਾਂ ਦਾ ਕੜਾਈ ਬਣਾਉਂਦੀ ਰਹੀ ਹੈ ਜੀ। ਸੋ ਸਭ ਤੋਂ ਇੰਪੋਰਟੈਂਟ ਗੱਲ ਆ ਜੀ, ਸਰਕਾਰ ਦੇ ਕੀਤੇ ਕੰਮਾਂ 'ਚ ਸਭ ਤੋਂ ਪਹਿਲਾ ਕੰਮ ਆ ਜੀ ਭੂਮੀ ਸੁਧਾਰ, ਜਿਹਨੂੰ ਅਸੀਂ ਕਹਿੰਦੇ ਆ ਲੈਂਡ ਰਿਫਾਰਮਸ। ਹੁਣ ਸਭ ਤੋਂ ਪਹਿਲੀ ਗੱਲ, ਇਹ ਲੈਂਡ ਰਿਫਾਰਮਸ ਹੁੰਦੇ ਕੀ ਆ ਜੀ? ਇਹ ਬਹੁਤ ਇੰਪੋਰਟੈਂਟ ਗੱਲ ਆ ਜੀ, ਜਿਹਦੇ ਤਹਿਤ ਕੀ ਹੁੰਦਾ ਹੈ, ਇਹਨੂੰ ਧਿਆਨ ਨਾਲ ਸੁਣਿਓ। ਕਹਿੰਦੇ ਜੀ ਅਸਲ ਦੇ ਵਿੱਚ
ਇਹ ਸਟੋਰੀ 1950 ਦੀ ਆ। 1950 ਚ ਸਾਡੇ ਦੇਸ਼ 'ਚ ਜ਼ਮੀਨਦਾਰੀ ਪ੍ਰਥਾ ਆਪਣੇ ਪੀਕ ਤੇ ਸੀ, ਅੰਤਾਂ ਤੇ ਸੀ, ਕਿਉਂਕਿ ਉਦੋਂ ਅੰਗਰੇਜ਼ਾਂ ਤੋਂ ਤਾਜ਼ੇ ਅਸੀਂ ਆਜ਼ਾਦ ਹੋਏ ਸੀ। ਉਦੋਂ ਸਾਡੇ ਦੇਸ਼ ਦੀਆਂ ਬਹੁਤ ਥੋੜ੍ਹੀਆਂ ਜ਼ਮੀਨਾਂ ਬਹੁਤ ਜ਼ਿਆਦਾ ਲੋਕਾਂ ਕੋਲ ਸੀਗੀਆਂ। ਲੈਂਡ ਹੋਲਡਿੰਗ ਐਵੇਂ ਸੀ ਕਿ ਮਤਲਬ ਕਿ ਬਹੁਤ ਘੱਟ ਲੋਕ ਬਹੁਤ ਜ਼ਿਆਦਾ ਖੇਤੀਬਾੜੀ ਤੇ ਉਹ ਸੀਗੇ, ਕਾਬਜ਼ ਸੀਗੇ। ਹੁਣ ਉਹ ਚੀਜ਼ ਦਾ ਕੀ ਕੀਤਾ ਸੀਗਾ, ਉਹਨਾਂ ਟਾਈਮਾਂ ਦੇ ਵਿੱਚ ਇੱਕ ਵਿਨੋਬਾ ਭਾਵੇ ਨਾਮ ਦਾ ਗਾਂਧੀ ਜੀ ਦਾ ਚੇਲਾ ਸੀਗਾ। ਉਹ ਬੰਦੇ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ, ਭੂਦਾਨ ਮੂਵਮੈਂਟ, ਕਿ ਆਪਣੀ ਭੂਮੀ ਦਾਨ ਕਰ ਦਿਓ। ਖੈਰ ਬੜੇ ਲੋਕ ਉਹਦੇ ਪ੍ਰਭਾਵ ਚ ਆਏ ਤੇ ਉਹਨਾਂ ਨੇ ਆਪਣੀਆਂ ਭੂਮੀਆਂ ਦਾਨ ਵੀ ਕੀਤੀਆਂ। ਕਿਸੇ ਨੇ 2 ਕਿੱਲੇ, ਕਿਸੇ ਨੇ ਕਿੰਨੇ, ਕਿਸੇ ਨੇ ਕਿੰਨੇ। ਕਈ ਜਗ੍ਹਾ ਤੇ ਤਾਂ ਉਹਨੇ ਪਿੰਡ ਲੋਕਾਂ ਤੋਂ ਕਹਿ ਕੇ ਪੂਰੇ ਦਾ ਪੂਰਾ ਪਿੰਡ ਹੀ ਦਾਨ ਕਰਾਤਾ ਸੀ। ਗ੍ਰਾਮ ਦਾਨ ਮੂਵਮੈਂਟ। ਸੋ ਗ੍ਰਾਮ ਦਾਨ ਲਹਿਰ, ਭੂਮੀ ਦਾਨ ਲਹਿਰ, ਭੂਦਾਨ ਯੁੱਗ ਯੱਗ ਜਿਹੜਾ ਸੀ ਉਹ ਉਹਨੇ ਸ਼ੁਰੂ ਕਰਿਆ ਸੀਗਾ। ਪਰ ਉਸ ਤੋਂ ਬਾਅਦ ਵੀ ਉਦੋਂ ਹੀ ਨਾਲ ਸਹਿਕਾਰੀ ਖੇਤੀ ਦਾ ਵੀ ਪ੍ਰਬੰਧ ਹੋਇਆ, ਕੋਆਪਰੇਟਿਵ ਫਾਰਮਿੰਗ, ਕਿ ਆਪਾਂ ਸਾਰੇ ਕਿਸਾਨ ਮਿਲ ਕੇ ਖੇਤੀ ਕਰਾਂਗੇ। ਉਹਨਾਂ ਟਾਈਮਾਂ 'ਚ ਹੀ ਵੱਖਰੇ ਸੂਬਾ ਸਰਕਾਰਾਂ ਨੇ, ਡਿਫਰੈਂਟ ਸਟੇਟ ਗਵਰਨਮੈਂਟਸ ਹੈਡ ਪਾਸਡ ਲਾਜ਼, ਵੱਖਰੀਆਂ ਸੂਬਾ ਸਰਕਾਰਾਂ ਨੇ ਕਾਨੂੰਨ ਪਾਸ ਕੀਤੇ, ਸੋ ਦੈਟ ਕਿ ਲੋਕਾਂ ਦੇ ਵਿੱਚ ਨਾ ਜਿਹੜੀ ਜ਼ਮੀਨਾਂ ਦੀ ਲੈ ਕੇ ਜਿਹੜੀ ਉਹ ਨੇ ਮਲਕੀਅਤ ਆ, ਉਹਦੇ ਕਾਨੂੰਨ ਉਹਨੂੰ ਲੈ ਕੇ, ਮਤਲਬ ਮਲਕੀਅਤ ਦਾ ਮਤਲਬ ਇਹ ਸੀਗਾ, ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਕਿ ਇਹਦਾ ਬੇਸਿਕ ਮਤਲਬ ਕੀ ਸੀਗਾ। ਆ ਦੇਖੋ, ਇੱਕ ਤਾਂ ਜ਼ਮੀਂਦਾਰੀ ਪ੍ਰਥਾ ਨੂੰ ਖਤਮ ਕੀਤਾ ਗਿਆ, ਬਿਲਕੁਲ ਇਵੇਂ ਦੇ ਕਾਨੂੰਨ ਬਣਾਏ ਗਏ ਤਾਂ ਕਿ ਜਿਹੜੇ ਕਿਸਾਨ ਨੇ ਨਾ, ਹੁਣ ਇੱਕ ਪਿੰਡ ਦੇ ਵਿੱਚ ਇੱਕ ਜ਼ਮੀਨਦਾਰ ਆ, ਉਹਦੀ ਜ਼ਮੀਨ 'ਚ 10 ਕਿਸਾਨ ਕੰਮ ਕਰਦੇ ਆ। ਖੇਤੀ ਹੈ ਜ਼ਮੀਨ ਤਾਂ ਜ਼ਮੀਨਦਾਰ ਦੇ ਨਾਂ ਤੇ ਬੋਲਦੀ ਆ, ਪਰ ਸਰਕਾਰ ਨੇ ਕਿਹਾ ਕਿ 17 ਕਿੱਲੇ ਤੋਂ ਵੱਧ ਕੇ ਭਰਾਵਾ ਤੂੰ ਰੱਖ ਨਹੀਂ ਸਕਦਾ। ਕੰਸੋਲੀਡੇਸ਼ਨ ਆਫ ਹੋਲਡਿੰਗ, ਮਤਲਬ ਕਿ ਜਿਹੜੀ ਜ਼ਮੀਨਾਂ ਦਾ ਏਕਾਧਿਕਾਰ ਲੋਕਾਂ ਨੇ ਕਰਕੇ ਰੱਖਿਆ ਹੋਇਆ ਹੈ, ਉਹ ਆਲਮੋਸਟ ਖਤਮ ਕਰ ਦਿੱਤਾ ਗਿਆ। ਜ਼ਮੀਨ ਜਿਹੜੀ ਸੀ ਲੋਕਾਂ 'ਚ ਵੰਡ ਦਿੱਤੀ ਗਈ। ਪਰ ਤੁਹਾਨੂੰ ਲੱਗਦਾ ਕਿ ਨਹੀਂ, ਜਿਨ੍ਹਾਂ ਲੋਕਾਂ ਕੋਲ ਪੁਰਾਣੇ ਟਾਈਮ 'ਚ ਜਿਹੜੀਆਂ ਜ਼ਮੀਨਾਂ ਸੀ ਉਹ ਅੱਜ ਵੀ ਤਾਂ ਉਨੀਆਂ ਹੀ ਆ। ਲੋਕ ਵੀ ਬੜੇ ਚਲਾਕ ਸੀ। ਲੋਕਾਂ ਨੇ ਕੀ ਕੀਤਾ ਜੀ, ਇੱਕ ਹਸਬੈਂਡ ਤੇ ਵਾਈਫ ਸੀ, ਉਹਨਾਂ ਨੇ ਤਲਾਕ ਲਿਆ, ਅੱਧੀ ਜ਼ਮੀਨ ਉਹਨੇ ਆਪਣੇ ਨਾਲ ਵਾਲੀ, ਅੱਧੀ ਉਹਦੇ ਨਾਲ ਵਾਤੀ, ਫਿਰ ਬੱਚੇ ਜ਼ਮੀਨਾਂ ਖੰਡਵਾਤੀਆਂ ਤਾਂ ਕਿ ਉਹਨਾਂ ਦੀ ਜ਼ਮੀਨ ਤੇ ਸਰਕਾਰ ਦੀ ਨਿਗਾਹ ਨਾ ਪਵੇ। ਹੁਣ ਤੁਸੀਂ ਹਿਸਾਬ ਲਾ ਕੇ ਦੇਖੋ ਕਿ ਇੱਕ ਪਾਸੇ ਤਾਂ ਸਰਕਾਰ ਨੇ ਕਾਨੂੰਨ ਬਣਾਤੇ ਕਿ ਜੀ ਕੋਈ ਬੰਦਾ ਜ਼ਮੀਨ ਜਿਹੜੀ ਆ ਜੀ ਉਹ ਨਹੀਂ ਕਰਾ ਸਕਦਾ, ਨਾਲ ਦੀ ਨਾਲ ਲੋਕਾਂ ਨੇ ਤਲਾਕ ਲੈ ਕੇ ਤੇ ਆਪਣੀਆਂ ਜ਼ਮੀਨਾਂ ਵੰਡਣੀਆਂ ਸ਼ੁਰੂ ਕਰਤੀਆਂ ਤਾਂ ਕਿ ਇਸ ਚੀਜ਼ ਤੋਂ ਬਚਿਆ ਜਾ ਸਕੇ। ਸੋ ਕਹਿਣ ਦਾ ਮਤਲਬ ਆ ਇਹ ਉਹੀ ਸਮਾਂ ਸੀ, ਪਰ ਫਿਰ ਵੀ ਸਰਕਾਰ ਦੀ ਕੋਸ਼ਿਸ਼ ਤਾਂ ਸੀਗੀ। ਅਸੀਂ ਤਾਂ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਗੱਲ ਕਰ ਰਹੇ ਹਾਂ। ਅਗਲੀ ਗੱਲ, ਫਸਲ ਅਧੀਨ ਖੇਤਰ 'ਚ ਵਾਧਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਰਕਾਰ ਨੇ ਫਸਲਾਂ ਦੇ ਅਧੀਨ ਆਉਣ ਵਾਲਾ ਜਿਹੜਾ ਏਰੀਆ ਸੀਗਾ ਉਹਨੂੰ ਬਹੁਤ ਵਧਾਇਆ। ਪਹਿਲਾਂ ਬਹੁਤ ਥੋੜਾ ਹਿੱਸਾ, ਤੁਸੀਂ ਯਕੀਨ ਨਹੀਂ ਕਰੋਗੇ, ਪੰਜਾਬ ਦਾ ਸਟੇਟਸ ਆ ਇਸ ਟਾਈਮ 190% ਏਰੀਏ ਤੇ ਖੇਤੀ ਹੁੰਦੀ ਆ। ਤੁਸੀਂ ਕਹੋਗੇ 100% ਤਾਂ ਏਰੀਆ ਹੁੰਦਾ ਹੈ, 100% ਤਾਂ ਹੁੰਦਾ ਜੇ ਸਾਲ 'ਚ ਇੱਕ ਵਾਰ ਖੇਤੀ ਹੁੰਦੀ। 190% ਦਾ ਮਤਲਬ ਆ ਸਾਲ 'ਚ 2 ਵਾਰ ਦੇ ਬਰਾਬਰ ਖੇਤੀ ਹੋ ਰਹੀ ਆ। ਤਾਂ ਕਿੰਨੇ ਵਧੀਆ ਤਰੀਕੇ ਨਾਲ ਭਾਰਤ ਦਾ ਜਿਹੜਾ ਏਰੀਆ, ਉਹ ਖੇਤਰਫਲ ਜਿਹੜਾ ਜੀ ਉਹ ਇਹਦੇ ਕਲਟੀਵੇਸ਼ਨ ਦੇ ਅੰਡਰ ਆ ਗਿਆ। ਉਸ ਤੋਂ ਬਾਅਦ ਸਿੰਚਾਈ ਦਾ ਵਿਸਥਾਰ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਹੋਈ ਬਹੁਤ ਆ। ਭਾਰਤ ਦੇ ਵਿੱਚ ਪਹਿਲਾਂ ਜਦੋਂ 1950 'ਚ ਦੇਸ਼ ਆਜ਼ਾਦ ਹੋਇਆ ਨਾ, ਤਾਂ 1950 ਤੋਂ ਬਾਅਦ ਨਹਿਰੂ ਨੇ ਪਹਿਲੇ 5 ਸਾਲਾਂ 'ਚ ਜਿਹੜੀ ਪਹਿਲੀ 5 ਵਰਸ਼ੀ ਯੋਜਨਾ ਚਲਾਈ ਸੀ, 5 ਵਰੀ ਯੋਜਨਾ ਚਲਾਈ ਸੀ, ਉਹਦੇ 'ਚ ਭਾਖੜਾ ਡੈਮ, ਠੀਕ ਆ, ਹੀਰਾਕੁੰਡ ਡੈਮ ਤੇ ਹੋਰ ਪਤਾ ਨਹੀਂ ਕਿੰਨੇ ਪ੍ਰੋਜੈਕਟ ਉਦੋਂ ਲਵਾਏ ਸੀਗੇ। ਤੇ ਕਿੰਨੇ ਜਗ੍ਹਾ ਤੇ ਭਾਰਤ 'ਚ ਇਸ ਟਾਈਮ ਜਿਹੜੇ ਪ੍ਰੋਜੈਕਟ ਚੱਲ ਰਹੇ ਆ, ਡੈਮਾਂ ਬਣੀਆਂ ਹੋਈਆਂ, ਜਿਵੇਂ ਪੌਂਦ ਡੈਮ, ਭਾਖੜਾ ਡੈਮ, ਪੌਂਗ ਡੈਮ, ਪਾਂਦੋ ਡੈਮ, ਠੀਕ ਆ, ਰਣਜੀਤ ਸਾਗਰ ਡੈਮ, ਮਾਧੋਪੁਰ ਡੈਮ, ਤਾਂ ਕਿ ਉੱਥੋਂ ਦੇ ਲੋਕਾਂ ਨੂੰ ਨਹਿਰਾਂ ਕੱਢ ਕੇ ਸਿੰਚਾਈ ਜਿਹੜੀ ਆ ਉਹ ਪਹੁੰਚਾਈ ਜਾਵੇ। ਹੁਣ ਭਾਰਤ 'ਚ ਇਸ ਟਾਈਮ ਕਿੰਨੀਆਂ ਨਹਿਰਾਂ ਨੇ, ਬਿਸਤ ਨਹਿਰ ਚੱਲਦੀ ਆ, ਠੀਕ ਆ, ਸਰਹੰਦ ਨਹਿਰ ਚੱਲਦੀ ਆ, ਫਿਰੋਜ਼ਪੁਰ ਫੀਡਰ ਚੱਲਦਾ ਹੈ, ਫਲਾਣਾ ਫੀਡਰ ਚੱਲਦਾ ਹੈ। ਮਤਲਬ ਕੀ ਆ ਕਿ ਲੋਕਾਂ ਤੱਕ ਨਹਿਰਾਂ ਦੇ ਥਰੂ ਪਾਣੀ ਪਹੁੰਚਾਇਆ ਜਾਵੇ, ਠੀਕ ਆ। ਸੋ ਇਹ ਸਿੰਚਾਈ ਦੇ ਸਾਧਨਾਂ ਨੂੰ ਵਧਾਉਣ ਦੀ ਉਪਰਾਲਾ। ਅਗਲੀ ਗੱਲ, ਵੰਡ ਪ੍ਰਣਾਲੀ 'ਚ ਸੁਧਾਰ, ਆਹ ਬਹੁਤ ਜ਼ਰੂਰੀ ਸੀ। ਦੇਖੋ, ਉਦੋਂ ਤੱਕ ਕੋਈ ਦੇਸ਼ ਤਰੱਕੀ ਨਹੀਂ ਕਰਦਾ ਜਦੋਂ ਤੱਕ ਉਹਦਾ ਜਿਹੜਾ ਅਨਾਜ ਉਗਾਇਆ ਲੋਕਾਂ ਨੇ, ਉਹਦੀ ਸਾਂਭ ਸੰਭਾਲ ਨਾ ਹੋਵੇ, ਉਹਦੀ ਵਿਕਰੀ ਨਾ ਹੋਵੇ। ਭਾਰਤ ਦੇ ਵਿੱਚ ਇੱਕ ਸੰਸਥਾ ਹੈ, ਭਾਰਤੀ ਖਾਦ ਨਿਗਮ, ਫੂਡ ਕਾਰਪੋਰੇਸ਼ਨ ਆਫ ਇੰਡੀਆ, 1964 'ਚ ਬਣਾਇਆ ਸੀ ਤਾਂ ਕਿ ਭਾਰਤ ਦੇ ਵਿੱਚ ਅਨਾਜ ਨੂੰ ਇਕੱਠਾ ਕਰਕੇ ਰੱਖਿਆ ਜਾ ਸਕੇ। ਇਹਦਾ ਕੰਮ ਆ ਭਾਰਤ ਦੇ ਵਿੱਚ ਜਿੰਨੀ ਵੀ ਅਨਾਜ ਆ ਜੀ ਉਹਨੂੰ ਉਹਦੀ ਬਫਰ ਕਰਨਾ, ਸਟੋਰ ਕਰਕੇ ਰੱਖਣਾ। ਤੇ ਭਾਰਤ ਦੇ ਵਿੱਚ ਜਿੰਨਾ ਵੀ ਅਨਾਜ ਆ ਉਹਨੂੰ ਸਟੋਰ ਕਰਕੇ ਰੱਖਣਾ, ਠੀਕ ਆ, ਤੇ ਬਾਅਦ 'ਚ ਉਹਨੂੰ ਲੋੜ ਪੈਣ ਤੇ ਵੇਚਣਾ। ਨਾਫੇਡ ਦਾ ਕੰਮ ਆ ਜੀ ਐਕਸਪੋਰਟ ਕਰਨਾ, ਮਤਲਬ ਆਯਾਤ ਨਿਰਯਾਤ ਦੇਖਣਾ। ਮਾਰਕਫੈਡ ਵੀ ਇਹੀ ਕੰਮ ਕਰਦਾ, ਪਰ ਇਹ ਪੰਜਾਬ ਦੀ ਏਜੰਸੀ ਆ। ਹਾਫਿਡ ਵੀ ਇਹੀ ਕੰਮ ਕਰਦਾ, ਇਹ ਹਰਿਆਣੇ ਦੀ ਏਜੰਸੀ ਆ। ਇਹੋ ਜਿਹੀਆਂ ਏਜੰਸੀਆਂ ਜਿਹੜੀਆਂ ਨੇ ਸੂਬਾ ਪੱਧਰ ਤੇ ਦੇਸ਼ ਦੇ ਪੱਧਰ ਤੇ ਇਸ ਤਰੀਕੇ ਦੇ ਕੰਮ ਕਰ ਰਹੀਆਂ ਤਾਂ ਕਿ ਲੋਕਾਂ ਨੂੰ ਇਸ ਤਰੀਕੇ ਨਾਲ ਕਿ ਲੋਕਾਂ ਦਾ ਸਮਾਨ ਜਲਦੀ ਚੱਕਿਆ ਜਾਵੇ, ਇਹਦੇ ਨਾਲ ਲੋਕ ਖੇਤੀ ਕਰਨ ਨੂੰ ਲੈ ਕੇ ਉਤਸ਼ਾਹਿਤ ਹੋਣ। ਅਗਲੀ ਚੀਜ਼ ਆ ਜੀ ਖੇਤੀ ਦੇ ਮਾਮਲੇ 'ਚ ਜਿਹੜੀ ਖੋਜ ਆ,
ਐਗਰੀਕਲਚਰ ਦੇ ਮਾਮਲੇ 'ਚ ਰਿਸਰਚ। ਭਾਰਤ ਦੇ ਵਿੱਚ ਇੱਕ ਅਦਾਰਾ ਹੈ ICAR, ਇੰਡੀਅਨ ਕਾਉਂਸਿਲ ਫॉर ਐਗਰੀਕਲਚਰ ਰਿਸਰਚ, ਭਾਰਤੀ ਖੇਤੀ ਅਨੁਸੰਧਾਨ ਪ੍ਰਸ਼ੀਦਨ। ਇਹ ਉਹ ਸੰਸਥਾ ਹੈ ਜਿਹਦੇ ਅੰਡਰ ਭਾਰਤ 'ਚ ਕਈ ਜਗ੍ਹਾ ਤੇ ਕਈ ਸੰਸਥਾਨ ਕੰਮ ਕਰਦੇ ਆ। ਉਦਾਹਰਨ ਦੇ ਤੌਰ ਤੇ ਪੇਪਰ 'ਚ ਆਊਗਾ, ਇਹ ਬਹੁਤ ਇੰਪੋਰਟੈਂਟ ਆ। ਆਹ ਦੇਖੋ ਜੀ, ICAR ਇੱਕ ਇਹੋ ਜਿਹੀ ਸੰਸਥਾ ਜਿਹੜੀ ਭਾਰਤ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਹਮੇਸ਼ਾ ਰਿਸਰਚ ਕਰਦੀ ਆ। ਤੇ ICAR ਦੀ ਜੇ ਮੈਂ ਗੱਲ ਕਰਾਂ ਤੁਹਾਨੂੰ ਤਾਂ ਤੁਸੀਂ ਧਿਆਨ ਨਾਲ ਦੇਖਿਓ, 1929 'ਚ ਇਹ ਸੰਸਥਾ ਬਣੀ ਸੀ। ਨਰਿੰਦਰ ਸਿੰਘ ਤੋਮਰ ਜਿਹੜੇ ਸਾਡੇ ਖੇਤੀਬਾੜੀ ਮਿਨਿਸਟਰ ਨੇ ਉਹ ਇਹਦੇ ਪ੍ਰਧਾਨ ਨੇ, ਕਿਉਂਕਿ ਖੇਤੀਬਾੜੀ ਮਿਨਿਸਟਰੀ ਇਹਦਾ ਪ੍ਰਧਾਨ ਹੁੰਦਾ ਹੈ। ਇਹਦੇ ਡਾਇਰੈਕਟਰ ਨੇ ਤਿਰੋਚਨ, ਇਹ ਯਾਦ ਕਰਨ ਦੀ ਲੋੜ ਨਹੀਂ, ਤਿਰੋਚਨ ਮਹਾਪਾਤਰਾ। ਇੰਪੋਰਟੈਂਟ ਗੱਲ ਕੀ ਹੈ ਜੀ, ਜੋ ਪੇਪਰ 'ਚ ਆਉਂਦਾ ਹੈ। ਇਹਦੇ ਅੰਡਰ ਬੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ, ਜਿਵੇਂ ਇਹਦੇ ਅੰਡਰ ਇੱਕ ਸੰਸਥਾ ਕੰਮ ਕਰਦੀ ਆ ਜਿਹੜੀ ਜੰਗਲੀ ਖੇਤੀ ਨੂੰ ਦੇਖਦੀ ਆ, ਝਾਂਸੀ 'ਚ ਉਹਦਾ ਹੈੱਡਕੁਆਟਰ। ਐਰਿਡ ਜ਼ੋਨ ਰਿਸਰਚ ਇੰਸਟੀਚਿਊਟ ਜਿਹੜਾ ਕਿ ਸਾਡੇ ਰੇਗਿਸਤਾਨਾਂ ਦੇ ਵਿੱਚ ਖੇਤੀ ਨੂੰ ਲੈ ਕੇ ਰਿਸਰਚ ਕਰਦਾ ਹੈ, ਉਹ ਜੋਧਪੁਰ 'ਚ ਆ। ਠੀਕ ਆ, ਆਹ ਦੇਖੋ ਜੀ ਅੱਗੇ ਬਫਲੋਜ਼ ਦਾ ਜਿਹੜਾ ਇੰਸਟੀਚਿਊਟ ਆ, ਮੱਝਾਂ ਦਾ ਜਿਹੜਾ ਇੰਸਟੀਚਿਊਟ ਆ, ਰਿਸਰਚ ਇੰਸਟੀਚਿਊਟ, ਉਹ ਹਿਸਾਰ 'ਚ ਆ ਜੀ। ਠੀਕ ਆ, ਇਹਦਾ ਕੋਈ ਇੰਸਟੀਚਿਊਟ ਪੰਜਾਬ 'ਚ ਨਹੀਂ ਹੈਗਾ, ਹਰਿਆਣੇ 'ਚ ਜ਼ਰੂਰ ਹੈਗੇ ਆ ਜੀ। ਆਹ ਸਾਰੇ ਇਹਦੇ ਅੰਡਰ ਕੰਮ ਕਰਨ ਵਾਲੇ ਇੰਸਟੀਚਿਊਟ ਨੇ ਜੀ। ਇਹ ਪੇਪਰ ਦੇ ਵਿੱਚ ਆ ਸਕਦਾ ਹੈ। ਇਹਨਾਂ 'ਚੋਂ ਪੰਜਾਬ ਹਰਿਆਣੇ ਵਾਲਾ ਤਾਂ ਰੱਟ ਲਿਓ। ਆ ਲਖਨਊ ਦੇ ਵਿੱਚ ਆ ਇੰਡੀਅਨ ਇੰਸਟੀਚਿਊਟ ਆਫ ਸ਼ੂਗਰ ਕੇਨ ਰਿਸਰਚ, ਇੰਡੀਅਨ ਮਸਾਲਿਆਂ ਵਾਲਾ ਹੈ ਕੈਲੀਕਟ 'ਚ। ਠੀਕ ਆ, ਕਰਨਾਲ ਦੇ ਵਿੱਚ ਆ ਵੀਟ ਐਂਡ ਬਾਰਲੇ। ਸੋ ਇਹ ਬਹੁਤ ਇੰਪੋਰਟੈਂਟ ਆ। ਪੰਜਾਬ ਦੇ ਵਿੱਚ ਇਹਦਾ ਕੋਈ ਨੈਸ਼ਨਲ ਇੰਸਟੀਚਿਊਟ ਤਾਂ ਹੈ ਨਹੀਂ ਪੰਜਾਬ ਦੇ ਵਿੱਚ, ਇਹ ਬਹੁਤ ਇੰਪੋਰਟੈਂਟ ਆ। ਠੀਕ ਆ, ਜਿਹੜੇ ਵੀ ਹੈਗੇ ਆ ਇਹ ਰਟੇ ਜਾਣੇ ਚਾਹੀਦੇ ਆ। ਤੋ ਆ ਇਹਦੇ ਅੰਡਰ ਕੰਮ ਕਰਨ ਵਾਲੇ ਸੈਂਟਰਲ ਇੰਸਟੀਚਿਊਟ ਨੇ। ਇਹਦੇ ਅੰਡਰ ਕੰਮ ਕਰਨ ਵਾਲੀਆਂ ਯੂਨੀਵਰਸਿਟੀਜ਼ ਕਿਹੜੀਆਂ ਨੇ? ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ, ਇੰਡੀਅਨ ਵੈਟਰਨਰੀ ਇੰਸਟੀਚਿਊਟ ਤੇ ਨੈਸ਼ਨਲ ਡੈਰੀ ਇੰਸਟੀਚਿਊਟ ਤੇ ਸੈਂਟਰਲ ਇੰਸਟੀਚਿਊਟ ਆਫ ਫਿਸ਼ਰੀਜ਼। ਇਹਦੇ ਅੰਡਰ ਕੰਮ ਕਰਨ ਵਾਲੀਆਂ ਜਿਹੜੀਆਂ ਯੂਨੀਵਰਸਿਟੀਆਂ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿਹੜੀ ਕਿ 1962 'ਚ ਬਣੀ ਸੀ। ਉਹਦੇ ਅੰਦਰ ਸਾਡਾ ਐਨੀਮਲ ਹਸਬੈਂਡਰੀ ਦਾ ਵੱਖਰਾ ਇੰਸਟੀਚਿਊਟ ਸੀਗਾ, ਜਿਹੜਾ 2005 'ਚ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਗੜਵਾਸੂ ਅੱਡ ਬਣ ਗਿਆ। ਐਗਰੀਕਲਚਰ ਯੂਨੀਵਰਸਿਟੀ ਦਾ ਪੁਰਾਣਾ ਨਾਮ ਕਾਲਜ ਆਫ ਐਗਰੀਕਲਚਰ ਸੀਗਾ ਤੇ ਉਹ ਵੀ ਇਸੇ ICAR ਦੇ ਅੰਡਰ ਹੀ ਆਉਂਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੈਗਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ICAR ਨਾਮ ਦੀ ਸੰਸਥਾ ਹੈ ਕੀ ਆ। ਖੈਰ, ਜ਼ਿਆਦਾ ਟਾਈਮ ਨਾ ਕਰਦੇ ਹੋ ਰਿਸਰਚ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ ਖੇਤੀ ਦੇ ਵਿਕਾਸ ਤੇ। ਠੀਕ ਆ, ਤਾਂ ਇਹ ਬਹੁਤ ਸਿੰਪਲ ਆ। ਐਨੀਮਲ ਹਸਬੈਂਡਰੀ, ਪਸ਼ੂ ਪਾਲਣ ਨੂੰ ਵਧਾਉਣਾ, ਇਹ ਵੀ ਕੋਈ ਦੋ ਰਾਏ ਨਹੀਂ। ਐਗਰੀਕਲਚਰ ਦੀ ਮਾਰਕੀਟਿੰਗ ਮਤਲਬ ਕਿ APMCs ਮੰਡੀਕਰਨ ਵਧਾਉਣਾ, ਮੰਡੀਆਂ ਨੂੰ ਸੀਮਿਤ ਕਰਨਾ, ਮੰਡੀਆਂ ਨੂੰ ਲਗਾਤਾਰ ਵਧਾਉਣਾ ਤੇ ਮੰਡੀਆਂ ਦੇ ਥਰੂ ਖੇਤੀਬਾੜੀ ਕਰਨੀ, ਇਹ ਬਹੁਤ ਜ਼ਰੂਰੀ ਆ। ਅਗਲੀ ਗੱਲ ਆ ਐਗਰੀਕਲਚਰ ਪ੍ਰਾਈਸ ਪਾਲਿਸੀ, ਇਹ ਬਹੁਤ ਇੰਪੋਰਟੈਂਟ ਆ ਤੇ ਇਹ ਪੇਪਰ 'ਚ ਆਉਂਦਾ ਵੀ ਹੁੰਦਾ ਹੈ। ਦੇਖੋ ਜੀ, ਭਾਰਤ ਦੇ ਵਿੱਚ ਨਾ ਇੱਕ ਗੱਲ ਕਲੀਅਰ ਆ, ਜਦੋਂ ਨਾ ਭਾਰਤ 'ਚ 1964 ਦੇ ਵਿੱਚ FCI ਬਣੀ ਨਾ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਤੇ ਉਹਨਾਂ ਸਾਲਾਂ 'ਚ ਹੀ 2 ਸਾਲਾਂ ਬਾਅਦ ਹੀ ਭਾਰਤ 'ਚ ਹਰੀ ਕ੍ਰਾਂਤੀ ਆ ਗਈ। ਉਹਦੀ ਸਟੋਰੀ ਅੱਗੇ ਆਊਗੀ। 2 ਸਾਲਾਂ ਬਾਅਦ ਹੀ ਭਾਰਤ 'ਚ ਹਰੀ ਕ੍ਰਾਂਤੀ ਆ ਗਈ। ਤਾਂ ਜਿਹੜੀ ਭਾਰਤ 'ਚ ਹਰੀ ਕ੍ਰਾਂਤੀ ਆਈ ਤਾਂ ਉਹਦੇ 'ਚ ਇੱਕ ਬੜੀ ਖਾਸ ਗੱਲ ਦੇਖਣ ਨੂੰ ਮਿਲੀ ਕਿ ਹਰੀ ਕ੍ਰਾਂਤੀ ਦੇ ਵੇਲੇ ਭਾਰਤ 'ਚ ਇੱਕੋ ਦਮ ਜਿਹੜੀ ਖੇਤੀਬਾੜੀ ਆ ਜੀ ਉਹਦਾ ਵਿਕਾਸ ਹੋ ਗਿਆ। ਲੋਕਾਂ ਨੇ ਕਿਹਾ ਕਿ ਹੁਣ ਸਾਡੀਆਂ ਫਸਲਾਂ ਚੱਕੋ। ਤਾਂ ਹੋਇਆ ਕੀ, ਭਾਰਤ ਸਰਕਾਰ ਨੇ ਇਹ ਕਹਿਤਾ ਕਿ ਅਸੀਂ ਨਾ ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਫਸਲਾਂ ਮਾਰਕੀਟ 'ਚ ਵੇਚ ਕੇ ਆਇਆ ਕਰਿਓ। ਮਾਰਕੀਟ ਵਾਲਾ ਤੁਹਾਡਾ ਰੇਟ ਲਾਊਗਾ, ਉਹਨੂੰ ਕਹਾਂਗੇ ਮਾਰਕੀਟ ਪ੍ਰਾਈਸ। ਉਸ ਤੋਂ ਬਾਅਦ ਸਰਕਾਰ ਕਹਿੰਦੀ ਕਿ ਸਾਨੂੰ ਵੀ ਤੁਹਾਡੀ ਫਸਲਾਂ ਦੀ ਲੋੜ ਆ, ਕਿਉਂਕਿ ਅਸੀਂ ਤੁਹਾਡੀਆਂ ਫਸਲਾਂ ਨੂੰ ਆਪਣੇ ਕੋਲ ਇਕੱਠਾ ਕਰਕੇ ਰੱਖਣਾ ਤਾਂ ਕਿ ਲੋੜ ਪੈਣ ਤੇ ਅਸੀਂ ਵੀ ਵੇਚ ਸਕੀਏ। ਉਹਨੂੰ ਕਹਿੰਦੇ ਅਸੀਂ ਪ੍ਰਕਿਓਰ ਕਰਕੇ ਰੱਖਣਾ ਸੀ ਤੁਹਾਡੀਆਂ ਫਸਲਾਂ ਨੂੰ। ਉਹਦੇ ਵਾਸਤੇ ਰੇਟ ਦਿੱਤਾ ਪ੍ਰਕਿਓਰਮੈਂਟ ਰੇਟ। ਉਸ ਤੋਂ ਬਾਅਦ ਕਹਿੰਦੇ ਜੀ ਜੇ ਉਹ ਵੀ ਨਾ ਸਾਨੂੰ ਚੱਕਿਆ ਫਿਰ ਇੱਕ ਅਖੀਰਲਾ ਮੁੱਲ ਹੋਊਗਾ MSP। ਚਲੋ ਇੰਨਾ ਤੇ ਅਸੀਂ ਦੇ ਹੀ ਦੇਵਾਂਗੇ, ਮਿਨੀਮਮ ਸਪੋਰਟ ਪ੍ਰਾਈਸ, ਘੱਟੋ ਘੱਟ ਸਮਰਥਨ ਮੁੱਲ। ਕਹਿੰਦੇ ਜੀ ਘੱਟੋ ਘੱਟ ਸਮਰਥਨ ਮੁੱਲ ਹੋਵੇ ਚਾਹੇ ਪ੍ਰਕਿਓਰਮੈਂਟ ਪ੍ਰਾਈਸ ਹੋਵੇ, ਇਹ ਤਾਂ ਸਰਕਾਰ ਨੇ ਦੇਣੇ ਆ। ਇਹ ਸਰਕਾਰ ਦੀ ਖੇਤੀਬਾੜੀ ਮੰਤਰਾਲੇ ਦੇ ਅੰਡਰ, ਭਾਰਤ ਦੇ ਖੇਤੀਬਾੜੀ ਮੰਤਰਾਲੇ ਦੇ ਅੰਡਰ ਇੱਕ ਸੰਸਥਾ ਹੋਊਗੀ, ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ, ACPC, ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ। ਉਹ ਸਰਕਾਰ ਨੂੰ ਸਲਾਹ ਦਊਗਾ ਕਿ ਐਰਕੀ ਇਹਨਾਂ ਤੋਂ ਇੰਨਾ MSP ਦਿਓ। ਫਿਰ ਸਰਕਾਰ ਦੀ ਇੱਕ ਕੈਬਨਿਟ ਕਮੇਟੀ ਹੁੰਦੀ ਹੈ ਜੀ, ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ, ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ, ਉਹ ਮੋਹਰ ਲਾ ਦੂਗੀ ਕਿ ਹਾਂ ਇੰਨਾ ਹੀ MSP ਦਿਓ ਇਹਨਾਂ ਨੂੰ। ਫਿਰ ਜਾ ਕੇ ਸਰਕਾਰ ਉਹਨਾਂ MSP ਦਿੰਦੀ ਹੈ। ਸਲਾਹ ਦਿੰਦੀ ਆ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਤੇ MSP ਤੈਅ ਕਰਦੀ ਆ ਕੇਂਦਰ ਦੀ ਕੈਬਨਿਟ ਕਮੇਟੀ ਆਰਥਿਕ ਮਾਮਲਿਆਂ ਦੀ, ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ, ਜਿਹਦਾ ਕਿ ਮੌਕੇ ਤੇ ਮੁਖੀ ਹੁੰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ। ਉਹ ਤੈਅ ਕਰਦੀ ਆ ਕਿ ਕਿੰਨਾ ਅਸੀਂ ਇਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣਾ ਹੈ। ਉਹਦੇ ਤਹਿਤ ਉਹਦੇ ਹਿਸਾਬ ਨਾਲ ਹੀ ਇਹ ਖੇਤੀਬਾੜੀ ਜਿਹੜੀ ਆ ਜੀ ਉਹ ਤੈਅ ਕੀਤੀ ਜਾਂਦੀ ਆ ਜੀ। ਇਸ ਤਰੀਕੇ ਨਾਲ ਭਾਰਤ 'ਚ ਖੇਤੀਬਾੜੀ ਦਾ ਜਿਹੜਾ ਸਿਸਟਮ ਆ ਜੀ ਉਹ ਚੱਲਦਾ ਹੈ।
ਸੋ ਬੜੀ ਇੰਪੋਰਟੈਂਟ ਗੱਲ ਹੈ ਜੀ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਜੀ। ਤਾਂ ਖੇਤੀਬਾੜੀ ਨੂੰ ਲੈ ਕੇ ਇਹ ਚੀਜ਼ ਬਹੁਤ ਇੰਪੋਰਟੈਂਟ ਸੀਗੀ, ਤੁਹਾਡੇ ਸਾਹਮਣੇ ਮੈਂ ਸ਼ੇਅਰ ਕਰਤੀ। ਹਾਂ, ਇੱਥੋਂ MSP ਵੀ ਤੈਅ ਹੋ ਜਾਂਦਾ ਹੈ। ਤਾਂ ਫਿਰ ਇਸ ਤਰੀਕੇ ਨਾਲ ਕਹਿੰਦੇ ਆ ਜੀ ਜਿਹੜਾ MSP ਆ ਨਾ ਉਹ ਦਿਓ ਤਾਂ ਜ਼ਰੂਰ, ਵਧੀਆ ਵੀ ਦਿਓ। ਤੇ ਇੱਕ ਗੱਲ ਹੋਰ, MSP ਨੂੰ ਲੈ ਕੇ ਇੱਕ ਬੜਾ ਤਗੜਾ ਵਿਵਾਦ ਆ ਕਿ MSP ਕਿੰਨਾ ਹੋਣਾ ਚਾਹੀਦਾ ਹੈ। ਇਹਦੇ ਪਿੱਛੇ ਮੈਂ 2 ਮਿੰਟ ਦੀ ਸਟੋਰੀ ਸੁਣਾਉਣਾ ਤੁਹਾਨੂੰ। ਕਹਿੰਦੇ 2003 ਚ ਸਰਕਾਰ ਨੇ ਨਾ ਅੱਕ ਕੇ ਇੱਕ ਕਮਿਸ਼ਨ ਬਿਠਾਇਆ, ਨੈਸ਼ਨਲ ਕਮਿਸ਼ਨ ਔਨ ਫਾਰਮਰਜ਼, ਕਿਸਾਨਾਂ ਦਾ ਨੈਸ਼ਨਲ ਆਯੋਗ। ਚੇਅਰਮੈਨ ਦਾ ਤਾਂ ਇੱਕ ਬਜ਼ੁਰਗ ਜਿਹੇ ਬੰਦੇ ਨੂੰ ਨਾਮ ਸੀ MS ਸਵਾਮੀਨਾਥਨ। ਉਹਨੂੰ ਕਹਿੰਦੇ ਕਾਕਾ ਜੀ ਬਣਾ ਕੇ ਦਿਓ ਰਿਪੋਰਟ, ਠੀਕ ਹੈ, ਤਾਂ ਬਜ਼ੁਰਗ ਸੀਗੇ। ਤਾਂ ਉਹਨਾਂ ਨੇ 2006-07 ਚ ਆਪਣੀ ਰਿਪੋਰਟ ਦਿੱਤੀ ਤੇ ਰਿਪੋਰਟ 'ਚ ਇਹ ਕਿਹਾ, ਕਹਿੰਦਾ ਮੇਰੀਆਂ ਕਈ ਗੱਲਾਂ ਮੰਨੋ ਫਿਰ ਤੁਸੀਂ ਕਿਸਾਨਾਂ ਦਾ ਕੋਡ ਕੱਢ ਸਕਦੇ ਹੋ। MS ਸਵਾਮੀਨਾਥਨ ਦਾ ਨਾਮ ਅੱਗੇ ਵੀ ਆਊਗਾ, ਪਰ 2003 ਚ ਉਹਨਾਂ ਦਾ ਨਾਮ ਇਸ ਕਰਕੇ ਆਊਗਾ ਕਿਉਂਕਿ ਉਹਨਾਂ ਦੇ ਅੰਡਰ ਇੱਕ ਨੈਸ਼ਨਲ ਕਮਿਸ਼ਨ ਔਨ ਫਾਰਮਰਜ਼ ਬਣਿਆ ਸੀ। ਉਹਨੇ ਇੱਕ ਗੱਲ ਕਹੀ, ਉਹਨੇ ਇਹ ਕਹੀ, ਕਹਿੰਦਾ ਕਿਸਾਨਾਂ ਨੂੰ ਨਾ ਘੱਟੋ ਘੱਟ ਸਮਰਥਨ ਮੁੱਲ ਦਿਆ ਕਰੋ। ਉਹ ਐਵੇਂ ਦਿਆ ਕਰੋ ਕਿ ਸਭ ਤੋਂ ਪਹਿਲਾਂ ਨਾ ਤੁਹਾਡੀ ਇੱਕ ਸੰਸਥਾ ਹੈ ਐਗਰੀਕਲਚਰ ਕਾਸਟ ਐਂਡ ਕਮਿਸ਼ਨ ਪ੍ਰਾਈਜ਼, ਉਹ ਇਹ ਤੈਅ ਕਰਿਆ ਕਰੇ ਕਿ ਕਿਸਾਨ ਦਾ ਇਸ ਫਸਲ ਤੇ ਕਿੰਨਾ ਖਰਚਾ ਆਇਆ ਹੈ। ਜਿੰਨਾ ਉਸ ਕਿਸਾਨ ਦਾ ਉਸ ਫਸਲ ਤੇ ਖਰਚਾ ਆਇਆ ਹੈ, ਉਸ ਫਸਲ ਦਾ 50% ਹੋਰ ਕੱਢ ਲਿਆ ਕਰੋ, ਉਹਨਾਂ ਉਹਨੂੰ ਦਿਓ ਘੱਟੋ ਘੱਟ 50%। ਜਿੰਨੀ ਉਹਦੀ ਮਿਹਨਤ ਉਹਦੇ ਤੋਂ 50% ਵੱਧ, ਜਿੰਨਾ ਉਹਦਾ ਖਰਚਾ ਆਇਆ ਉਹਦੇ ਤੋਂ 50% ਵੱਧ। ਕਿਸਾਨ ਕਹਿੰਦੇ ਜੀ ਠੀਕ ਆ ਜੀ, ਚਲੋ ਵਧੀਆ ਗੱਲ ਹੈ, ਦਓਗੇ ਤਾਂ। ਲਓ ਜੀ, ਸਰਕਾਰਾਂ ਕਿਸਾਨ ਦੇ 100 ਰੁਪਏ ਦੇ ਖਰਚੇ ਤੇ 20% ਦੇ ਹਿਸਾਬ ਨਾਲ 120 ਰੁਪਏ ਦੇਣ ਲੱਗ ਪਈਆਂ। ਕਿਸਾਨ ਕਹਿੰਦੇ ਜੀ ਤੁਸੀਂ ਤਾਂ MSP ਦਿੱਤਾ ਹੀ ਨਹੀਂ ਉਹਨਾਂ ਜਿੰਨਾ ਤੁਸੀਂ MS ਸਵਾਮੀਨਾਥਨ ਦੀ ਰਿਪੋਰਟ 'ਚ ਕਿਹਾ ਹੈ। ਕਹਿੰਦੇ ਦਿੱਤਾ ਹੈ। ਕਹਿੰਦੇ ਆਹ ਦੇਖੋ ਤੁਹਾਡਾ ਖਰਚਾ ਸੀਗਾ, ਅਸੀਂ ਉਸ ਹਿਸਾਬ ਨਾਲ ਦਿੱਤਾ। ਕਹਿੰਦੇ ਸਾਡਾ ਖਰਚਾ 100 ਰੁਪਏ ਆ, 20 ਰੁਪਏ ਤੁਹਾਨੂੰ ਵਧਾ ਕੇ 120 ਦਿੱਤੇ ਆ ਤੁਸੀਂ ਬਸ। ਕਹਿੰਦੇ ਨਹੀਂ ਓਏ ਮੂਰਖੋ, ਤੁਹਾਡਾ ਖਰਚਾ 100 ਰੁਪਏ ਨਹੀਂਗਾ, ਤੁਹਾਨੂੰ ਤਾਂ ਪਤਾ ਹੀ ਨਹੀਂ, ਤੁਹਾਡਾ ਤੇ ਖਰਚਾ ਹੀ 80 ਰੁਪਏ ਆ। ਕਹਿੰਦੇ ਜੀ, ਕਿਸਾਨ ਕਹਿੰਦਾ ਤੁਹਾਨੂੰ ਕਿਵੇਂ ਪਤਾ? ਕਹਿੰਦਾ ਜੀ ਸਾਨੂੰ ਦੱਸ ਰਿਹਾ ਸਾਡਾ ਮਹਿਕਮਾ CACP ACCPC ਜੋ ਵੀ ਆ, ਠੀਕ ਆ, ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ। ਜਿਹੜੇ ਕਿਸਾਨ ਨੇ ਜੇਬ ਚੋਂ ਪੈਸੇ ਲਾਏ ਉਹ ਕਹਿ ਰਿਹਾ ਮੈਂ 100 ਰੁਪਏ ਲਾਏ ਆ, ਸਰਕਾਰੀ ਮਹਿਕਮਾ ਕਹਿ ਰਿਹਾ ਕਿ 80 ਰੁਪਏ ਲੱਗੇ ਆ ਤੁਹਾਡੇ, ਤੇ 80 ਦੇ ਹਿਸਾਬ ਨਾਲ 120 ਰੁਪਏ ਜੇ ਹਿਸਾਬ ਲਾਈਏ ਤੇ ਉਹ 50% ਵੱਧ ਆ, ਅਸੀਂ ਤੇ ਦਿੱਤਾ ਹੀ ਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਪੁਰਾਣੇ ਵਿੱਤ ਮੰਤਰੀ ਅਰੁਣ ਜੇਤਲੀ ਜੀ, ਜਿਨ੍ਹਾਂ ਨੇ ਕਿ ਲੋਕਾਂ ਨਾਲ ਇੱਥੋਂ ਤੱਕ ਦਾ ਭੈੜਾ ਮਜ਼ਾਕ ਕੀਤਾ ਸੀ, ਉਹ ਦੁਨੀਆ 'ਚ ਨਹੀਂ ਰਹੇ। ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਠੀਕ ਆ, ਉਹਨਾਂ ਦੇ ਉਹ ਮਤਲਬ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ, ਬਟ ਉਹਨਾਂ ਦੇ ਸਮੇਂ ਜੋ ਹੋਈਆਂ ਕਮੀਆਂ ਹੈ ਉਹਦੇ ਨਾਲ ਉਹਨਾਂ ਦਾ ਇਹ ਗੁਨਾਹ ਖਤਮ ਨਹੀਂ ਹੋ ਜਾਂਦਾ। ਪਾਰਲੀਮੈਂਟ 'ਚ ਉਹਨਾਂ ਨੇ ਬਕਾਇਦਾ ਝੂਠ ਬੋਲਿਆ ਸੀ ਕਿ ਅਸੀਂ ਕਿਸਾਨਾਂ ਨੂੰ ਉਹਨਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੇਤਾ ਹੈ। ਤੁਸੀਂ ਇਹ ਕਹੋ ਕਿ 100 ਰੁਪਏ ਦੀ ਖੇਤੀ ਸੀ 120 ਦੇ ਕੇ, ਤੇ ਤੁਸੀਂ ਕਿਸਾਨ ਨੂੰ ਇਹ ਕਹੋ ਕਿ ਨਹੀਂ, ਉਹ ਤੁਸੀਂ ਤਾਂ ਦਿੱਤਾ ਹੀ 80 ਰੁਪਏ ਆ, ਤੁਹਾਡਾ ਤੇ ਖਰਚਾ ਹੀ 80 ਰੁਪਏ ਆ। ਸੋ ਇਹ ਵੀ ਬੜੀ ਮਾੜੀ ਗੱਲ ਹੈ ਜੀ। ਖੈਰ, ਉਸ ਤੋਂ ਬਾਅਦ ਐਗਰੀਕਲਚਰ ਦੇ ਵਪਾਰ ਨੂੰ ਲੈ ਕੇ ਜਿਹੜੀ ਪਾਲਿਸੀ ਸੀ, ਇਹਦੇ 'ਚ ਵੀ ਸਰਕਾਰ ਜਿਹੜੀ ਹੈ ਜੀ, ਉਹਦੇ ਕੀ ਸਰਕਾਰ ਕਰ ਰਹੀ ਆ। ਸਰਕਾਰ ਕਹਿੰਦੀ ਹੈ ਕਿ ਖੇਤੀਬਾੜੀ ਨੂੰ ਲੈ ਕੇ ਨਾ ਅਸੀਂ ਸਭ ਤੋਂ ਵੱਡੀ ਗੱਲ ਆ, ਅਸੀਂ 2 ਚੀਜ਼ਾਂ ਕਰੀਏ। ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਨਿਰਯਾਤ ਕਰਦੇ ਹਾਂ, ਇੰਪੋਰਟ ਕਰਦੇ ਹਾਂ, ਅਸੀਂ ਇੰਪੋਰਟ ਕਰਨ ਵਾਲੀਆਂ ਚੀਜ਼ਾਂ ਨੂੰ ਘਟਾਈਏ, ਉਹਨਾਂ ਚੀਜ਼ਾਂ ਨੂੰ ਸਾਡੇ ਦੇਸ਼ 'ਚ ਹੀ ਉਗਾਈਏ। ਤੇ ਜਿਹੜੀਆਂ ਚੀਜ਼ਾਂ ਸਾਡੇ ਦੇਸ਼ 'ਚ ਐਕਸਪੋਰਟ ਹੁੰਦੀਆਂ ਉਹਨਾਂ ਨੂੰ ਇਸ ਕਰਕੇ ਪ੍ਰੋਤਸਾਹਨ ਦਈਏ ਕਿ ਉਹ ਵੱਧ ਤੋਂ ਵੱਧ ਬਾਹਰ ਜਾਣ, ਤਾਂ ਕਿ ਸਾਡੇ ਲਈ ਬਾਹਰੋਂ ਪੈਸਾ ਲੈ ਕੇ ਆਉਣ। ਜਿਹੜੀਆਂ ਬਾਹਰੋਂ ਆਉਂਦੀਆਂ ਸਾਡੇ ਦੇਸ਼ 'ਚ ਉਹ ਇਸ ਕਰਕੇ ਬਾਹਰੋਂ ਘੱਟ ਆਉਣ, ਉਹਨਾਂ ਨੂੰ ਇਸ ਕਰਕੇ ਪ੍ਰੋਤਸਾਹਨ ਵੱਧ ਦਈਏ ਤਾਂ ਕਿ ਸਾਨੂੰ ਉਹਨਾਂ ਨੂੰ ਖਰੀਦਣ ਲਈ ਬਾਹਰ ਪੈਸੇ ਨਾ ਦੇਣੇ ਪੈ ਜਾਣ। ਸੋ ਕਹਿਣ ਦਾ ਮਤਲਬ ਇਹ ਸਾਡੀ ਟ੍ਰੇਡ ਪਾਲਿਸੀ ਦਾ ਹਿੱਸਾ ਹੈ। ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕ੍ਰੈਡਿਟ ਫੈਸਿਲਿਟੀਜ਼, ਸਰਕਾਰ ਪੈਸੇ ਦੇਣ ਦੇ ਮਾਮਲੇ 'ਚ ਜਿਹੜੀ ਆ ਉਹ ਕੀ ਉਪਲਬਧੀ ਕਰ ਰਹੀ ਹੈ। ਸਭ ਤੋਂ ਪਹਿਲੀ ਗੱਲ, MS ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਸੀ ਕਿ ਕਿਸਾਨਾਂ ਨੂੰ ਬੈਂਕ ਆਪਣੇ ਘੱਟੋ ਘੱਟ ਵਿਆਜ ਦਰ ਯਾਨੀ ਕਿ 7% ਦੇ ਆਧਾਰ ਹਿਸਾਬ ਨਾਲ ਪੈਸੇ ਦੇਵੇ, ਇੱਕ ਲਿਮਿਟ 'ਚ। ਕਿੱਲੇ ਵਾਲੇ ਨੂੰ ਇੰਨਾ, 2 ਕਿੱਲੇ ਵਾਲੇ ਨੂੰ ਇੰਨਾ, ਪਰ ਉਹਦੀ ਵੀ ਇੱਕ ਸ਼ਰਤ ਆ, ਜੇ ਇਨਸਾਨ ਉਹ ਪੈਸੇ ਵਧੀਆ ਮੋੜਦੇ ਤਾਂ ਸਰਕਾਰ ਉਸ ਪੈਸੇ ਤੇ ਵੀ, ਉਸ 7% ਤੇ ਵੀ 3% ਦੀ ਛੂਟ ਆਪਣੇ ਵੱਲੋਂ ਦੇਵੇ ਤੇ ਕਿਸਾਨ ਨੂੰ ਸਿਰਫ 4% ਤੇ ਹੀ ਪੈਸੇ ਮਿਲਣ। ਪਰ ਇਹ ਪੈਸੇ ਇਹ ਨਹੀਂਗਾ ਕਿ ਇੱਕ ਬੰਦਾ ਜਿੰਨੇ ਮਰਜ਼ੀ ਲੈ ਲੇ, ਹਰ ਕਿੱਲੇ ਤੇ ਇੱਕ ਲਿਮਿਟ ਲਾਈ ਜਾਵੇ। ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਲਿਮਟਾਂ ਲਾਉਣੀਆਂ। ਸਰਕਾਰ ਨੇ ਲੋਕਾਂ ਤੱਕ ਸੁਵਿਧਾਵਾਂ ਪਹੁੰਚਾਉਣ ਵਾਸਤੇ ਇੱਕ ਸਪੈਸ਼ਲ ਏਜੰਸੀ ਬਣਾਈ। ਸਰਕਾਰ ਨੇ ਕੀ ਕੀਤਾ, ਪਹਿਲਾਂ ਤਾਂ ਕਈ ਪ੍ਰਾਈਵੇਟ ਬੈਂਕਾਂ ਨੂੰ ਸਰਕਾਰੀ ਕੀਤਾ ਤਾਂ ਕਿ ਸਰਕਾਰੀ ਬੈਂਕਾਂ ਨੂੰ ਕਿਹਾ ਜਾ ਸਕੇ ਕਿ ਤੁਸੀਂ ਲੋਕਾਂ ਨੂੰ ਲੋਨ ਦੇਣਾ ਹੈ, ਕਿਸਾਨਾਂ ਨੂੰ। ਦੂਜੀ ਗੱਲ, ਸਰਕਾਰ ਨੇ 1975 ਦੀ 2 ਅਕਤੂਬਰ ਨੂੰ ਉਹ ਬਣਾਏ ਪੇਂਡੂ ਵਿਕਾਸ ਬੈਂਕ, ਰੂਰਲ ਬੈਂਕ ਜਿਹੜੇ ਸੀਗੇ RRBs, ਰੂਰਲ ਰੀਜਨਲ ਬੈਂਕਸ, ਜਿਨ੍ਹਾਂ ਨੂੰ ਮਾਲਵਾ ਗ੍ਰਾਮੀਣ ਪੰਜਾਬ ਗ੍ਰਾਮੀਣ ਬੈਂਕ ਬਣਾਏ। ਫਿਰ ਕੀ ਕੀਤਾ, 1982 ਚ ਆ ਜਿਹੜੇ ਗ੍ਰਾਮੀਣ ਬੈਂਕ ਸੀਗੇ ਉਹਨਾਂ ਦੇ ਕੰਟਰੋਲ ਕਰਨ ਵਾਸਤੇ 22 ਜੁਲਾਈ 1982 ਨੂੰ ਸਨਾਤਨਮ ਕਮੇਟੀ ਦੇ ਕਹਿਣ ਤੇ
ਇਹਨਾਂ ਬੈਂਕਾਂ ਦੇ ਕੰਟਰੋਲ ਵਾਸਤੇ ਇੱਕ ਸੰਸਥਾ ਬਣਾਈ, ਨੈਸ਼ਨਲ ਬੋਰਡ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਨਬਾਰਡ, ਰਾਸ਼ਟਰੀ ਖੇਤੀ ਤੇ ਗ੍ਰਾਮੀਣ ਵਿਕਾਸ ਬੈਂਕ। ਇਹ ਕੋਈ ਬੈਂਕ ਨਹੀਂਗਾ, ਇਹ ਸਿਰਫ ਜਿਹੜੇ ਆਪਣੇ ਗ੍ਰਾਮੀਣ ਬੈਂਕ ਹੁੰਦੇ ਆ ਨਾ, ਇਹਨਾਂ ਨੂੰ ਰੈਗੂਲੇਟ ਕਰਨ ਵਾਲੀ, ਇਹਨਾਂ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਹੀ ਆ। ਕਿੰਨੇ ਕੰਮ ਕੀਤੇ, ਇੱਕ ਦਿਨ ਪਹਿਲਾਂ ਤੇ RRB ਬਣਾਏ, ਫਿਰ ਨਬਾਰਡ ਬਣਾਇਆ, ਫਿਰ ਸਹਿਕਾਰੀ ਬੈਂਕ ਵੀ ਬਣਾਏ, ਕੋਆਪਰੇਟਿਵ ਬੈਂਕ, ਉੱਪਰੋਂ ਪ੍ਰਾਈਵੇਟ ਬੈਂਕਾਂ ਨੂੰ ਰਾਸ਼ਟਰੀਕਰਨ ਵੀ ਕੀਤਾ ਤਾਂ ਕਿ ਕਿਸਾਨਾਂ ਨੂੰ ਲੋਨ ਦਿੱਤਾ ਜਾ ਸਕੇ, ਉੱਪਰੋਂ ਲਿਮਟਾਂ ਦੇ ਵਿੱਚ ਕਿਸਾਨਾਂ ਨੂੰ 7% ਦੀ ਛੂਟ ਵੀ ਦਿੱਤੀ ਤੇ ਉਹਦੇ ਤੇ ਵੀ 3% ਦੀ ਮਾਫੀ ਦਵਾਈ MS ਸਵਾਮੀਨਾਥਨ ਦੇ ਕਹਿਣ ਤੇ। ਤਾਂ ਇਹ ਸਰਕਾਰਾਂ ਦੀਆਂ ਕੋਸ਼ਿਸ਼ਾਂ ਸੀ ਕਿ ਕਿਸਾਨਾਂ ਤੱਕ ਸਾਰਾ ਕੁਝ ਪਹੁੰਚੇ। ਉਸ ਤੋਂ ਬਾਅਦ ਅਗਲੀ ਸਰਕਾਰ ਦੀ ਕੋਸ਼ਿਸ਼ ਸੀ 5 ਸਾਲਾ ਯੋਜਨਾ। ਇਹਦੇ 'ਚ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਪਹਿਲੀ 5 ਸਾਲਾ ਯੋਜਨਾ ਸਰਕਾਰ ਨੇ ਕੀ ਕੀਤਾ, ਕੀ ਆਇਆ, ਕੀ ਗਿਆ, ਇਹ ਤਾਂ ਪੜ੍ਹਨ ਵਾਲੀਆਂ ਗੱਲਾਂ, ਇਹ 'ਚੋਂ ਪੇਪਰ 'ਚ ਵੀ ਕੁਝ ਨਹੀਂ ਆਉਣਾ। ਕਿਹੜੀ ਯੋਜਨਾ 'ਚ ਕਿੰਨੇ % ਵਿਕਾਸ, ਕਿਹੜੀ 'ਚ ਕਿੰਨੇ %। ਅਗਲੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਆ, ਹਰੀ ਕ੍ਰਾਂਤੀ। ਦੇਖੋ, ਹਰੀ ਕ੍ਰਾਂਤੀ ਦਾ ਮਤਲਬ ਆ ਕਿ ਖੇਤੀ ਦੇ ਮਾਮਲੇ ਦੇ ਵਿੱਚ ਲੋਕਾਂ ਦਾ ਇਹੋ ਜਿਹਾ ਵਿਕਾਸ ਕਰਨਾ ਜਿਹਦੇ ਨਾਲ ਕਿ ਸਾਡਾ ਦੇਸ਼ ਆਤਮ ਨਿਰਭਰ ਹੋ ਜੇ। ਕਹਿੰਦੇ ਜੀ ਹਰੀ ਕ੍ਰਾਂਤੀ ਦਾ ਇੱਕ ਇਤਿਹਾਸ ਆ ਤੇ ਇੱਕ ਉਹਦਾ ਅੱਜ ਪ੍ਰੈਜ਼ੈਂਟ ਆ। ਇਤਿਹਾਸ ਕੀ ਆ? ਕਹਿੰਦੇ ਆ ਜੀ 1961 ਦੇ ਵਿੱਚ ਨਾ ਸਾਡੀ 62 ਦੇ ਵਿੱਚ ਚਾਈਨਾ ਨਾਲ ਲੜਾਈ ਹੋਈ ਤੇ ਅਸੀਂ ਲੜਾਈ ਹਾਰ ਗਏ। 1965 'ਚ ਸਾਡੀ ਪਾਕਿਸਤਾਨ ਨਾਲ ਲੜਾਈ ਹੋਈ ਤੇ ਅਸੀਂ ਜਿੱਤ ਤਾਂ ਗਏ, ਪਰ ਅਸੀਂ ਇਸ ਤਰੀਕੇ ਨਾਲ ਹਾਰ ਗਏ ਕਿ ਸਾਡੇ ਦੇਸ਼ ਦਾ ਸਾਰਾ ਨੁਕਸਾਨ ਹੋ ਗਿਆ। ਮਤਲਬ ਅਸੀਂ ਬਹੁਤ ਚੀਜ਼ਾਂ ਤੋਂ ਉਹ ਹੋ ਗਏ, ਮਤਲਬ ਊਣੇ ਹੋ ਗਏ। ਹੁਣ ਸਾਡੇ ਦੇਸ਼ ਨੂੰ ਇੱਕ ਉਧਰੋਂ ਇਹ ਸੀ ਤੀਜੀ ਪੰਜ ਵਰਸ਼ੀ ਯੋਜਨਾ, ਤੀਜੀ ਯੋਜਨਾ ਸੀ। ਤੀਜੀ ਯੋਜਨਾ ਤੋਂ ਬਾਅਦ ਅਸੀਂ 1966 'ਚ ਚੌਥੀ ਯੋਜਨਾ ਚਲਾਉਣ ਜੋਗੇ ਨਹੀਂ ਰਹੇ। ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਉਹਨੇ ਸਮਝਿਆ ਕਿ ਹੁਣ ਨਹੀਂ ਦੇਸ਼ ਦਾ ਕੋਈ ਵਿਕਾਸ ਹੋ ਸਕਦਾ। ਤਾਂ ਉਹਨੇ ਕੀ ਕੀਤਾ, ਭਾਰਤ ਦੇ ਵਿੱਚ ਇੱਕ ਬਹੁਤ ਤਗੜਾ ਸਿਆਣਾ ਬੰਦਾ ਸੀ MS ਸਵਾਮੀਨਾਥਨ, ਉਹਨੂੰ ਬੁਲਾਇਆ। ਉਹਨੂੰ ਕਹਿੰਦੀ ਕਿ ਜਿਹੜੀ ਅੱਜ ਕੱਲ੍ਹ ਹਰੀ ਕ੍ਰਾਂਤੀ ਮੈਕਸੀਕੋ 'ਚ ਚੱਲ ਰਹੀ ਉਹਦਾ ਕੀ ਹਿਸਾਬ ਆ। ਤੇ ਉਹਨੇ ਸਮਝਾਇਆ ਕਿ ਅਸਲ ਦੇ ਵਿੱਚ ਕੁਛ ਨੀ ਗਾ ਜੀ, ਇਹ ਅਸਲ ਦੇ ਵਿੱਚ ਨਾ ਨਵੇਂ ਪ੍ਰਕਾਰ ਦੇ ਬੀਜ ਆਏ ਆ ਜਿਨ੍ਹਾਂ ਨੂੰ ਕਹਿੰਦੇ ਆ ਹਾਈ ਯੀਲਡਿੰਗ ਵੈਰਾਈਟੀ, ਜ਼ਿਆਦੀ ਉਤਪੱਤਤਾ ਵਾਲੇ ਬੀਜ। ਠੀਕ ਆ ਨਾ, ਤਾਂ ਇਹ ਬੀਜਾਂ ਦੀ ਖੇਤੀ ਕਰਕੇ ਆਪਾਂ ਵਧੀਆ ਪ੍ਰੋਡਕਟਿਵਿਟੀ ਹਾਸਲ ਕਰ ਸਕਦੇ ਆ, ਅਨਾਜ ਉਗਾ ਸਕਦੇ ਆ। ਸੋ ਇੰਦਰਾ ਗਾਂਧੀ ਨੇ ਇਜਾਜ਼ਤ ਦੇਤੀ ਤੇ MS ਸਵਾਮੀਨਾਥਨ, ਜਿਹਨੂੰ ਕਿਹਾ ਜਾਂਦਾ ਕਿ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਮਾ, ਉਹ ਮਿਲਿਆ ਜਾ ਕੇ ਨਾਰਮਨ ਬੋਰਲੌਗ ਨੂੰ, ਜਿਹਨੂੰ ਕਿਹਾ ਜਾਂਦਾ ਦੁਨੀਆ 'ਚ ਹਰੀ ਕ੍ਰਾਂਤੀ ਦਾ ਪਿਤਾਮਾ। ਸੋ ਉਹਨੂੰ ਮਿਲਿਆ, ਉਹਨੇ ਸਾਡੇ ਵਾਸਤੇ ਬੀਜਾਂ ਦਾ ਪ੍ਰਬੰਧ ਕੀਤਾ। 1967-68 ਦੇ ਵਿੱਚ ਭਾਰਤ 'ਚ ਹਰੀ ਕ੍ਰਾਂਤੀ ਆਈ ਤੇ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਕੀਤਾ ਗਿਆ ਕਣਕ ਤੇ। ਠੀਕ ਆ ਜੀ, ਕਣਕ ਝੋਨੇ ਤੇ ਸਭ ਤੋਂ ਪਹਿਲਾਂ ਕਣਕ ਦੀ ਇੱਕ ਵੈਰਾਈਟੀ ਲਈ K68 K68 ਤੇ ਫਿਰ ਝੋਨੇ ਦੀਆਂ 2 ਵੈਰਾਈਟੀਆਂ ਆਈਆਂ, ਜया ਤੇ ਰਤਨਾ। ਇਹਨਾਂ ਤੋਂ ਫਿਰ ਹਰੀ ਕ੍ਰਾਂਤੀ ਪਈ ਸਾਡੇ ਦੇਸ਼ ਦੀ। ਤੇ ਫਿਰ ਇਹਦੇ 'ਚ ਕੀ ਹੋਇਆ, ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਹਨਾਂ ਦਿਨਾਂ 'ਚ ਇੱਕ ਉੱਤਰਾਖੰਡ 'ਚ, ਉਦੋਂ UP 'ਚ ਹੁੰਦੀ ਸੀ, ਗੋਬਿੰਦ ਪੰਤ ਯੂਨੀਵਰਸਿਟੀ, IARI ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ, ਇਹਨਾਂ ਸਾਰਿਆਂ ਨੇ ਬਹੁਤ ਵੱਡੇ ਲੈਵਲ ਤੇ ਰਿਸਰਚ ਕੀਤੀ ਤੇ ਭਾਰਤ 'ਚ ਹਰੀ ਕ੍ਰਾਂਤੀ ਦੇ ਦੌਰਾਨ ਪਹਿਲਾਂ ਨਾਲੋਂ ਪੈਦਾਵਾਰ 25, 30, 40, 50% ਬਹੁਤ ਵੱਡੇ ਲੈਵਲ ਤੇ ਪੈਦਾਵਾਰ ਵਧਾਈ। ਤੇ ਇੱਕ ਗੱਲ ਤਾਂ ਕਲੀਅਰ ਆ, ਤੇ ਇੱਕ ਤਾਂ ਇਹਦੇ 'ਚ ਸਾਨੂੰ ਕੀ ਮਿਲਿਆ ਭਲਾ, ਉੱਨਤ ਬੀਜ, ਜਿਹੜੇ ਕਿ ਚੰਗੀ ਗੱਲ ਸੀ ਕਿ ਪਹਿਲਾਂ ਨਾਲੋਂ ਬਹੁਤ ਹਾਈ ਵੈਰਾਈਟੀ ਦੇ ਬੀਜ ਮਿਲੇ ਸਾਨੂੰ, ਜਿਨ੍ਹਾਂ 'ਚ ਜया, ਰਤਨਾ, K68 ਵਰਗੀਆਂ ਵੈਰਾਈਟੀਆਂ ਸੀ। ਇਹਦੇ 'ਚ ਰਸਾਇਣਿਕ ਖਾਦਾਂ ਬਹੁਤ ਮਿਲੀਆਂ ਸਾਨੂੰ, ਕਿਉਂਕਿ ਨਵੀਆਂ ਜਿਹੜੇ ਬੀਜ ਆਏ ਸੀ ਨਾ, ਉੱਨਤ ਬੀਜ, ਇਹਨਾਂ ਨੂੰ ਖਾਦਾਂ ਦੀ ਲੋੜ ਜ਼ਿਆਦਾ ਸੀ। ਕਿਉਂ? ਇਹ ਬਹੁਤ ਜ਼ਿਆਦਾ ਖੇਤੀ ਕਰਦੇ ਸੀ ਤੇ ਜ਼ਿਆਦਾ ਖੇਤੀ ਕਰਨ ਵਾਸਤੇ ਜ਼ਿਆਦਾ ਇਹਨਾਂ ਨੂੰ ਖਾਦ ਚਾਹੀਦੀ ਸੀ। ਉਨੀ ਖਾਦ ਕੁਦਰਤੀ ਤੌਰ ਤੇ ਖੇਤਾਂ 'ਚ ਨਹੀਂ ਸੀ ਹੁੰਦੀ। ਇਹ ਵੀ ਗੱਲ, ਖੇਤੀ ਬਹੁਤ ਵੱਧ ਗਈ, ਸਿੰਚਾਈ ਦੇ ਸਾਧਨ ਵੀ, ਪਾਣੀ ਵੀ ਬਹੁਤ ਖਾਂਦੀਆਂ ਸੀ ਇਹ ਫਸਲਾਂ। ਫਿਰ ਟੈਕਨੀਕ ਵਧੀਆ ਚਾਹੀਦੀ ਸੀ ਕਿਉਂਕਿ ਬਹੁਤ ਵੱਡੇ ਲੈਵਲ ਤੇ ਖੇਤੀ ਹੋ ਗਈ, ਝਾੜ ਬਹੁਤ ਜ਼ਿਆਦਾ ਹੋ ਗਿਆ ਤੇ ਉਹਦੇ ਲਈ ਬਹੁਤ ਜ਼ਿਆਦਾ ਪੱਧਰ ਤੇ ਆਪਾਂ ਨੂੰ ਟਰੈਕਟਰਾਂ ਦਾ, ਮਸ਼ੀਨਰੀ ਦਾ ਯੋਗ, ਤੇ ਲੋਕਾਂ ਕੋਲ ਪੈਸਾ ਆ ਗਿਆ। ਹੁਣ ਲੋਕ ਵੱਡੇ ਪੱਧਰ ਤੇ ਖੇਤੀ ਕਰਨਾ ਚਾਹੁੰਦੇ ਸੀ ਤੇ ਲੋਕ ਚਾਹੁੰਦੇ ਸੀ ਕਿ ਹੋਰ ਸਾਡੇ ਕੋਲ ਸਾਖ ਸਹੂਲਤਾਂ ਵਧਣ, ਪੈਸੇ ਲੈਣ ਦੇ ਸੰਸਾਧਨ ਵਧਣ। ਸਰਕਾਰ ਤੇ ਦਬਾਅ ਵੀ ਵਧਿਆ ਕਿ ਹੁਣ ਵੱਧ ਤੋਂ ਵੱਧ ਬੈਂਕ ਖੋਲੋ, ਸਰਕਾਰੀ ਬੈਂਕ ਕਰੋ, ਰਾਸ਼ਟਰੀਕਰਨ ਕਰੋ। ਉਧਰੋਂ ਖੇਤੀਬਾੜੀ ਦੀਆਂ ਤਕਨੀਕਾਂ ਨੂੰ ਲੈ ਕੇ ਵੀ ਗੱਲ ਹੋਣ ਲੱਗ ਪਈ। ਠੀਕ ਆ, ਤਾਂ ਇੱਕ ਗੱਲ ਤਾਂ ਪਤਾ ਲੱਗ ਗਈ ਕਿ ਉਹਨਾਂ ਟਾਈਮਾਂ 'ਚ ਭਾਰਤ ਨੇ ਇੱਕ ਪ੍ਰੋਗਰਾਮ ਚਲਾਇਆ ਸੀਗਾ, ਇੰਡੀਅਨ ਐਗਰੀਕਲਚਰ ਡਿਸਟ੍ਰਿਕਟ ਪ੍ਰੋਗਰਾਮ, ਜਿਹਦੇ ਤਹਿਤ ਇੱਕ ਡਿਸਟ੍ਰਿਕਟ ਚੱਕ ਲਿਆ ਜਾਂਦਾ ਸੀਗਾ। ਉਸ ਡਿਸਟ੍ਰਿਕਟ ਦੇ ਵਿੱਚ ਪੂਰੇ ਵਧੀਆ ਲੈਵਲ ਤੇ ਰਿਸਰਚ ਕੀਤੀ ਜਾਂਦੀ ਸੀ ਕਿ ਇੱਥੇ ਅਸੀਂ ਖੇਤੀ ਦੇ ਕਿਹੜੇ-ਕਿਹੜੇ ਵਿਕਾਸ ਕਰ ਸਕਦੇ ਹਾਂ ਤੇ ਕਿਹੜੇ-ਕਿਹੜੇ ਵਿਕਾਸ ਕਰਨੇ ਚਾਹੀਦੇ ਆ। ਉਹਦੇ ਨਾਲ ਭਾਰਤ ਦੇ ਵਿੱਚ ਇੱਕ ਹੋਰ ਸਮੱਸਿਆ ਵੀ ਆ ਗਈ। ਕਹਿੰਦੇ ਜਦੋਂ ਤੱਕ ਸਾਡੇ ਦੇਸ਼ 'ਚ ਹਰੀ ਕ੍ਰਾਂਤੀ ਨਹੀਂ ਸੀ, ਉਦੋਂ ਤੱਕ ਕੋਈ ਵੀ ਪੌਦੇ ਨੂੰ ਨੁਕਸਾਨ ਨਹੀਂ ਸੀ। ਫਿਰ ਪੌਦੇ ਨੂੰ ਕੀੜਾ ਵੀ ਲੱਗਣ ਲੱਗ ਪਿਆ ਤੇ ਨਾਲ ਘਾਹ ਵੀ ਪੈਣ ਲੱਗ ਪਿਆ, ਬੂਟੀ ਉੱਗਣ ਲੱਗ ਪਈ। ਫਿਰ ਉਹਨਾਂ ਦਾ ਵੀ ਕਿਸਾਨਾਂ ਨੂੰ ਨਾਲ ਦੀ ਨਾਲ ਹੱਲ ਲੱਭਣਾ ਪਿਆ।
ਠੀਕ ਆ। ਤੇ ਕੁੱਲ ਮਿਲਾ ਕੇ ਫਿਰ ਪਿੰਡਾਂ ਦੇ ਵਿੱਚ ਬਿਜਲੀ ਭੇਜੀ ਗਈ, ਠੀਕ ਆ, ਜ਼ਮੀਨ ਬਚਾਉਣ ਨੂੰ ਲੈ ਕੇ ਜਿਵੇਂ ਜਿਵੇਂ ਸਰਕਾਰ ਨੇ ਨਾਲ ਦੀ ਨਾਲ ਜਦੋਂ ਖੇਤੀਬਾੜੀ ਸ਼ੁਰੂ ਕੀਤੀ, ਇੱਕੋ ਦਮ ਰੌਲਾ ਪੈ ਗਿਆ ਕਿ ਹੁਣ ਇੰਨੀ ਵਿਕਰੀ ਕਿਵੇਂ ਹੋਊਗੀ, ਸਰਕਾਰ ਖਰੀਦੂਗੀ ਕਿਵੇਂ। ਫਿਰ ਸਰਕਾਰ MSP ਦਾ ਕਨਸੈਪਟ ਲੈ ਕੇ ਆਈ, ਮਿਨੀਮਮ ਸਪੋਰਟ ਪ੍ਰਾਈਸ ਦਾ ਕਨਸੈਪਟ। ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕਿਆ। ਜੇ ਕੋਈ ਮੈਨੂੰ ਇਹ ਕਹਿ ਦੇ ਕਿ ਖੇਤੀਬਾੜੀ ਦੇ ਪ੍ਰਭਾਵ, ਇਹਦੇ ਹਰੀ ਕ੍ਰਾਂਤੀ ਦੇ ਕੀ ਪ੍ਰਭਾਵ ਸੀ, ਇੱਕ ਤਾਂ ਭੋਜਨ ਦਾ ਜਿਹੜਾ ਸਾਡੇ ਦੇਸ਼ 'ਚ, ਯਾਦ ਰੱਖਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ, 1968 ਚ ਹਰੀ ਕ੍ਰਾਂਤੀ ਤੋਂ ਪਹਿਲਾਂ ਨਾ ਸਾਡੇ ਦੇਸ਼ ਨੇ ਇੱਕ ਵਾਰੀ ਅਮਰੀਕਾ ਤੋਂ ਅਨਾਜ ਮੰਗਣ ਦੀ ਕੋਸ਼ਿਸ਼ ਵੀ ਕੀਤੀ। ਅਮਰੀਕਾ ਜਦੋਂ ਵੀ ਕਿਸੇ ਦੇਸ਼ ਨੂੰ ਐਵੇਂ ਦਾ ਕੋਈ ਦਾਨ ਪੁੰਨ ਕਰਦਾ ਹੈ ਨਾ, ਉਸ ਤੋਂ ਪਹਿਲਾਂ ਆਪਣੀ ਸੰਸਦ ਚੋਂ ਪਾਸ ਕਰਾਉਂਦਾ ਹੈ। ਅਮਰੀਕਾ ਨੇ ਆਪਣੀ ਸੰਸਦ ਚੋਂ ਇੱਕ ਕਾਨੂੰਨ ਪਾਸ ਕਰਾਇਆ ਸੀ PL 480, ਪਬਲਿਕ ਲਾਅ 480, ਜਿਹਦੇ ਤਹਿਤ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਇੰਡੀਆ ਨੂੰ ਅਨਾਜ ਦੇਵਾਂਗੇ। ਪੈਸੇ ਵੀ ਵਧੀਆ ਲੈ ਲਏ ਤੇ ਅਨਾਜ ਵੀ ਮਾੜਾ ਭੇਜਿਆ, ਤਾਂ ਭਾਰਤ ਲਈ ਉਹ ਬੜੀ ਬੇਇੱਜ਼ਤੀ ਵਾਲੀ ਗੱਲ ਸੀਗੀ। ਇਸ ਕਰਕੇ ਭਾਰਤ ਨੇ ਅਨਾਜ ਆਪਣਾ ਉਗਾਇਆ ਤੇ ਉਹ ਸਮੱਸਿਆ ਵੀ ਹੱਲ ਕੀਤੀ। ਪਿੰਡਾਂ ਦੇ ਵਿੱਚ ਵਿਕਾਸ ਹੋਇਆ, ਅਨਾਜ ਦੇ ਆਯਾਤ, ਜਿਹੜਾ ਅਸੀਂ ਬਾਹਰੋਂ ਅਨਾਜ ਇੰਪੋਰਟ ਕਰਦੇ ਸੀ ਉਹਦੇ 'ਚ ਕਮੀ ਆਈ। ਹੁਣ ਅਨਾਜ ਜਿਹੜਾ ਸੀ ਪਿੰਡਾਂ ਦੇ ਲੋਕਾਂ ਤੋਂ ਬਚਣ ਲੱਗ ਪਿਆ। ਪਹਿਲਾਂ ਤਾਂ ਖੇਤੀ ਜੋਗਾ ਹੀ ਸੀ, ਫਿਰ ਉਹਦੇ ਕਰਕੇ ਇੰਡਸਟਰੀਜ਼ ਵੀ ਲੱਗੀਆਂ। ਹੁਣ ਖੇਤੀਬਾੜੀ ਨੂੰ ਰਸਾਇਣ ਵੀ ਚਾਹੀਦੇ ਸੀ ਵੱਧ, ਟਰੈਕਟਰ ਵੀ ਚਾਹੀਦੇ ਸੀ, ਉਹਨਾਂ ਦਾ ਵੀ ਵਿਕਾਸ ਹੋਇਆ। ਠੀਕ ਆ, ਇਸ ਤਰੀਕੇ ਨਾਲ ਕਿਸਾਨਾਂ ਦੀ ਪ੍ਰੋਸਪੈਰਿਟੀ, ਕਿਸਾਨਾਂ ਦੀ ਖੇਤੀਬਾੜੀ ਵਧੀ, ਲੋਕਾਂ ਕੋਲ ਮੁਨਾਫੇ ਵਧੇ, ਲੋਕਾਂ ਦੇ ਸੋਚਣ ਦਾ ਤਰੀਕਾ ਵਧਿਆ, ਲੋਕਾਂ ਨੇ ਖਰਚੇ ਵਧਾ ਲਏ ਆਪਣੇ। ਠੀਕ ਆ, ਖਰਚ ਕਰਨ ਦੀ क्षमता ਵਧੀ। ਇਹ ਕੁਝ ਚੰਗੇ ਐਸਪੈਕਟ ਸੀ। ਮਾੜੇ ਐਸਪੈਕਟ ਵੀ ਤੁਹਾਨੂੰ ਮੈਂ ਦੱਸ ਹੀ ਦਿੱਤੇ ਆ ਕਿ ਸਾਡੀਆਂ ਜ਼ਮੀਨਾਂ ਬੰਜਰ ਹੋਣ ਲੱਗ ਪਈਆਂ। ਠੀਕ ਆ, ਤੇ ਧਰਤੀ ਤੇ ਬਹੁਤ ਬੋਝ ਵੱਧ ਗਿਆ ਉਸ ਚੀਜ਼ ਨਾਲ। ਹਵਾ ਦੇ ਵਿੱਚ ਪੋਲਿਊਸ਼ਨ ਵਧਿਆ, ਕੀੜੇ ਮਾਰ ਦਵਾਈਆਂ ਕਰਕੇ ਸਾਡੇ ਸਰੀਰਾਂ 'ਚ ਜ਼ਹਿਰ ਜਾਣ ਲੱਗ ਪਿਆ। ਸੋ ਇੱਕ ਮਿਲਿਆ ਜੁਲਿਆ ਅਸਰ ਜਿਹੜਾ ਸੀਗਾ ਜੀ ਉਹ ਜ਼ਰੂਰ ਰਿਹਾ ਇਹਦੇ ਕਰਕੇ। ਸੋ ਇਹ ਸੀ ਆਪਣਾ ਅੱਜ ਦਾ ਲੈਕਚਰ, ਪਰ ਇਹਦੇ 'ਚ ਮੈਂ ਕੁਝ ਗੱਲਾਂ ਐਡ ਕਰਨੀਆਂ ਚਾਹੁੰਦਾ। ਕੁਝ ਗੱਲਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ ਜਾਣਨੀਆਂ, ਉਹ ਇਹ ਨੇ ਕਿ ਭਾਰਤ ਦਾ ਜਿਹੜਾ ਪੂਰਾ ਆਪਣਾ ਉਹ ਆ ਨਾ ਸੈਂਟਰਲ ਪੂਲ ਆ ਜਿਹੜਾ, ਉਹਦੇ 'ਚ ਕੁੱਲ ਜਿੰਨੀ ਕਣਕ ਆਉਂਦੀ ਆ, ਝੋਨਾ ਆਉਂਦਾ ਹੈ, ਉਹ 'ਚੋਂ 25% ਪੰਜਾਬ ਭੇਜਦਾ ਹੈ ਤੇ ਕਣਕ 'ਚੋਂ 35% ਪੰਜਾਬ ਭੇਜਦਾ ਹੈ। ਇਹ ਗੱਲ ਯਾਦ ਰੱਖ ਲਿਓ। ਇਹ ਅੰਕੜੇ ਨੇ ਜਿਹੜੇ ਤੁਹਾਨੂੰ ਪੇਪਰਾਂ 'ਚ ਪੁੱਛੇ ਜਾ ਸਕਦੇ ਨੇ। ਠੀਕ ਆ, ਭਾਰਤ ਪੂਰੇ ਇੰਡੀਆ ਦੇ ਵਿੱਚ ਰਾਈਸ ਤੇ ਵੀਟ ਦੇ ਮਾਮਲੇ 'ਚ ਪਹਿਲੇ ਨੰਬਰ ਤੇ ਆ। 2019-20 'ਚ ਭਾਰਤ ਦੀ ਕੁੱਲ GDP, ਕੁੱਲ ਭਾਰਤ ਦੀ ਜਿਹੜੀ ਸੂਬੇ ਦੀ ਇਨਕਮ ਆ, ਉਹ 'ਚ 28% ਭਾਰਤ ਦਾ ਖੇਤੀਬਾੜੀ 'ਚੋਂ ਆਇਆ ਹੈ। ਠੀਕ ਆ, ਤੇ ਇੱਕ ਗੱਲ ਕਲੀਅਰ ਆ, ਤੇ ਪਿਛਲੇ ਸਾਲ ਨਾਲੋਂ ਇਸ ਸਾਲ 2.3% ਦੀ ਖੇਤੀਬਾੜੀ 'ਚ ਤਰੱਕੀ ਹੋਈ ਆ। ਇਹ ਉਹ ਫੈਕਟ ਨੇ ਜਿਹੜੇ ਮੈਂ ਤੁਹਾਨੂੰ ਲਿਖਣ ਨੂੰ ਕਹਿ ਰਿਹਾ, ਤੇ ਤੁਸੀਂ ਇਹ ਯਾਦ ਕਰ ਲਿਓ। ਇਹ ਅੰਕੜੇ ਤੁਹਾਨੂੰ ਵੈਸੇ ਮਿਲਣੇ ਨਹੀਂ। ਠੀਕ ਆ, ਸੋ ਇੱਕ ਗੱਲ ਹੋਰ ਕਿ ਭਾਰਤ ਦਾ ਜਿਹੜਾ ਸਰਵੇ ਕਹਿੰਦਾ ਹੈ ਰੋਜ਼ਗਾਰ ਸਰਵੇ, ਉਹਦੇ 'ਚ ਇਹ ਦੱਸਦੇ ਆ ਕਿ ਭਾਰਤ ਦਾ ਸੈਕਟਰ ਆ ਜਿਹੜਾ, ਉਹ 26% ਵਰਕਰਸ ਨੂੰ ਕੰਮ ਦੇ ਰਿਹਾ ਇਸ ਟਾਈਮ। ਠੀਕ ਆ, ਅਗੇਂਸਟ ਦੀ ਨੈਸ਼ਨਲ ਲੈਵਲ ਦੇਸ਼ ਦੇ ਵਿੱਚ 44% ਲੋਕ ਕੱਲੀ ਖੇਤੀਬਾੜੀ, ਜੇ ਆਪਾਂ ਖੇਤੀਬਾੜੀ ਤੇ ਸਹਾਇਕ ਨੂੰ ਮਿਲਾ ਲਈਏ ਤਾਂ 50 ਟੱਪ ਜਾਂਦੇ ਆ। ਕੱਲੀ ਖੇਤੀਬਾੜੀ 'ਚ 44% ਲੋਕ ਜਿਹੜੇ ਆ ਖੇਤੀਬਾੜੀ 'ਚ ਨਿਰਭਰ ਨੇ ਦੇਸ਼ ਦੇ, ਪਰ ਪੰਜਾਬ ਦੇ ਸਿਰਫ 26% ਲੋਕ ਹੀ ਨਿਰਭਰ ਨੇ। ਹੁਣ ਕਿੱਡੀ ਸੌਖੀ ਵਧੀਆ ਗੱਲ ਆ ਪੰਜਾਬ ਲਈ ਕਿ ਪੰਜਾਬ ਦੇ 26% ਲੋਕ ਖੇਤੀਬਾੜੀ 'ਚ ਨਿਰਭਰ ਨੇ, ਤੇ ਪੰਜਾਬ ਦੇ ਵਿੱਚ ਕੁੱਲ ਕਮਾਈ ਦਾ 28% ਖੇਤੀਬਾੜੀ 'ਚੋਂ ਆ ਰਿਹਾ ਹੈ। ਇਹਦਾ ਮਤਲਬ ਜਿੰਨੇ ਕੁ % ਸਾਡੇ ਪੰਜਾਬ ਦੇ ਲੋਕ ਇਨਵੋਲਵਡ ਨੇ ਖੇਤੀਬਾੜੀ 'ਚ, ਉਨੀ ਕੁ ਦੀ ਕਮਾਈ ਆ। ਹੁਣ ਅੱਗੇ ਤੁਹਾਡੇ ਕੋਲ ਸਾਹਮਣੇ ਆ ਗਿਆ ਕਿ ਆਹ ਦੇਖੋ ਪੰਜਾਬ ਦਾ ਕਿੰਨਾ ਏਰੀਆ, ਤਕਰੀਬਨ ਪੰਜਾਬ ਦਾ, ਆਹ ਦੇਖੋ ਪੰਜਾਬ ਦਾ 2017-18 ਦੇ ਹਿਸਾਬ ਨਾਲ ਦੇਖੋ ਕਿ ਇੰਨੇ % ਏਰੀਆ ਜਿਹੜਾ ਜੀ ਉਹ ਪੰਜਾਬ ਦਾ ਨੈਟ ਜਿਹੜਾ ਖੇਤੀਬਾੜੀ ਦੇ ਅੰਡਰ ਆ। ਸੋ ਇਹ ਵੀ ਇੱਕ ਚੰਗੀ ਖਬਰ ਆ ਕਿ ਪੰਜਾਬ ਦਾ ਬਹੁਤ ਏਰੀਆ ਖੇਤੀਬਾੜੀ ਦੇ ਅੰਡਰ ਹੈਗਾ ਹੈ। ਠੀਕ ਆ, ਤਾਂ ਆਹ ਦੇਖੋ ਆਹ ਵੀ ਇੱਕ ਬਹੁਤ ਇੰਪੋਰਟੈਂਟ ਆ ਕਿ ਭਾਰਤ ਦੇ ਵਿੱਚ ਇਸ ਟਾਈਮ ਤਕਰੀਬਨ 90% 190% ਕ੍ਰੌਪ ਇੰਟੈਂਸਿਟੀ ਆ। 100% ਦਾ ਮਤਲਬ ਹੁੰਦਾ ਸਾਲ 'ਚ ਸਾਰੇ ਪੰਜਾਬ 'ਚ ਇੱਕ ਫਸਲ ਤਾਂ ਲੱਗਦੀ ਆ। 190% ਦਾ ਮਤਲਬ ਆ 2 ਫਸਲਾਂ ਦੇ ਬਰਾਬਰ। ਮੈਂ ਤੁਹਾਨੂੰ 180 ਦੱਸਿਆ ਸੀ ਨਾ, ਇਹ 190 ਆ। ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਅੰਕੜੇ ਕਿੰਨੇ ਉਹ ਆ, ਮਤਲਬ ਉਸ ਤੋਂ ਵੀ ਵੱਧ ਗਈ ਗੱਲ। ਠੀਕ ਆ, ਤਾਂ ਪੰਜਾਬ 'ਚ ਕਿੰਨੇ % ਹਿੱਸਾ ਕਿਹੜੀ ਖੇਤੀਬਾੜੀ ਦਾ, ਉਹ ਤੁਹਾਡੇ ਸਾਹਮਣੇ ਨਾਲ ਝੋਨੇ ਦਾ ਇੰਨੇ % ਆ, ਕਣਕ ਦਾ ਇੰਨੇ % ਯੋਗਦਾਨ ਆ, ਤੇ ਬਾਕੀ ਫਸਲਾਂ ਤੁਹਾਡੇ ਸਾਹਮਣੇ ਆ। 2019 ਦਾ ਡਾਟਾ ਚੱਕ ਲਿਓ, ਬੜੇ ਇੰਪੋਰਟੈਂਟ ਆ। ਠੀਕ ਆ ਜੀ, ਉਸ ਤੋਂ ਬਾਅਦ ਆਹ ਅੰਕੜੇ ਆ ਜੀ ਕਿ ਕਿੰਨੇ % ਪੰਜਾਬ 'ਚ ਕਿਹੜੀ ਚੀਜ਼ ਵਧੀ ਆ ਘਟੀ ਆ, ਇਹ ਦੱਸਣ ਦੀ ਲੋੜ ਹੀ ਨਹੀਂ। ਠੀਕ ਆ, ਇਹ ਮੈਂ ਤੁਹਾਡੇ ਤੱਕ ਜ਼ਰੂਰ ਪਹੁੰਚਾਊਂਗਾ ਜੀ। ਠੀਕ ਆ, 1960 ਤੋਂ ਲੈ ਕੇ 2018-19 'ਚ ਤੁਸੀਂ ਹਿਸਾਬ ਲਾ ਕੇ ਦੇਖੋ, ਪੰਜਾਬ ਦੇ ਵਿੱਚ ਚੌਲ ਜਿਹੜਾ ਹੈ, ਪੰਜਾਬ ਦੇ ਵਿੱਚ ਚੌਲ ਆ ਜਿਹੜਾ ਪ੍ਰਤੀ ਹੈਕਟੇਅਰ 4100 ਕਿਲੋ ਨਿਕਲਦਾ ਹੈ। ਪੰਜਾਬੀ 'ਚ ਇਹ ਸਮਝ ਲਓ, ਇਹਨੂੰ 2.5 ਨਾਲ ਡਿਵਾਈਡ ਕਰ ਲਿਓ, ਉੱਥੇ ਪਤਾ ਲੱਗ ਜੂ ਕਿੱਲੇ 'ਚੋਂ ਕਿੰਨਾ ਝਾੜ ਨਿਕਲਦਾ ਹੈ। ਠੀਕ ਆ, ਝੋਨਾ ਕਿੰਨਾ ਨਿਕਲਦਾ ਹੈ, ਕਣਕ ਕਿੰਨੀ ਨਿਕਲਦੀ ਹੈ, ਮੈਂ ਨਹੀਂ ਕਹਿ ਰਿਹਾ, ਭਾਰਤ ਦਾ ਸਰਵੇ ਕਹਿ ਰਿਹਾ ਹੈ। ਠੀਕ ਆ,
ਤੇ ਆਹ ਦੇਖੋ ਕਿਸ ਮਾਮਲੇ 'ਚ ਭਾਰਤ ਕਿੱਥੇ ਖੜਾ ਹੈ। ਫਰੂਟਸ ਦੇ ਮਾਮਲੇ 'ਚ ਕਿੰਨੇ % ਆ, ਮਿੱਠਾ ਸੰਤਰਾ ਕਿੰਨੇ ਆ, ਨਿੰਬੂ ਕਿੰਨਾ ਹੈ, ਲੀਚੀਆਂ, ਗਵਾਵਾ, ਅੰਗੂਰ, ਇਹ ਸਾਰਾ ਕੁਛ। ਠੀਕ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਕੁਛ ਅੰਕੜੇ ਜਿਹੜੇ ਸੀਗੇ ਮੈਂ ਦੱਸਣਾ ਚਾਹੁੰਦਾ ਸੀ ਤੁਹਾਨੂੰ ਕਿ ਭਈ ਹਾਂ ਤੁਹਾਡੇ ਕੋਲ ਹੋਣ, ਵਧੀਆ ਗੱਲ ਆ। ਠੀਕ ਆ, ਤੇ ਫਾਇਦਾ ਹੀ ਹੋਊਗਾ ਤੁਹਾਨੂੰ ਇਸ ਚੀਜ਼ ਦਾ। ਠੀਕ ਆ, ਬਾਕੀ ਮੈਂ ਤਾਂ ਨੋਟਸ ਬਣਾ ਕੇ ਦੇਣੇ ਹੀ ਦੇਣੇ ਆ ਤੁਹਾਨੂੰ ਇਹਨਾਂ ਚੀਜ਼ਾਂ ਦੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਮਿਲਦੇ ਆ ਜੀ।